ਪਿਆਰਾ ਰਾਮ ਸੋਂਧੀ ਖੇਡਾਂ ਦੀ ਦੁਨੀਆ ਦੀ ਇੱਕ ਮਾਂ ਯੂਨੀਵਰਸਿਟੀ ਜਿਨ੍ਹਾਂ ਦੇ ਸ਼ਬਦਾਂ ਵਿੱਚ ਇੱਕ ਦਰਦ, ਜਿਨ੍ਹਾਂ ਦੇ ਸ਼ਬਦਾਂ ਵਿੱਚ ਤਰਕਵਾਦ। ਉਹਨਾਂ ਨੇ ਆਪਣੀ ਕਮੈਂਟਰੀ ਦੇ ਨਾਲ ਅਤੇ ਆਪਣੀ ਕੋਚਿੰਗ ਦੇ ਨਾਲ ਦੁਨੀਆ ਦੇ ਹਰ ਸ਼ਖਸ ਨੂੰ ਟੁੰਬਿਆ ਅਤੇ ਅੱਜ ਅਸੀਂ ਬੈਠੇ ਹਾਂ ਉਹਨਾਂ ਦੀ ਸੋਂਧੀ ਰੈਸਲਿੰਗ ਅਕੈਡਮੀ ਖੋਥਰਾ ਫਗਵਾੜਾ ਵਿਖੇ ਅਤੇ ਅਸੀਂ ਉਹਨਾਂ ਨਾਲ ਤੁਹਾਡੀ ਹਰ ਗੱਲ ਬੇਬਾਕ ਢੰਗ ਨਾਲ ਕਰਵਾਵਾਂਗੇ। ਸਭ ਤੋਂ ਪਹਿਲਾਂ ਸੋਂਧੀ ਸਾਹਿਬ ਤੁਹਾਡਾ ਸਵਾਗਤ। ਸੋ ਬਹੁਤ ਬਹੁਤ ਧੰਨਵਾਦ ਜਿਹੜਾ ਪੰਮੀ ਜੀ ਤੁਸੀਂ ਸਾਡੀ ਇਸ ਅਕੈਡਮੀ ਨੂੰ ਕਵਰ ਕਰਨ ਆਏ ਆ। ਸੋ ਇਸ ਗੱਲ ਦਾ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਸਾਡੇ ਸਪੋਰਟਸ ਦਾ ਪੱਖ ਜਿਹੜਾ ਆ ਇਹ ਬਹੁਤ ਘੱਟ ਮੀਡੀਆ ਵੱਲੋਂ ਲਿਆ ਜਾ ਰਿਹਾ ਕਿਉਂਕਿ ਜੇ ਅਖਬਾਰਾਂ ਦੇ ਸਫੇ 7 ਹੁੰਦੇ ਆ ਜਾਂ 8 ਹੁੰਦੇ ਜਾਂ 10 ਹੁੰਦੇ ਆ ਅਤੇ ਜਿਹੜੀ ਸਪੋਰਟਸ ਦੀ ਲਾਈਨਾਂ ਤਕਰੀਬਨ 5, 10, 15 ਜਾਂ 20 ਵੱਧ ਤੋਂ ਵੱਧ ਨਹੀਂ ਉਹਨਾਂ ਦੇ ਵਿੱਚ ਵੀ ਜਿਹੜਾ ਬੜਾ ਸ਼ੇਅਰ ਹੁੰਦਾ ਕ੍ਰਿਕਟ ਦਾ ਹੁੰਦਾ ਅਤੇ ਬਾਕੀ ਰੈਸਲਿੰਗ ਜਿਹੜੀ ਹੈ ਫਿਰ ਮਾਈਨਸ ਜੇ ਚਲੇ ਜਾਂਦੀ ਹੈ। ਸੋ ਮੈਂ ਇਸ ਗੱਲ 'ਤੇ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇਸ ਰੈਸਲਿੰਗ ਨੂੰ ਆਪਣੇ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹਦਾ ਮੈਂ ਧੰਨਵਾਦ ਕਰਦਾ। ਸੋਂਧੀ ਸਾਹਿਬ ਇੱਕ ਨਿੱਕਾ ਜਿਹਾ ਪਿੰਡ ਰੈਪਰ ਡੱਬੇ ਤੋਂ ਲੈ ਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਇੱਕ ਪਿੰਡ ਰੈਪਰ ਡੱਬਾ, ਜਿਨ੍ਹਾਂ ਨੂੰ ਅਕਸਰ ਅਸੀਂ ਪਹਿਲਵਾਨਾਂ ਦਾ ਪਿੰਡ ਵੀ ਕਿਹਾ ਜਾਂਦਾ ਅਤੇ ਹਰਬੰਸ ਸਿੰਘ ਰੈਪਰ ਡੱਬਾ ਬਹੁਤ ਤਗੜੇ ਪਹਿਲਵਾਨ ਹੋਏ ਨੇ ਅਤੇ ਜਿਨ੍ਹਾਂ ਨੂੰ ਮਹਾਨ ਪਹਿਲਵਾਨ ਦਾਰਾ ਸਿੰਘ ਦਾ ਉਸਤਾਦ ਵੀ ਕਿਹਾ ਜਾਂਦਾ। ਉਹਦੇ ਬਾਰੇ ਵੀ ਆਪਾਂ ਇਹਨਾਂ ਦੀਆਂ ਟਿੱਪਣੀਆਂ ਲੈਣ ਦੀ ਕੋਸ਼ਿਸ਼ ਕਰਾਂਗੇ ਵੀ ਉਹ ਕਿੰਨਾ ਜਾਇਜ਼ ਆ, ਕਿੰਨਾ ਜਾਇਜ਼ ਨਹੀਂ ਹੈਗਾ। ਪਿੰਡ ਰੈਪਰ ਡੱਬੇ ਤੋਂ ਲੈ ਕੇ ਕਮੈਂਟਰੀ ਤੱਕ ਦਾ ਸਫ਼ਰ, ਓਲੰਪਿਕ ਤੱਕ ਦਾ ਸਫ਼ਰ, ਇੱਕ ਇੰਟਰਨੈਸ਼ਨਲ ਕੋਚ ਬਣਨ ਤੱਕ ਦਾ ਸਫ਼ਰ ਕਿੰਨਾ ਸੰਘਰਸ਼ ਭਰਿਆ ਰਿਹਾ। ਉਸ ਸੰਘਰਸ਼ ਦੇ ਰਸਤੇ ਵਿੱਚ ਕਿੰਨੇ ਕੰਢੇ ਸੀ, ਕਿੰਨੇ ਫੁੱਲ ਸੀ, ਇਹ ਜਰਾ ਥੋੜ੍ਹਾ ਸਾ ਦੱਸਣ ਦੀ ਕੋਸ਼ਿਸ਼ ਕਰੋ। ਅਸਲ 'ਚ ਪੰਮੀ ਜੀ ਕਿਉਂਕਿ ਜਿਹੜਾ ਸਾਡਾ ਪਿੰਡ ਆ ਇਹ ਪਿੰਡ ਪਹਿਲਾਂ ਤੋਂ ਗੱਲ ਵੀ ਤਰਕ ਦੇ ਆਧਾਰ ਦੀ ਕਰਦਾ ਰਿਹਾ ਅਤੇ ਮੋਸਟਲੀ ਸਾਡੇ ਜਿਹੜੇ ਪਿੰਡ ਦੇ ਆਪਾਂ ਰਹਿਬਰ ਕਹਿ ਸਕਦੇ ਹਾਂ ਹਰਬੰਸ ਸਿੰਘ ਪਹਿਲਵਾਨ, ਉਹਨਾਂ ਨੂੰ ਬਹੁਤ ਸ਼ੌਕ ਸੀ ਇਸ ਗੱਲ ਦਾ ਵੀ ਮੇਰੇ ਪਿੰਡ ਦਾ ਹਰੇਕ ਬੱਚਾ ਉਹ ਕਿਸੇ ਸਹੂਲਤ ਤੋਂ ਵਾਂਝਾ ਨਾ ਰਹਿ ਜਾਵੇ। ਉਹਨਾਂ ਦੀ ਆਪਣੀ ਸੋਚ ਹੁੰਦੀ ਸੀ। ਉਹ ਈਵਨ ਸਗੋਂ ਇੱਥੋਂ ਤੱਕ ਹੁੰਦੇ ਸੀ ਜਿਹੜੇ ਗਰੀਬਾਂ ਦੇ ਬੱਚੇ ਨੰਗੇ ਪਿੰਡੇ ਘੁੰਮਦੇ ਹੁੰਦੇ ਸੀ ਉਹਨਾਂ ਨੂੰ ਜ਼ਿਆਦਾ ਪਸੰਦ ਕਰਦੇ ਹੁੰਦੇ ਸੀ ਕਿਉਂਕਿ ਮੋਸਟਲੀ ਮੈਂ ਵੀ ਉਹ ਸਮਾਂ ਗੁਜ਼ਾਰਿਆ ਅਤੇ ਅਸੀਂ ਵੀ ਜਿੱਦਾਂ ਕਹਿ ਲਓ ਕੱਪੜਿਆਂ ਤੋਂ ਬਗੈਰ ਘੁੰਮਦੇ ਹੁੰਦੇ ਸੀ। ਛੋਟੇ ਛੋਟੇ ਤਕਰੀਬਨ ਪਹਿਲਾਂ ਹੁੰਦਾ ਵੀ ਇੱਦਾਂ ਸੀ, ਕਈ ਵਾਰੀ ਕੱਪੜੇ ਤੁਹਾਡੇ ਕੋਲ ਨਹੀਂ ਵੀ ਸੀ ਹੁੰਦੇ, ਕਈ ਵਾਰੀ ਉੱਦਾਂ ਵੀ ਜਿੱਦਾਂ ਕਹਿ ਲਓ ਤੁਸੀਂ ਨੰਗੇ ਘੁੰਮ ਲੈਂਦੇ ਸੀ। ਸੋ ਮੇਰਾ ਜਿਹੜਾ ਸਫ਼ਰ ਹੈ ਇਸੇ ਤਰੀਕੇ ਨਾਲ ਉਸ ਪਿੰਡ ਤੋਂ ਸ਼ੁਰੂ ਹੋਇਆ। ਇਹ ਜਿਹੜੇ ਰੁਸਤਮ ਹਿੰਦ ਪਹਿਲਵਾਨ ਹਰਬੰਸ ਸਿੰਘ ਹੁਣੀ ਹੋਏ ਆ, ਉਹਨਾਂ ਦਾ ਕੀ ਸੁਭਾਅ ਹੁੰਦਾ ਸੀ, ਪਿੰਡ ਦੇ ਵਿੱਚ ਖਾੜਾ ਤਾਂ ਚੱਲਦਾ ਹੁੰਦਾ ਸੀ ਕਿਉਂ ਕਈ ਵਾਰੀ ਉਹ ਦਿਨ ਦੇ ਟਾਈਮ ਨਿਆਣਾ ਇੱਦਾਂ ਗੇੜਾ ਪਿੰਡ 'ਚ ਮਾਰਨਾ, ਜਿਹੜਾ ਉਹਨੂੰ ਨਿਆਣਾ ਚੰਗਾ ਲੱਗਣਾ ਕੋ ਖਾਣ ਦਾ ਸਮਾਨ ਰੱਖ ਲੈਂਦੇ, ਟੌਫੀਆਂ ਰੱਖ ਲੈਣੀਆਂ, ਚਾਹੇ ਹੋਰ ਕੋਈ ਸਮਾਨ ਰੱਖ ਲੈਣਾ। ਉਹ ਚੰਗਾ ਜਿਹਾ ਬੱਚਾ ਦੇਖ ਕੇ ਉਹਨੂੰ ਕਹਿਣਾ ਵੀ ਤੂੰ 10 ਬੈਠਕਾਂ ਲਾ, ਤਾਂ ਉਹ 10 ਬੈਠਕਾਂ ਲਵਾ ਕੇ ਜਦ ਨਾਲੇ ਮੈਂ ਲੈ ਵੀ ਤੇਰੇ ਤਾਂ ਪੱਟ ਬਣ ਗਿਆ, ਤਗੜੇ ਹੋ ਗਏ ਤੂੰ ਤਾਂ, ਨਾਲੇ ਉਹਨੂੰ 4 ਟੌਫੀਆਂ ਦੇ ਦੇਣੀਆਂ, ਨਾਲੇ ਇੱਕ ਬੜਾ ਉਹਨਾਂ ਲਈ ਇਨਸੈਂਟਿਵ ਹੋ ਜਾਂਦਾ ਵੀ ਸਾਨੂੰ ਬੜੇ ਸਾਡੇ ਭਲਵਾਨ ਹੁਣੀ ਟੌਫੀਆਂ ਦਿੱਤੀਆਂ। ਉਹ ਟੌਫੀਆਂ ਲੈ ਕੇ ਬਹੁਤ ਖੁਸ਼ ਹੁੰਦੇ ਸੀ। ਜਿਹੜਾ ਪੱਟਾਂ 10 ਬੈਠਕਾਂ ਲਾਈਆਂ ਉਹਨਾਂ ਹੱਥੀਆਂ ਵੀ ਰਹਿ ਜਾਂਦਾ ਸੀ। ਸੋ ਇਸੇ ਹਾਲ ਦੇ ਵਿੱਚੋਂ ਅਸੀਂ ਨਿਕਲੇ ਹਾਂ। ਹੌਲੀ ਹੌਲੀ ਅਸੀਂ ਜਿੱਦਾਂ ਕਿ ਥੋੜ੍ਹੇ ਜਿਹੇ ਬੜੇ ਹੋ ਗਏ। ਬੜਿਆਂ ਦੇ ਵਿੱਚ ਸਾਡੇ ਜਿਹੜੇ ਗੁਆਂਢ ਦੇ ਘਰ ਹੁੰਦੇ ਸੀ ਉਹ ਫਿਰ ਛੋਟੇ ਛੋਟੇ ਨਿਆਣਿਆਂ ਨੂੰ ਖਾੜਿਆਂ 'ਚ ਲੈ ਜਾਣ, ਉਹਨਾਂ ਵਿੱਚੋਂ ਨਾਥੂ, ਉਹਦੇ ਚੰਦ ਇਹ ਸਾਰੇ ਭਲਵਾਨ ਦੇ ਕੰਮ ਕਰਦੇ ਹੁੰਦੇ ਸੀ। ਤਾਂ ਨਾਥੂ ਨੇ ਫਿਰ ਕੀ ਕਰਨਾ, ਸਾਡੇ ਛੋਟੇ ਛੋਟੇ ਨਿਆਣੇ ਇਕੱਠੇ ਕਰਕੇ ਇੱਕ ਸਾਡੇ ਘਰਾਂ ਦੇ ਵਿੱਚ ਸੰਗੂ ਰਾਮ ਸੁੰਡ ਹੁੰਦਾ ਸੀ। ਉਹ ਮਤਲਬ ਹੁਣ ਤਾਂ ਵਿਚਾਰੇ ਨਹੀਂ ਰਹੇ, ਉਹਨਾਂ ਦੇ ਘਰ ਸਾਡੇ ਨਾਲ ਵਧੀਆ ਹੁੰਦੇ ਸੀ ਕਿਉਂਕਿ ਨਿਊਜ਼ੀਲੈਂਡ ਗਏ ਹੋ ਸੀ, ਉੱਥੋਂ ਪੈਸਾ ਪੂਸਾ ਕਮਾ ਕੇ ਇੱਥੇ ਆਪਣੇ ਬੱਚੇ ਪੜ੍ਹਾਏ ਵੀ ਅਤੇ ਉਹਨਾਂ ਨੂੰ ਵੀ ਸ਼ੌਕ ਸੀ। ਉਹ ਅੰਬੇਦਕਰੀ ਹੁੰਦੇ ਸੀ। ਉਹਨਾਂ ਦੇ ਵਿੱਚ ਵੀ ਇਹ ਜਿਹੜੀ ਸੋਚ ਸੀ, ਅੰਬੇਦਕਰੀ ਸੋਚ ਸੀ ਵੀ ਸਾਡੇ ਬੱਚੇ ਵੀ ਤਕੜੇ ਹੋਣ। ਸੋ ਉਹਨਾਂ ਦੇ ਘਰ ਦੇ ਵਿੱਚ ਅਸੀਂ ਆਪਣਾ ਮਾੜਾ ਮੋਟਾ ਤੇਲ ਤੂਲ ਲੈ ਜਾਣਾ ਅਤੇ ਪੱਟਾਂ ਨੂੰ ਲਾ ਕੇ ਬੈਠਕਾਂ ਕੱਢ ਲੈਣੀਆਂ, ਡੰਡ ਕੱਢ ਲੈਣੇ। ਨਾਥੂ ਨੂੰ ਕਹਿਣਾ ਵੀ ਇੰਨੇ ਅੱਜ 25 ਲਾਓ, ਅੱਜ 50 ਲਾਓ, ਅੱਜ 100 ਲਾਓ। ਇਸੇ ਤਰੀਕੇ ਨਾਲ ਅਸੀਂ ਹੌਲੀ ਹੌਲੀ ਮਿਹਨਤ ਲਾਉਂਦੇ ਫਿਰ ਖਾੜੇ ਵੱਲ ਨੂੰ ਚਲੇ ਗਏ। ਜਿਸ ਵੇਲੇ ਖਾੜੇ ਵੱਲ ਨੂੰ ਚਲੇ ਗਏ ਤਾਂ ਖਾੜੇ ਜਾ ਕੇ ਅਸੀਂ ਭਲਵਾਨਾਂ ਦੀ ਹਾਜ਼ਰੀ ਦੇ ਵਿੱਚ
ਮਿਹਨਤ ਵੀ ਲਾਉਂਦੇ ਰਹੇ, ਜ਼ੋਰ ਵੀ ਕਰਦੇ। ਉਸ ਵੇਲੇ ਸਾਡੇ ਪਿੰਡ ਦੇ ਅਖਾੜੇ ਵਿੱਚ ਤਕਰੀਬਨ ਲਾਗੇ ਛਾਗੇ ਪਿੰਡਾਂ ਤੋਂ ਵੀ ਆਉਂਦੇ ਸੀ, ਲਾਲੂ ਮਜਾਰੇ ਤੋਂ ਆਉਂਦੇ ਸੀ। ਜਰਨੈਲ ਸਿੰਘ ਤੁਹਾਡੇ ਪਿੰਡ ਵਾਲੇ ਚੰਗੇ ਭਲਵਾਨ ਹੋਏ ਆ, ਉਹ ਸਾਡੇ ਭਲਵਾਨ ਹੋਣ ਦੇ ਸ਼ਾਗਿਰਦ ਹੀ ਸੀ, ਅਤੇ ਝਿੰਗੜਾਂ ਤੋਂ ਆਉਂਦੇ ਰਹੇ। ਅਤੇ ਈਵਨ ਬੋਪਾਰੇ ਤੋਂ ਸੋਹਣ BA ਵੀ ਸਾਡੇ ਪਿੰਡ ਜ਼ੋਰ ਕਰਦਾ ਰਿਹਾ। ਇਸ ਤਰ੍ਹਾਂ ਸਾਡੇ ਪਿੰਡ ਜਿਹੜਾ ਇੱਕ ਕਿਸਮ ਦਾ ਕੁਸ਼ਤੀ ਦਾ ਉਹਨਾਂ ਦਿਨਾਂ ਵਿੱਚ ਉਸ ਇਲਾਕੇ ਲਈ ਮੱਕਾ ਸੀ। ਤਾਂ ਦੂਰੋਂ ਦੂਰੋਂ ਆ ਕੇ ਸ਼ਾਮ ਨੂੰ ਸਵੇਰ ਨੂੰ ਆ ਕੇ ਜ਼ੋਰ ਦੇਖਣੇ ਲਵੇ, ਪਹਿਲਵਾਨਾਂ ਦੇ ਜ਼ੋਰ ਦੇਖਣੇ ਆ। ਈਵਨ ਇੱਥੋਂ ਤੱਕ ਉਹਨਾਂ ਦੇ ਸਮਿਆਂ ਦੇ ਵਿੱਚ ਦੌਲਾ ਫਜ਼ਲਾ ਇਹ ਬੰਦੇ ਜਿਹੜੇ ਸੀ ਨਾ, ਇਹ ਵੀ ਉੱਥੇ ਜ਼ੋਰ ਕਰਦੇ ਰਹੇ ਆ। ਫਿਰ ਆਪਣੇ ਭੰਗਲਾਂ ਤੋਂ ਮਤਲਬ ਜਿਹੜੇ ਚੰਗੇ ਚੰਗੇ ਬੰਦੇ ਸੀ ਸਾਡੇ ਪਿੰਡ ਆ ਕੇ ਜ਼ੋਰ ਕਰਦੇ ਰਹੇ ਆ। ਹੁਣ ਕਿੱਦਾਂ ਹਾਲ ਚਾਲ? ਠੀਕ ਠਾਕ। ਉਹ ਮੇਰਾ ਛਿੰਝ ਤੇ ਨਾ ਗਿਆ, ਕਹਿੰਦਾ 12 ਵਜੇ ਆਉਂਦਾ ਹੁੰਦਾ ਪ੍ਰੋਗਰਾਮ। ਤੇ ਸੋਂਦੇ ਸਾਹਿਬ, ਤੁਹਾਡੀ ਪੜ੍ਹਾਈ ਲਿਖਾਈ ਮੈਨੂੰ ਪਤਾ ਲੱਗਾ ਵੀ ਜਰਮਨ ਤੋਂ ਹੋਈ ਹੈ। ਉਹ ਅਸਲ ਦੇ ਵਿੱਚ ਮੈਂ ਥੋੜ੍ਹਾ ਜਿਹਾ ਇਹਨੂੰ ਕੰਟੀਨਿਊ ਕਰ ਦੇਵਾਂ, ਛੇਤੀ ਇਹ ਕੰਮ ਖਤਮ ਕਰ ਦਿੰਦੇ ਹਾਂ। ਕਿਉਂਕਿ ਜਿਸ ਵੇਲੇ ਅਸੀਂ ਉੱਥੇ ਜ਼ੋਰ ਕਰਦੇ ਸੀ, ਫਿਰ ਸਕੂਲ 'ਚ ਗਏ, ਸਕੂਲ ਤੋਂ ਕਾਲਜ ਚਲੇ ਗਏ। ਕਾਲਜ ਦੇ ਵਿੱਚ ਪਿੰਡ ਹੁੰਦੇ ਹੀ ਅਸੀਂ ਯੂਨੀਵਰਸਿਟੀ ਲੜੇ। ਪਹਿਲੇ ਸਾਰੇ ਯੂਨੀਵਰਸਿਟੀ ਵਿੱਚ ਮੇਰੀ ਪਰਫੋਰਮੈਂਸ ਬਹੁਤ ਵਧੀਆ ਆਈ। ਅਤੇ ਜਿਸ ਵੇਲੇ ਅਸੀਂ ਮੁੜ ਕੇ ਇੱਕ ਸਾਡੇ ਰਾਜ ਦੀ ਹੱਟੀ ਹੁੰਦੀ ਸੀ, ਉਹ ਮਤਲਬ ਜਿਹੜੇ ਬੜੇ ਖੁਸ਼ ਵੀ ਕਿ ਮੈਨੂੰ ਕਹਿੰਦੇ ਵੀ ਦੋਲੇ ਤੇਰੇ ਨਾਂ ਆਇਆ ਸੀ ਅਜੇ ਰੇਡੀਓ 'ਚ। ਰੇਡੀਓ ਹੁੰਦੀ ਸੀ, ਰੇਡੀਓ ਜ਼ਿਆਦਾ ਸੁਣਦੇ ਹੁੰਦੇ ਸੀ ਵੀ ਇੱਦਾਂ ਇੱਦਾਂ ਕਰਕੇ ਚੈਂਪੀਅਨ ਆਇਆ। ਤਾਂ ਚਲੋ ਇਸ ਗੱਲ ਦੀ ਸਾਨੂੰ ਵੀ ਖੁਸ਼ੀ ਹੋਈ, ਭਲਵਾਨ ਨੂੰ ਵੀ ਖੁਸ਼ੀ ਹੋਈ। ਫਿਰ ਜਿੱਦਾਂ ਕਹਿ ਲਓ ਮੈਂ ਇੱਥੇ ਉਸ ਵੇਲੇ ਬੰਗੀ ਪੜ੍ਹਦਾ ਸੀ। ਬੰਗਿਆਂ ਤੋਂ ਫਿਰ ਸਾਡੇ ਹਰਵੰਸ ਸਿੰਘ ਦਾ ਲੜਕਾ ਕਸ਼ਮੀਰਾ ਸਿੰਘ ਪ੍ਰੋਫੈਸਰ, ਉਹ ਇੱਥੇ ਫਗਵਾੜੇ ਸੀ, ਉਹ ਮੈਨੂੰ ਇੱਥੇ ਲੈ ਆਏ ਵੀ ਕਿਉਂ ਕਾਲਜ ਦੀ ਟੀਮ ਕੋਈ ਚੰਗੀ ਬਣਾਉਣੀ ਚਾਹੁੰਦੇ ਸੀ। ਫਿਰ ਮੈਂ ਫਸਟ ਈਅਰ ਕਰਕੇ ਸੈਕੰਡ ਈਅਰ ਜਿੱਥੇ ਆ ਗਿਆ। ਫਿਰ ਸੈਕੰਡ ਈਅਰ ਇੱਥੇ ਜਦ ਮੈਂ ਆਇਆ ਤਾਂ ਇੱਥੇ ਵੀ ਸਾਡੀ ਟੀਮ ਚੰਗੀ ਬਣ ਗਈ। ਅਤੇ ਸਾਡੀ ਟੀਮ ਉਸ ਵੇਲੇ ਬਹੁਤ ਚਿਰ ਬਾਅਦ ਪੰਜਾਬ ਯੂਨੀਵਰਸਿਟੀ ਦੀ ਚੈਂਪੀਅਨ ਆਈ ਪਹਿਲੇ ਨੰਬਰ 'ਤੇ, ਅਤੇ ਮੈਂ ਵੀ ਪਹਿਲੇ ਨੰਬਰ 'ਤੇ ਆਇਆ ਸੀ। ਅਤੇ ਉਸ ਵੇਲੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਿਮਾਚਲ, ਹਰਿਆਣਾ, ਪੰਜਾਬ ਇਹ ਸਾਰਾ ਇਕੱਠਾ ਹੁੰਦਾ ਸੀ। ਮਤਲਬ ਜਿੱਥੇ ਕਹਿ ਲਓ ਵੀ ਤੁਸੀਂ ਉਹ ਜਾ ਕੇ ਜਿਹੜੇ ਫਰੀਦਾਬਾਦ ਤੋਂ ਅੱਗੇ ਜਿਹੜੇ ਜਿੰਨੇ ਵੀ ਹਰਿਆਣੇ ਦੇ ਇਲਾਕਾ ਆ, ਉਹ ਸਾਰਾ ਪੰਜਾਬ ਯੂਨੀਵਰਸਿਟੀ 'ਚ ਆਉਂਦਾ ਸੀ। ਚਲੋ ਇਹ ਤੋਂ ਬਾਅਦ ਜਿੱਦਾਂ ਕਹਿ ਲਓ ਪੜ੍ਹਾਈ ਵੀ ਅਸੀਂ ਪੜ੍ਹਦੇ ਰਹੇ, ਨਾਲ ਨਾਲ ਮੈਂ ਕੁਸ਼ਤੀ ਵੀ ਕਰਦੇ ਰਿਹਾ। ਜਿਸ ਮੈਂ ਗ੍ਰੈਜੂਏਸ਼ਨ ਕਰ ਲਈ, ਮੈਂ ਇੱਥੇ MA 'ਚ ਦਾਖਲਾ ਲੈ ਲਿਆ। MA 'ਚ ਦਾਖਲਾ ਲੈਣ ਤੋਂ ਬਾਅਦ ਉਹ ਕੁਛ ਪ੍ਰੋਬਲਮ ਹੋ ਗਈ ਮੇਰੇ ਨਾਲ। ਮੈਂ MA ਛੱਡ ਕੇ ਮੈਨੂੰ ਪ੍ਰਿੰਸੀਪਲ ਕਸ਼ਮੀਰਾ ਸਿੰਘ ਨੇ ਕਿਹਾ ਵੀ ਤੁਸੀਂ ਪਟਿਆਲੇ ਚਲੇ ਜਾਓ, ਉੱਥੋਂ NS ਕਰ ਲਓ, ਕੋਚਿੰਗ ਦਾ ਡਿਪਲੋਮਾ, ਰੈਸਲਿੰਗ ਕੋਚਿੰਗ ਦਾ। ਮੈਂ ਫਿਰ ਰੈਸਲਿੰਗ ਕੋਚਿੰਗ ਦਾ ਡਿਪਲੋਮਾ ਉੱਥੋਂ ਕਰ ਲਿਆ 1970-71 ਦੇ ਵਿੱਚ। ਅਤੇ ਮੇਰੀ ਜਿਹੜੀ ਪੋਜੀਸ਼ਨ ਉੱਥੇ ਆਈ, ਵਧੀਆ ਪੋਜੀਸ਼ਨ ਆਈ ਸਟੱਡੀ ਦੇ ਵਿੱਚ ਵੀ ਅਤੇ ਪ੍ਰੈਕਟੀਕਲ ਦੇ ਵਿੱਚ ਵੀ। ਮੈਨੂੰ ਹੀ ਨਹੀਂ ਉਸੇ ਵੇਲੇ ਜੋਬ ਦੇ ਦਿੱਤੀ। ਅਤੇ ਪਹਿਲਾ ਜਿਹੜਾ ਕੈਂਪ ਲਵਾਇਆ ਆਪਣੇ ਕਸ਼ਮੀਰਾ ਸਿੰਘ ਨੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣੀ ਸੀ ਉਸ ਵੇਲੇ, ਇੱਥੇ ਫਗਵਾੜੇ ਕੈਂਪ ਲਾ ਲਿਆ। ਤਾਂ ਮੈਂ ਉਹਨਾਂ ਨੂੰ ਕੋਚਿੰਗ ਦਿੱਤੀ ਅਤੇ ਬੜੇ ਖੁਸ਼ ਹੋਏ। ਸਾਡੇ ਹਰਵੰਸ ਸਿੰਘ ਵੀ ਬਹੁਤ ਖੁਸ਼ ਹੋਇਆ। ਹਰਵੰਸ ਸਿੰਘ ਮੈਨੂੰ ਕਹਿੰਦਾ, ਮੇਰਾ ਨਾਂ ਦੌਲਾ ਕਹਿੰਦੇ ਹੁੰਦੇ ਪਿੰਡ, ਵੀ ਦੌਲਾ ਤੂੰ ਹੁਣ ਸਾਡੇ ਨਾਲੋਂ ਅਕਲ ਵਾਲਾ ਹੋ ਗਿਆ ਕੁਸ਼ਤੀ 'ਚ। ਅਤੇ ਚਲੋ ਇਹ ਗੱਲ ਦੀ ਅਤੇ ਮੈਨੂੰ ਵੀ ਬੜਾ ਇਹਦਾ ਐਨਰਜੀ ਮਿਲੀ ਵੀ ਮੈਨੂੰ ਜਿਹੜਾ ਕੁਛ ਆਉਂਦਾ ਆ, ਮੇਰੇ ਮਤਲਬ ਬੜਿਆਂ ਨੇ, ਮੇਰੇ ਉਸਤਾਦਾਂ ਨੇ ਇਹਦੀ ਪ੍ਰੋੜਤਾ ਕੀਤੀ ਹੈ। ਚਲੋ ਫਿਰ ਜੀ ਉਹ ਤੋਂ ਬਾਅਦ ਮੇਰਾ ਸਫ਼ਰ ਕੋਚਿੰਗ ਦਾ ਸ਼ੁਰੂ ਹੋ ਗਿਆ। ਪਹਿਲੀ ਜਿਹੜੀ ਮੇਰੀ ਕੋਚਿੰਗ ਹੋਈ ਸ਼ੁਰੂ ਗੁਰਦਾਸਪੁਰ ਤੋਂ 1971 ਨਵੰਬਰ ਤੋਂ। ਉੱਥੇ ਮੈਂ ਕੋਈ 1 ਸਾਲ ਕੁਛ ਮਹੀਨੇ ਲਾਏ। ਉੱਥੇ ਵੀ ਮੁੰਡੇ ਜਿੱਦਾਂ ਕਹਿ ਲਓ ਚੰਗੇ ਹੋ ਗਏ ਥੋੜ੍ਹੇ ਚਿਰ 'ਚ ਹੀ। ਮੈਂ ਉਸ ਵੇਲੇ ਖਾੜਿਆਂ ਦੇ ਵਿੱਚ ਆਪ ਜਾ ਕੇ ਜ਼ੋਰ ਉਹਨਾਂ ਨੇ ਕਰਨੇ, ਭਲਵਾਨੀ ਦੇ ਜ਼ੋਰ ਕਰਨੇ, ਜ਼ੋਰ ਕਰਕੇ ਜਿਹੜਾ ਚੰਗਾ ਮੁੰਡਾ ਹੁੰਦਾ ਸੀ ਉਹ ਆਪਣੇ ਆਪ ਮੇਰੇ ਕੋਲ ਆ ਜਾਂਦਾ ਸੀ। ਅਤੇ ਤਕਰੀਬਨ ਜਿੱਦਾਂ ਕਹਿ ਲਓ 72 ਦੇ ਵਿੱਚ ਇੱਥੋਂ ਮੇਰੀ ਬਦਲੀ ਹੋ ਗਈ ਇੱਥੇ ਜਲੰਧਰ ਦੀ। ਜਲੰਧਰ ਵੀ ਮੈਂ ਇਹੀ ਕੰਮ ਰੱਖਿਆ, ਖਾੜਿਆਂ ਦੇ ਵਿੱਚ ਜਾਣਾ, ਆਪਣੀ ਪਰਫੋਰਮੈਂਸ ਦਿਖਾਲਣੀ ਮੁੰਡਿਆਂ ਨੂੰ, ਅਤੇ ਉਸਤਾਦਾਂ ਨੂੰ ਵੀ ਆਪਣੇ ਦਾ ਪੇਜ ਦੱਸਣੇ ਵੀ ਆਹ ਇੱਦਾਂ ਹੁੰਦਾ, ਇੱਦਾਂ ਹੁੰਦਾ। ਉਹਨੇ ਬਹੁਤ ਖੁਸ਼ ਹੋਣਾ। ਉਹਨੇ ਕਹਿੰਦੇ ਤੂੰ ਸਾਡੇ ਇੱਕ ਟਾਈਮ ਆ ਜਾਇਆ ਕਰੋ, ਇੱਕ ਟਾਈਮ ਅਸੀਂ ਮੁੰਡੇ ਤੁਹਾਡੇ ਕੋਲ ਭੇਜ ਦਿਆ ਕਰਾਂਗੇ। ਇਸ ਤਰੀਕੇ ਨਾਲ ਮੈਂ ਮਤਲਬ ਕੋਚਿੰਗ 'ਚ ਕਰਦਾ ਤਕਰੀਬਨ 1975 ਦੇ ਵਿੱਚ, ਉਸ ਵੇਲੇ ਮੈਂ ਜਲੰਧਰ ਹੀ ਹੁੰਦਾ ਸੀ। ਜਲੰਧਰੋਂ ਮੈਨੂੰ ਸਕਾਲਰਸ਼ਿਪ ਜਿਹੜੀ ਆ ਇੱਕ ਗੌਰਮੈਂਟ, ਜਿਹੜਾ ਸਾਡਾ ਐਜੂਕੇਸ਼ਨ ਡਿਪਾਰਟਮੈਂਟ ਹੈ ਗੌਰਮੈਂਟ ਦਾ, ਸਪੋਰਟਸ ਡਿਪਾਰਟਮੈਂਟ ਉਹਦੇ ਵਿੱਚ ਹੀ ਆਉਂਦਾ, ਉਹਨਾਂ ਨੂੰ ਸਕਾਲਰਸ਼ਿਪ ਆਈ ਸੀ ਸਾਰੀ ਸਪੋਰਟਸ ਦੀ। ਉਹਦੇ ਵਿੱਚ ਰੈਸਲਿੰਗ ਦੀ ਇੱਕ ਸੀ। ਤਾਂ ਅਸੀਂ ਇੰਟਰਵਿਊ 'ਤੇ ਗਏ, ਮੈਂ ਇੰਟਰਵਿਊ 'ਤੇ ਗਿਆ, ਹੋਰ ਵੀ ਗਏ ਅਸੀਂ। ਸਾਡੇ ਤਕਰੀਬਨ ਸਾਰੇ ਹਿੰਦੁਸਤਾਨ ਦੇ ਵਿੱਚ 39 ਪਹਿਲਵਾਨ ਮਤਲਬ ਕੋਚ ਆਏ ਸੀ ਇੰਟਰਵਿਊ ਦੇਣ ਲਈ ਜਰਮਨ ਲਈ। ਤਾਂ ਉਹਨਾਂ ਦੇ ਵਿੱਚੋਂ ਸਾਡੇ 2 ਤੇ ਰੈਫਟ ਬਣ ਗਏ। ਇੱਕ ਸੀ ਰੇਲਵੇ ਦਾ ਦਿੱਲੀ ਤੋਂ, ਉਹਨੂੰ ਜਿਹੜੀ ਕਮੇਟੀ ਦੂਜੀ ਲਾਈ ਕਰਦੇ ਸੀ, ਜਿਹੜਾ ਇੱਕ ਟੈਕਨੀਕਲ ਬੰਦਾ ਸੀ
ਐਕਸਪਲਟ ਉਹ ਸਾਡੇ ਭਗਵਤ ਸਾਹਿਬ ਸੀ, ਉਹ ਮੈਨੂੰ ਵੀ ਜਾਣਦੇ ਸੀ, ਦੂਏ ਨੂੰ ਵੀ ਜਾਣਦੇ ਸੀ। ਉਹਨੇ ਕਿਹਾ ਵੀ ਜੇ ਤਾਂ ਮੇਰੇ 10 ਕਰਾਉਣੇ ਆ, ਆਈ ਵਿਲ ਸਾਈਨ ਫॉर PR ਸੋਂਧੀ, ਕਿਉਂਕਿ ਆਈ ਨੋ ਹਿਮ, ਆਈ ਨੋ ਰੋਸ਼ਨ ਲਾਲ ਆਲਸੋ। ਸੋ ਇਸ ਗੱਲ 'ਤੇ ਮੇਰਾ ਮਤਲਬ ਨਾਂ ਜਿਹੜਾ ਉਹ ਉਹਲੀ ਸਕੋਲਰਸ਼ਿਪ ਲਈ ਰਿਕਮੈਂਡ ਹੋ ਗਿਆ। ਫਿਰ 75 ਦੇ ਵਿੱਚ ਮੈਂ ਚਲਾ ਗਿਆ ਜਰਮਨ ਦੇ ਵਿੱਚ। ਜਰਮਨ 'ਚ ਸਟੱਡੀ ਜਦ ਕਰਕੇ ਆਇਆ, ਫਿਰ ਮੈਨੂੰ ਆਉਂਦੇ ਨੂੰ ਹੀ ਨਹੀਂ, ਇੱਕ ਜਿੱਦਾਂ ਪਟਿਆਲੇ ਦੀ ਇੰਸਟੀਟਿਊਟ ਆ, ਇੱਦਾਂ ਸਾਊਥ ਦੇ ਵਿੱਚ ਖੋਲ੍ਹੀ ਹੈ ਵੀ ਨੌਰਥ 'ਚ ਇੱਕ ਸਾਊਥ ਸਕੂਲ ਸੀ ਬੈਂਗਲੌਰ। ਉੱਥੇ ਬੈਂਗਲੌਰ ਮੇਰੀ ਪੋਸਟਿੰਗ ਕਰਦੇ, ਉੱਥੇ ਵੀ ਮੈਂ ਮਨੋਂ ਕੰਮ ਕੀਤਾ, ਕਿਉਂਕਿ ਜਿੰਨਾ ਚਿਰ ਤੁਸੀਂ ਮਨੋਂ ਕੰਮ ਨਹੀਂ ਕਰਦੇ ਉਨਾ ਚਿਰ ਥੋੜ੍ਹੀ ਤਰੱਕੀ ਹੁੰਦੀ ਵੀ ਨਹੀਂ ਹੈਗੀ, ਕਿਉਂਕਿ ਦੁੱਖ ਤਾਂ ਝੱਲਣੇ ਪੈਂਦੇ ਆ। ਕੋਈ ਡਿਸਿਪਲਿਨ ਦੇ ਵਿੱਚ ਰਹਿ ਕੇ ਤੁਹਾਨੂੰ ਕੰਮ ਕਰਨਾ ਪੈਂਦਾ, ਉਹ ਮੈਂ ਕੰਮ ਕਰਦਾ ਰਿਹਾ। ਅਤੇ ਪਹਿਲੀ ਵਾਰੀ ਮੈਨੂੰ ਇੰਡੀਆ ਟੀਮ ਦੇ ਨਾਲ ਜਾਣ ਦਾ ਮੌਕਾ ਮਿਲਿਆ ਜਿਸ ਵੇਲੇ ਮੈਂ ਬੈਂਗਲੌਰ ਹੁੰਦਾ ਸੀ। ਬੈਂਗਲੌਰ ਤੋਂ ਮੇਰੀ ਬਦਲੀ ਜਿਹੜੀ ਹੋ ਗਈ ਮੇਰਠ ਦੀ, ਮੇਰਠ ਤੋਂ ਫਿਰ ਮੈਂ ਜਲੰਧਰ ਆਇਆ। ਜਲੰਧਰ ਦੇ ਵਿੱਚ ਮੈਂ ਜ਼ਿਆਦਾ ਇੱਥੇ ਫਗਵਾੜੇ ਦੀ ਪੋਸਟਿੰਗ ਹੋ ਗਈ। ਫਗਵਾੜੇ ਆ ਕੇ ਪਹਿਲੇ ਸਾਲ ਅਸੀਂ ਜਿੱਦਾਂ ਕਹਿ ਲਓ ਮੁੰਡੇ ਕੁਛ ਸੀਗੇ ਇੱਥੇ ਫਗਵਾੜੇ ਦੇ ਲੋਕਲ, ਕੁਛ ਬਾਹਰੋਂ ਆ ਗਏ ਨਾਂ ਸੁਣ ਕੇ ਮੇਰਾ ਵੀ ਉਹ ਕੋਚ ਸਾਹਿਬ ਆ ਗਿਆ ਉੱਥੇ ਜਾਣਾ ਸੀ। ਉਹ ਅਸੀਂ ਪਹਿਲੇ ਸਾਲ ਜਿੱਦਾਂ ਕਹਿ ਲਓ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਰੈਸਲਿੰਗ ਚੈਂਪੀਅਨਸ਼ਿਪ ਜਿੱਤ ਲਈ। ਉਹ ਉੱਥੇ ਬੜੇ ਹੈਰਾਨ ਹੋਣ, ਕਿਉਂਕਿ ਉਹ ਸੀਗੀ ਵੀ ਇਸ ਤਰੀਕੇ ਦੀ ਗੱਲ, ਕਿਉਂਕਿ ਸਾਡੇ 2 ਮੁੰਡੇ ਚੰਗੇ ਸੀ ਜਿਹੜੇ, ਇੱਕ ਤਾਂ ਸਾਡੇ ਪਿੰਡ ਦਾ ਸੀ ਲਾਲੀ, ਤਾਂ ਇੱਕ ਸੀਗਾ ਇੱਥੇ ਜਸਵਿੰਦਰ ਸੀ ਜਗਪਾਲਪੁਰ ਦਾ। ਇਹ ਦੋਏ ਪਹਿਲੀ ਕੁਸ਼ਤੀ ਹਾਰ ਗਏ। ਉਹ ਸਾਡਾ ਜਿਹੜਾ DP ਸੀ ਸੀਤਲ ਸਿੰਘ ਵੀ ਉਹ ਤਾਂ ਚਲੇ ਗਿਆ ਚੁੱਪ ਕਰਕੇ, ਕਹਿੰਦਾ ਕੋਚ ਸਾਹਿਬ ਕੋਈ ਨਹੀਂ ਤੁਸੀਂ ਕੱਲ੍ਹ ਨੂੰ ਆ ਜਾਇਓ। ਪਰ ਮੈਂ ਤਾਂ ਹੁਣ ਜਿੱਦਾਂ ਕਿ ਰੁਕਣਾ ਸੀ ਆਪਣੇ ਬੱਚਿਆਂ ਲਈ, ਤਾਂ ਚਲੋ ਐਨੀ ਹਾਓ। ਅਖੀਰ ਦੇ ਵਿੱਚ ਕੀ ਹੋਇਆ, ਇਹ ਸਾਡੇ ਜਿਹੜੇ ਇਹ ਦੋਏ ਮੁੰਡੇ, ਉਸ ਵੇਲੇ ਸਿਸਟਮ ਇੱਦਾਂ ਦਾ ਹੁੰਦਾ ਇੱਕ ਹਾਰ ਕੇ ਵੀ ਤੁਸੀਂ ਚੈਂਪੀਅਨ ਆ ਸਕਦੇ ਆ। ਉਹ ਸਾਡੇ ਦੋਏ ਮੁੰਡੇ ਚੈਂਪੀਅਨ ਆ ਗਏ ਅਤੇ ਸਾਡੀ ਜਿਹੜੀ ਟੀਮ ਦੀ ਟਰੋਫੀ ਆ ਗਈ। ਤਾਂ ਜਿਹੜਾ ਸਾਡਾ ਰਿਕਾਰਡ ਕੀਪਰ ਸੀ ਉਹ ਹਕੂਮਤ ਰਾਏ ਸੀ। ਹਕੂਮਤ ਕੋਲ ਫਾਈਲ ਸੀ, ਜਦੋਂ ਦੇਖਿਆ ਟੋਟਲ ਕਰਕੇ ਇੱਦਾਂ ਫਾਈਲ ਮੰਨ ਲਓ ਫਗਵਾੜਾ ਚੈਂਪੀਅਨ ਆ ਗਿਆ, ਕਦੇ ਸੁਣਿਆ ਨਾ ਸੀ। ਤਾਂ ਚਲੋ ਐਨੀਵੇ ਇਹ ਮੇਰਾ ਸਫ਼ਰ ਮਤਲਬ ਜਿੱਦਾਂ ਕਹਿ ਲਓ ਇੱਥੇ ਤੱਕ ਰਿਹਾ। ਫਿਰ ਮੈਂ 81 ਦੇ ਵਿੱਚ ਇੱਥੇ ਸੀਗਾ, ਮੈਂ ਮੁੰਡੇ ਮੇਰੇ ਚੰਗੇ ਹੋ ਗਏ ਸੀ, ਨੈਸ਼ਨਲ ਦੇ ਵਿੱਚੋਂ ਮੈਡਲ ਆਉਣ ਲੱਗ ਪਏ। ਜਿਹੜੀ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਸੀ ਉਹਨੇ ਮੈਨੂੰ ਜੂਨੀਅਰ ਦਾ ਕੈਂਪ ਦੇ ਦਿੱਤਾ, ਇੰਡੀਆ ਦੀ ਜੂਨੀਅਰ ਟੀਮ ਦਾ। ਉਸ ਕੈਂਪ ਦੇ ਵਿੱਚ ਮੈਂ ਹਿਸਾਰ ਕੈਂਪ ਸੀ, ਅਤੇ ਉੱਥੋਂ ਜਿੱਦਾਂ ਕਹਿ ਲਓ ਸਾਡੇ ਏਸ਼ੀਆ ਚੈਂਪੀਅਨਸ਼ਿਪ ਹੋਈ, ਅਤੇ ਉਹਦੇ ਵਿੱਚ ਵੀ ਸਾਡੇ ਰਿਜ਼ਲਟ ਚੰਗੇ ਆਏ। ਮਤਲਬ ਮੈਂ ਫੈਡਰੇਸ਼ਨ ਦੇ ਕਾਗਜ਼ਾਂ ਦੇ ਵਿੱਚ ਇੱਕ ਚੰਗਾ ਕੋਚ ਸਾਬਤ ਹੋਣਾ ਸ਼ੁਰੂ ਕਰਤਾ। ਅਤੇ ਫਿਰ ਇਹ ਤੋਂ ਬਾਅਦ ਜਿੱਦਾਂ ਕਹਿ ਲਓ ਤੁਸੀਂ ਦੇਖ ਲਓ ਵੀ 81 ਤੋਂ ਬਾਅਦ 83 ਦੇ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਹੋਈ ਤਹਿਰਾਨ। ਉਸ ਵੇਲੇ ਕਰਤਾਰ ਮੇਰੇ ਨਾਲ ਸੀ, ਤਾਂ ਇਹ ਜਿੱਤ ਕੇ ਜਦ ਆਏ, ਉਹ ਫੋਟੋ ਆ ਇੰਦਰਾ ਗਾਂਧੀ ਦੇ ਨਾਲ। ਫਿਰ ਉਹ ਸਾਨੂੰ ਕਤਾਰ ਦੇ ਸਾਰੇ ਹੀ ਉੱਥੇ ਇੰਦਰਾ ਗਾਂਧੀ ਕੋਲ ਲੈ ਗਏ ਵੀ ਸਾਡੀ ਟੀਮ ਜਿੱਤ ਗਈ। ਫੋਟੋ ਕਰਾਉਣ ਦੀ ਗੱਲ ਹੁੰਦੀ ਜਾਂ ਤਾਂ ਚਲੋ ਉਹ ਅਸੀਂ ਕਰਕੇ ਆ ਕੇ ਫਿਰ ਮੇਰਾ ਸਫ਼ਰ ਉੱਥੋਂ ਸ਼ੁਰੂ ਹੋ ਗਿਆ। ਫਿਰ ਮੈਂ 86 ਦੇ ਵਿੱਚ ਜਿਹੜੇ ਬੜੇ ਟੂਰਨਾਮੈਂਟ ਸੀ, ਏਸ਼ੀਅਨ ਗੇਮਸ ਹੋਈਆਂ, ਉਹਦੇ ਵਿੱਚ ਕਰਤਾਰ ਦਾ ਗੋਲਡ ਮੈਡਲ ਆਇਆ ਏਸ਼ੀਅਨ ਗੇਮਸ ਦੇ ਵਿੱਚੋਂ। ਤਾਂ ਉਹ ਤੋਂ ਬਾਅਦ 86 ਤੋਂ ਬਾਅਦ ਫਿਰ ਲਗਾਤਾਰ ਮੈਂ ਤਕਰੀਬਨ ਕੈਂਪਾਂ 'ਚ ਰਹਿਣ ਲੱਗ ਪਿਆ। ਪਰ ਮੇਰੀ ਪੋਸਟਿੰਗ ਇੱਥੇ ਦੀ ਸੀ। ਇੱਥੇ ਮੇਰੇ ਤੋਂ ਬਾਅਦ ਕੋਚ ਹੁੰਦੇ ਸੀ ਡਿਪਾਰਟਮੈਂਟ ਵੱਲੋਂ, ਮੈਂ ਵੀ ਡਿਪਾਰਟਮੈਂਟ ਵੱਲੋਂ ਸੀ। ਇੱਕ ਕੋਚ ਸਾਡੇ ਹੋਰ ਸੀ ਦਿਲਬਾਗ, ਉਹ ਕੰਮ ਕਰਦਾ। ਅਮਰੀਕ ਹੁਣੀ ਉਸ ਵੇਲੇ ਛੋਟੇ ਹੁੰਦੇ ਸੀ। ਇਹ ਰਵਿੰਦਰ ਜਿਹੜੇ ਕੋਚ ਮੇਰੇ ਨਾਲ, ਇਹ ਮੇਰਠ ਹੁੰਦਾ ਸੀ ਮੇਰੇ ਕੋਲ। ਉੱਥੇ ਸਹੂਲਤਾਂ ਬਹੁਤ ਹੁੰਦੀਆਂ ਸੀ, ਹੈ ਆਜ਼ਮਗੜ੍ਹ ਤੋਂ। ਇਹ ਜਿਸ ਵੇਲੇ ਇਹਦੀ ਬਦਲੀ ਹੋ ਗਈ, ਇਹ 4-5 ਮੁੰਡੇ ਸੀ। ਇਹ ਕਹਿੰਦੇ ਜੀ ਅਸੀਂ ਤਾਂ ਕੋਚ ਸਾਹਿਬ ਤੁਹਾਡੇ ਨਾਲ ਹੀ ਜਾਣਾ। ਮੈਂ ਕਿਹਾ ਵੀ ਉੱਥੇ ਸਹੂਲਤਾਂ ਹੈ ਨੇ, ਇੱਥੇ ਤੁਹਾਡੇ ਸਹੂਲਤਾਂ ਵਾ। ਹੋਸਟਲ ਸੀ, ਉਸ 'ਤੇ ਪੜ੍ਹਾਈ ਫਰੀ, ਰੋਟੀ ਪਾਣੀ ਫਰੀ ਅਤੇ ਕੋਚਿੰਗ ਫਰੀ। ਇੱਥੇ ਜਿੱਦਾਂ ਕਿ ਕੋਚਿੰਗ ਹੀ ਸੀ, ਬਾਕੀ ਸਾਰਾ ਕੋਈ ਇਹਨਾਂ ਨੂੰ ਆਪ ਖਰਚਾ ਕਰਨ ਪੈਣਾ ਸੀ। ਪਰ ਇਹ ਆ ਗਏ, ਆਪਣਾ ਖਰਚਾ ਵਿਚਾਰਾ ਕਰਦੇ ਰਹੇ। ਇੱਥੇ ਆ ਕੇ ਵੀ ਰਵਿੰਦਰ ਵੀ ਨੈਸ਼ਨਲ ਚੈਂਪੀਅਨ ਬਣਿਆ। ਫਿਰ ਇੱਥੇ ਬਿਜਲੀ ਬੋਰਡ ਦੇ ਵਿੱਚ ਭਰਤੀ ਹੋ ਗਏ, ਹੁਣ JEE ਰਿਟਾਇਰ ਹੋਇਆ। ਅਤੇ ਇਸ ਤਰ੍ਹਾਂ ਮੇਰੀ ਜ਼ਿੰਦਗੀ ਚੱਲਦੀ ਰਹੀ। ਫਿਰ ਜਿੱਦਾਂ ਕਹਿ ਲਓ 86 ਦੀ ਏਸ਼ੀਅਨ ਗੇਮਸ, ਫਿਰ ਇਹ ਤੋਂ ਬਾਅਦ ਲਗਾਤਾਰ ਕੈਂਪਾਂ 'ਚ ਰਹਿਣ ਲੱਗ ਪਿਆ। ਫਿਰ ਮੰਨ ਲਓ ਇੱਦਾਂ ਹੁੰਦਾ ਹੋਇਆ ਜਿੰਨੀਆਂ ਵੀ ਏਸ਼ੀਅਨ ਗੇਮਸ 96 ਅਤੇ 86 ਤੋਂ ਬਾਅਦ 98 ਦੀ ਏਸ਼ੀਅਨ ਗੇਮ, 2002 ਦੀ ਏਸ਼ੀਅਨ ਗੇਮ, 2010 ਦੀ ਏਸ਼ੀਅਨ ਗੇਮ, ਸਾਰੀਆਂ 'ਚ ਮੈਂ ਹਿੱਸਾ ਲਿਆ, ਟੀਮਾਂ ਲਿਜਾ ਕੇ, ਟੀਮਾਂ ਤਿਆਰ ਕਰਕੇ। ਫਿਰ ਮੈਂ ਤਕਰੀਬਨ 96 ਦੇ ਵਿੱਚ 95 ਦੇ ਵਿੱਚ ਮੈਨੂੰ ਇੰਡੀਆ ਦਾ ਚੀਫ ਕੋਚ ਬਣਾ ਦਿੱਤਾ। ਉਸ ਵੇਲੇ ਜਦ ਇੰਡੀਆ ਦਾ ਚੀਫ ਕੋਚ ਬਣਾ ਦਿੱਤਾ, ਫਿਰ ਮੇਰੀ ਜ਼ਿੰਮੇਵਾਰੀ ਹੋਰ ਵੱਧ ਗਈ। ਫਿਰ ਮਤਲਬ ਜਿੱਦਾਂ ਕਹਿ ਲਓ 96 ਤੋਂ ਲੈ ਕੇ ਲਗਾਤਾਰ ਸਫ਼ਰ ਚੱਲਦਾ ਰਿਹਾ। ਮੈਂ ਇੰਟਰਨੈਸ਼ਨਲ ਕੰਪੀਟੀਸ਼ਨਾਂ ਦੇ ਵਿੱਚ ਟੀਮਾਂ ਤਿਆਰ ਕਰਕੇ ਲਿਜਾਂਦਾ ਰਿਹਾ। ਕੋਈ ਰਿਜ਼ਲਟ ਵੀ ਚਾਹੁੰਦੇ ਰਹੇ, ਕੁਛ ਰਿਜ਼ਲਟ ਕਿਤੇ ਘੱਟ ਜਾਂਦੇ ਸੀ, ਕਿਤੇ ਵੱਧ ਜਾਂਦੇ ਸੀ। ਫਿਰ 2008 ਦੀ ਜਿਹੜੀ ਓਲੰਪਿਕ ਗੇਮਸ ਦਾ ਜਿਹੜਾ ਕੈਂਪ ਲੱਗਾ ਹੋਇਆ ਸੀ,
ਉਹਦਾ ਵੀ ਮੈਂ ਹੀ ਇੰਚਾਰਜ ਸੀ। ਤੇ ਉਹਦੇ ਵਿੱਚ ਜਿਸ ਵੇਲੇ ਅਖੀਰਲੀ ਸਿਲੈਕਸ਼ਨ ਹੋਈ ਉਹਦੇ ਵਿੱਚ ਸਾਡੇ 3 ਮੁੰਡੇ ਸਿਲੈਕਟ ਹੋਏ। ਉਹਨਾਂ ਵਿੱਚ ਇੱਕ ਰਾਜੀਵ ਕੁਮਾਰ ਸੀ, ਰਾਜੀਵ ਤੋਮਰ ਸੀ, ਇੱਕ ਜਿੱਦਾਂ ਕਹਿ ਲਓ ਸੁਸ਼ੀਲ ਸੀ, ਇੱਕ ਜੋਗੇਸ਼ਵਰ ਦੱਤ ਸੀ। ਇਹ ਤਿੰਨੇ ਹੀ ਅਸੀਂ ਲੈ ਕੇ ਗਏ। ਕਰਤਾਰ ਮੇਰੇ ਨਾਲ ਮੈਨੇਜਰ ਸੀ। ਪਹਿਲੀ ਕੁਸ਼ਤੀ ਸਾਡੇ ਸੁਸ਼ੀਲ ਆ ਗਿਆ, ਇਹ 'ਤੇ ਸਾਨੂੰ ਆਸ ਬਹੁਤ ਸੀ। ਪਹਿਲੀ ਕੁਸ਼ਤੀ ਹਾਰ ਗਿਆ, ਲੇਕਿਨ ਸਿਸਟਮ ਉਸ ਵੇਲੇ ਵੀ ਉਹੀ ਸੀ। ਇੱਕ ਕੁਸ਼ਤੀ ਹਾਰ ਕੇ ਹੀ ਬੰਦਾ ਮੈਡਲ 'ਚ ਟੈਲੀ 'ਚ ਆ ਸਕਦਾ, ਗੋਲਡ ਨੂੰ ਸੀ ਪੈ ਸਕਦਾ। ਕਿੱਥੇ ਦੇ ਸੁਸ਼ੀਲ ਕੁਮਾਰ ਕਿਹੜੇ ਦਿੱਲੀ ਵਾਲਾ ਹੈ? ਸੁਸ਼ੀਲ ਦਿੱਲੀ ਵਾਲਾ? ਹਾਂ, ਦਿੱਲੀ ਵਾਲਾ। ਉਹ ਜਿਸ ਵੇਲੇ ਪਹਿਲੀ ਹਾਰ ਗਿਆ ਕੁਸ਼ਤੀ, ਮੈਂ ਕਿਹਾ ਵੀ ਸਾਨੂੰ ਤੇਰੇ ਇਤਿਹਾਸ ਬਹੁਤ ਸੀ ਵੀ ਚਲੋ ਕੋਈ ਗੱਲ ਨਹੀਂ ਹੋ ਜਾਂਦੀ, ਪਰ ਤੂੰ ਹੁਣ ਉਹ ਵੀ ਇੱਦਾਂ ਕਰਕੇ ਬਹਿ ਗਿਆ, ਇੱਦਾਂ ਬੈਠਾ ਰਿਹਾ। ਮੈਂ ਤਾਂ ਕਰਤਾਰ ਕਿਤੇ ਕੁਸ਼ਤੀ ਦੇਖਣ ਚਲੇ ਜਾ, ਕਿਤੇ ਆ ਕੇ ਇੱਕ ਜਣਾ ਉਹਦੇ ਕੋਲ ਬਹਿ ਜਾਵੇ, ਉਹਨੂੰ ਹੱਲਾਸ਼ੇਰੀ ਦੇਣ ਦੇ ਵਿੱਚ ਸਾਨੂੰ ਇਤਿਹਾਸ ਬਹੁਤ ਸੀ। ਫਿਰ ਜਿਸ ਵੇਲੇ ਅਸੀਂ ਜਿੱਦਾਂ ਕਿ ਇੱਦਾਂ ਘੁੰਮਦੇ ਰਹੇ, ਅਖੀਰ ਨੂੰ ਜਿਹੜਾ ਸੁਸ਼ੀਲ ਨੂੰ ਜਿੱਤਿਆ ਸੀ ਉਹ ਫਾਈਨਲ 'ਚ ਪਹੁੰਚ ਗਿਆ। ਫਿਰ ਜਿਹੜਾ ਫਾਈਨਲ 'ਚ ਪਹੁੰਚਦਾ ਸੀ ਨਾ, ਜਿਹੜੇ ਉਹ ਤੋਂ ਹਰੇ ਸੀ ਉਹਨਾਂ ਦਾ ਕੰਪੀਟੀਸ਼ਨ ਹੁੰਦਾ। ਅੱਛਾ। ਵੀ ਜੇ ਉਹ ਜਿਹੜਾ ਉਹਨਾਂ ਦੇ ਵਿੱਚੋਂ ਪਹਿਲੇ ਨੰਬਰ 'ਤੇ ਆ ਗਿਆ ਉਹਨੂੰ ਮੈਡਲ ਮਿਲ ਜਾਂਦਾ ਸੀ ਬ੍ਰੌਂਜ਼। ਸੁਸ਼ੀਲ ਇਸੇ ਤਰੀਕੇ ਨਾਲ ਹੋਇਆ। ਸੁਸ਼ੀਲ ਜਿਸ ਵੇਲੇ ਸੁਸ਼ੀਲ ਦਾ ਜਿਹੜਾ ਜੇਤੂ ਸੀ ਉਹ ਫਾਈਨਲ 'ਚ ਪਹੁੰਚ ਗਿਆ, ਅਤੇ ਸੁਸ਼ੀਲ ਨੂੰ ਫਿਰ ਲੜਨਾ ਪਿਆ ਉਹਨਾਂ ਦੇ ਨਾਲ ਜਿਹੜੇ ਦੂਜੀ ਕੁਸ਼ਤੀ 'ਚ ਇਹ ਪਹਿਲੀ ਛੜ ਗਿਆ ਸੀ। ਜਿਹੜਾ ਦੂਜੀ ਛੜਿਆ ਪਹਿਲਾਂ ਉਹਨਾਂ ਹੋਈ, ਫਿਰ ਤੀਜੀ ਛੜਿਆ ਉਹਨਾਂ ਹੋਈ, ਫਿਰ ਚੌਥੀ ਛੜਿਆ ਉਹਨਾਂ ਹੋਈ। ਫਿਰ ਪਹਿਲਾਂ ਤਾਂ ਸਗਾ ਇਹਦੇ ਨਾਲ ਜਿਹੜਾ ਹੋਈ ਉਹ ਸਗਾ USA ਦਾ, ਉਹਨੂੰ ਹਰਾਇਆ ਇਹਨੇ। ਫਿਰ ਦੂਆ ਜਿਹੜਾ ਹਰਾਇਆ ਉਹ ਇਹਨੇ ਹਰਾਇਆ ਮੇਰੇ ਖਿਆਲ ਦੇ ਵਿੱਚ ਸ਼ਾਇਦ ਮੰਗੋਲੀਆ ਦਾ ਸੀ। ਤੀਜਾ ਫਿਰ ਜਿਹੜਾ ਇਹਦੀ ਬਾਊਟ ਹੋਈ ਮੈਡਲ ਲਈ ਉਹ ਸੀ ਕਜ਼ਾਕਿਸਤਾਨ ਦਾ। ਉਹ ਕਜ਼ਾਕਿਸਤਾਨ ਦੇ ਨੂੰ ਵੀ ਇੱਦਾਂ ਦੀ ਸਿਚੁਏਸ਼ਨ ਆ ਗਈ ਵੀ ਅਸੀਂ ਥੋੜ੍ਹਾ ਜਿਹਾ ਘਬਰਾਏ ਹੋ ਸੀ ਵੀ ਪਤਾ ਨਹੀਂ ਕੀ ਹੋਣਾ। ਤਾਂ ਐਨੀਵੇ ਇਹ ਜਿਹੜਾ ਮੈਡਲ ਆ ਸੁਸ਼ੀਲ ਕੁਮਾਰ ਜਿੱਤ ਗਿਆ ਉਹਨੂੰ ਹਰਾ ਕੇ, ਅਤੇ ਉਹ ਮੈਡਲ ਸਾਡੇ ਓਲੰਪਿਕ ਦੇ ਵਿੱਚੋਂ 56 ਸਾਲਾਂ ਬਾਅਦ ਆਇਆ ਸੀ। 1952 ਤੋਂ ਬਾਅਦ 2008 'ਚ ਆਇਆ। ਤੁਹਾਡੀ ਕੋਚਿੰਗ ਦੀ ਅੰਡਰ? ਹਾਂ, ਕਹਿ ਸਕਦੇ ਹਾਂ ਅਸੀਂ, ਕਿਉਂਕਿ ਮੇਰੀ ਹਾਜ਼ਰੀ ਦੇ ਵਿੱਚ, ਕਿਉਂਕਿ ਮੈਂ ਹੀ ਉਸ ਵੇਲੇ ਕੋਚ ਇੰਚਾਰਜ ਸੀ, ਚੀਫ ਕੋਚ ਵੀ ਮੈਂ ਹੀ ਸੀ। ਮੇਰੀ ਇਸ ਪੋਸਟ ਦੇ ਵਿੱਚ ਵੀ ਅਤੇ ਮੇਰੀ ਹਾਜ਼ਰੀ ਦੇ ਵਿੱਚ ਵੀ ਇਹ 56 ਸਾਲ ਬਾਅਦ ਮੈਡਲ ਆਇਆ। ਅਤੇ ਉਹ ਤੋਂ 2008 ਤੋਂ ਬਾਅਦ ਫਿਰ ਹਰੇਕ ਵਾਰੀ ਆਉਣ ਲੱਗ ਪਿਆ। 12 'ਚ ਆ ਗਿਆ, 16 'ਚ ਆ ਗਿਆ, 20 'ਚ ਆ ਗਿਆ। 20 ਵਾਰੀ ਜਿਹੜੀ ਹੁਣ ਥੋੜ੍ਹੀ ਲੇਟ ਹੋ ਗਈ, ਪਰ ਇਹ ਸਾਰੀਆਂ ਓਲੰਪਿਕਾਂ 'ਚ ਮੈਡਲ ਆਉਣ ਲੱਗ ਪਿਆ। ਇਹਦਾ ਮੈਂ ਆਪਣੇ ਆਪ 'ਤੇ ਸਮਝਦਾ ਵੀ ਮੈਂ ਮਤਲਬ ਜਿੱਦਾਂ ਕਹਿ ਲਓ ਇਸ ਗੱਲ 'ਤੇ ਮਾਣ ਵੀ ਮਹਿਸੂਸ ਕਰਦਾ ਵੀ ਜਿਹੜਾ 2008 ਦੇ ਵਿੱਚ 55 ਸਾਲੀ ਮੈਡਲ ਆਇਆ ਸੀ, ਉਸ ਮੈਡਲ ਨੇ ਗਾਹਾਂ ਲਗਾਤਾਰ ਜਿੱਤਣੇ ਸ਼ੁਰੂ ਕਰ ਦਿੱਤੇ। ਸੋ ਇਹ ਮੇਰਾ ਇਤਿਹਾਸ ਹੈ ਜਿਹੜਾ ਓਲੰਪਿਕ ਤੱਕ ਪਹੁੰਚਣ ਦਾ। ਇੰਨੀਆਂ ਪ੍ਰਾਪਤੀਆਂ ਤੁਹਾਡੀਆਂ, ਉਸ ਦੇ ਬਾਵਜੂਦ ਮਤਲਬ ਪ੍ਰਾਪਤੀਆਂ ਤੋਂ ਬਾਅਦ ਜਿਹੜਾ ਤੁਹਾਨੂੰ ਮਾਨ ਸਨਮਾਨ ਮਿਲਣਾ ਚਾਹੀਦਾ, ਜਿਵੇਂ ਦਰੋਣਾਚਾਰੀਆ ਅਵਾਰਡ ਵਗੈਰਾ ਜੋ ਕੋਚਾਂ ਦੇ ਹੁੰਦਾ, ਕੀ ਉਹ ਤੁਹਾਨੂੰ ਮਿਲਿਆ ਕਿ ਜਾਂ ਤੁਸੀਂ ਉਹ ਤੋਂ ਕਿਤੇ ਮਰਹੂਮ ਵਿਰਮੇ ਰਹਿ ਗਏ ਜਾਂ ਰੱਖ ਦਿੱਤਾ ਗਿਆ ਸਰਕਾਰ? ਮੇਰੇ ਖਿਆਲ ਦੇ ਵਿੱਚ ਜਿੱਦਾਂ ਮੈਂ ਸਮਝਦਾ ਨਾ, ਮੇਰੇ ਖਿਆਲ ਦੇ ਓਲੰਪਿਕ ਦੇ ਵਿੱਚੋਂ ਜਿਹੜਾ ਮੈਡਲ ਆਇਆ, ਜਿਹੜੇ ਕੋਚ ਦਾ, ਜਿਹੜਾ ਕੋਚ ਟੀਮ ਦੇ ਨਾਲ ਗਿਆ, ਉਹ ਮੈਂ ਹੀ ਇਕੱਲਾ ਹੋਣਾ। ਜੇ ਨਹੀਂ ਮਿਲਿਆ ਤਾਂ ਬਾਕੀ ਤਕਰੀਬਨ ਜਿਹੜੇ ਉਹਨਾਂ ਨੂੰ ਵੀ ਮਿਲ ਗਿਆ, ਜਿਹਨੇ ਕੁਛ ਕੀਤਾ ਵੀ ਨਹੀਂ ਹੈਗਾ। ਕੁਛ ਸਿਸਟਮ ਹੈ ਨਹੀਂ ਸਾਡੇ। ਈਵਨ ਪੰਜਾਬ ਦੇ ਵਿੱਚ ਵੀ ਜਿਸ ਵੇਲੇ 2008 ਦੇ ਵਿੱਚ ਮੈਡਲ ਜਿੱਤਿਆ, ਇੱਕ ਸੰਧੂ ਸੀ ਬਾਕਸਿੰਗ ਦਾ, ਉਹਦੇ ਵੀ ਮੁੰਡੇ ਦਾ ਮੈਡਲ ਆਇਆ ਸੀ, ਉਹ ਹਰਿਆਣੇ ਦਾ ਸੀ, ਅਤੇ ਮੇਰੇ ਮੁੰਡੇ ਦਾ ਮੈਡਲ ਆਇਆ ਸੀ, ਮੇਰਾ ਦਿੱਲੀ ਦਾ ਸੀ। ਉਹਨੂੰ ਪੰਜਾਬ ਗੌਰਮੈਂਟ ਨੇ ਜਿੱਦਾਂ ਕਹਿ ਲਓ ਸਨਮਾਨਿਤ ਕੀਤਾ 11 ਲੱਖ ਦੇ ਨਾਲ, ਬਹੁਤ ਵਧੀਆ ਤਰੀਕੇ ਦੇ ਨਾਲ। ਅਤੇ ਮੇਰਾ ਨਾਮ ਉਹਦੇ ਵਿੱਚ ਰੱਖਿਆ ਨਹੀਂ ਹੈਗਾ, ਨਹੀਂ, ਕਿਉਂਕਿ ਮੈਂ ਉਸ ਵੇਲੇ ਇੱਥੇ ਹੈ ਨਾ ਸੀ। ਲੇਕਿਨ ਮੈਂ ਨਹੀਂ ਵੀ ਹੁੰਦਾ, ਨਾ ਵੀ ਹੁੰਦਾ, ਇਹ ਤਾਂ ਇਹਨਾਂ ਨੂੰ ਪਤਾ ਸੀ ਨਾ ਵੀ ਪੰਜਾਬ ਦੇ 2 ਕੋਚ ਗਏ ਸੀ। ਤਾਂ ਉਹ ਮਤਲਬ ਜਿੱਦਾਂ ਕਹਿ ਲਓ ਫਿਰ ਉਹ ਤੋਂ ਬਾਅਦ ਜਿਸ ਵੇਲੇ ਮੈਂ ਸੀਗਾ ਉਸ ਵੇਲੇ ਪੂਨੇ ਯੂਥ ਗੇਮਸ ਹੋ ਰਹੀਆਂ ਸੀਆਂ ਕਾਮਨਵੈਲਥ ਦੀਆਂ, ਉੱਥੇ ਮੈਂ ਚੀਫ ਕੋਚ ਸੀ। ਤਾਂ ਜਿਸ ਵੇਲੇ ਉੱਥੋਂ ਮੁੜ ਕੇ ਆਇਆ, ਮੈਂ ਇਹਨਾਂ ਨੂੰ ਮਿਲਿਆ। ਪ੍ਰਗਟ ਸਿੰਘ ਉਸ ਵੇਲੇ ਹੁੰਦਾ ਸੀ ਡਾਇਰੈਕਟਰ ਸਪੋਰਟਸ, ਅਤੇ ਸੁਖਵੀਰ ਸਿੰਘ ਹੁੰਦਾ ਸੀ ਮਿਨਿਸਟਰ ਸਪੋਰਟਸ, ਅਤੇ ਬਾਦਲ ਹੁੰਦਾ ਸੀ CM। ਮੈਂ ਬਾਦਲ ਇਹਦੇ ਕੋਲ ਗਿਆ ਪ੍ਰਗਟ ਕੋਲ। ਪ੍ਰਗਟ ਕਹਿੰਦਾ ਦੇਖੋ ਜੀ, ਮੈਨੂੰ ਤਾਂ ਉੱਤੋਂ ਹੁਕਮ ਹੋਇਆ ਸੀ, ਆਪਣੇ ਮਨੋਹਰ ਸਿੰਘ ਗਿੱਲ ਸੀ ਸਪੋਰਟਸ ਮਿਨਿਸਟਰ ਇੰਡੀਆ ਦਾ, ਹੁਣ MS ਮਨੋਹਰ ਸਿੰਘ ਗਿੱਲ ਸੀ, MS ਗਿੱਲ। ਹੁਣ ਮਤਲਬ ਕਿਹਾ ਇਹਨੂੰ ਬਾਦਲ ਨੂੰ ਵੀ ਦੇਖੋ ਸਰਦਾਰ ਇੱਕ ਆਪਣੇ ਸਗਾ ਜਿਹੜਾ ਸ਼ਾਇਰ ਆ ਵੀ ਉਹਦਾ ਮੈਡਲ ਆਇਆ, ਵੀ ਉਹਨੂੰ ਤੁਸੀਂ ਸਨਮਾਨਿਤ ਕਰੋ। ਹੋ ਸਕਦਾ ਇਹਨੂੰ ਮਨੋਹਰ ਸਿੰਘ ਗਿੱਲ ਨੂੰ ਨਾ ਪਤਾ ਹੋਵੇ ਮੈਂ ਵੀ ਪੰਜਾਬ ਦਾ ਹਾਂ, ਹੋ ਸਕਦਾ, ਪਰ ਪ੍ਰਗਟ ਨੂੰ ਤਾਂ ਪਤਾ ਸੀ ਨਾ ਵੀ ਪੰਜਾਬ ਦੇ 2 ਕੁਝ ਗਏ। ਫਿਰ ਪ੍ਰਗਟ ਨੂੰ ਮਿਲਿਆ ਇਹਨੇ, ਮੈਂ ਸਾਰਿਆਂ ਲਈ ਚਿੱਠੀ ਵੀ ਲਿਖੀ ਇੱਕ, ਸਾਰਿਆਂ ਨੂੰ, ਸਪੋਰਟਸ ਮਿਨਿਸਟਰ ਨੂੰ ਵੀ, ਅਤੇ ਸਪੋਰਟਸ ਸੈਕਟਰੀ ਨੂੰ ਵੀ, CM ਨੂੰ ਵੀ,
ਤੇ ਇੱਕ ਚੀਮਾ ਉਸ ਵੇਲੇ ਪਤਾ ਨਹੀਂ ਕੀ ਹੁੰਦਾ ਸੀ, ਉਹਨੂੰ ਵੀ ਲਿਖੀ ਚਿੱਠੀ। ਇੱਕ ਸਿਰਫ ਚੀਮੇ ਦਾ ਮੈਨੂੰ ਜਵਾਬ ਆਇਆ ਸੀ ਵੀ ਅਸੀਂ ਜਿਹੜਾ ਤੁਹਾਡਾ ਬਣਦਾ ਇਨਾਮ ਹੈ ਉਹ ਅਸੀਂ ਕਰਾਂਗੇ ਤੁਹਾਡਾ। ਲੇਕਿਨ ਉਹ ਤੋਂ ਬਾਅਦ ਹੋਇਆ ਕੁਛ ਨਹੀਂ। ਚਲੋ ਮੈਨੂੰ ਦੁੱਖ ਵੀ ਹੋਇਆ ਤਾਂ ਬੜਾ ਮਹਿਸੂਸ ਨਹੀਂ ਕੀਤਾ, ਮੈਂ ਮੰਗਤਾ ਨਹੀਂ ਬਣਿਆ। ਜੇ ਮੈਂ ਤੁਰਿਆ ਫਿਰਿਆ ਰਹਿੰਦਾ ਮਗਰ, ਕਿਉਂਕਿ ਇੱਕ ਵਾਰੀ ਸੋਮ ਪ੍ਰਕਾਸ਼ ਨੂੰ ਵੀ ਕਹਿ ਕੇ ਦੇਖ ਲਿਆ, ਇੱਕ ਵਾਰੀ ਕੀ ਸੀ ਇਹਦਾ ਨਾਮ ਆਪਣੇ ਸਵਾਲ ਨਾਮ ਵੀ ਕਹਿ ਕੇ ਦੇਖ ਲਿਆ, ਜਾਂ ਤਾਂ ਸਾਡੇ ਇੱਦਾਂ ਸੀ ਵੀ ਵਿਚਾਰੇ ਡਰਦੇ ਸੀ CM ਦੇ ਸਾਹਮਣੇ ਕਹਿ ਨਹੀਂ ਸਕਦੇ ਕੁਛ ਵੀ। ਮੈਨੂੰ ਇੱਦਾਂ ਲੱਗਦਾ ਕਿਉਂਕਿ ਜਿੱਦਾਂ ਆਪਣੀ ਚੰਨੀ ਦੇ ਹਿਸਾਬ ਦੇ ਵਿੱਚ MLA ਜਾਂ ਮਰਜ਼ੀ ਮਿਲ ਲੈਂਦੇ ਸੀ ਨਾ, ਤਾਂ ਬਾਦਲ ਦੇ ਰਾਜ ਦੇ ਵਿੱਚ ਅਤੇ ਰਾਜੇ ਦੇ ਰਾਜ ਵਿੱਚ ਇੱਦਾਂ ਕੋਈ ਮਿਲਦੇ ਨਾ ਸੀ। ਈਵਨ ਉਹ ਤੋਂ ਪਹਿਲਾਂ ਵੀ CM ਇੱਦਾਂ ਸੀ, ਕਿਉਂਕਿ ਮੈਨੂੰ ਕਈ ਵਾਰੀ ਗੱਲਾਂ ਸੁਣਦੇ ਜਿਹੜੇ ਬਹੁਤ ਖਾਸ CM ਦੇ ਰਹੇ ਸੀ, ਕਹਿੰਦੇ ਜੇ ਸਾਡਾ ਬੰਦਾ ਜਾਂਦਾ ਸੀ ਕੋਈ, ਇੱਕ ਵਾਰੀ ਕਹਿੰਦੇ ਜਗਤ ਰਾਮ ਸੂੰਢ ਹੁਣੀ ਗਏ ਦਰਬਾਰਾ ਸਿੰਘ ਕੋਲ, ਉਹ ਕਹਿੰਦਾ ਜੀ ਇੱਕ DO ਦੀ ਬਦਲੀ ਕਰਾਉਣੀ ਹੈ। ਉਹ ਕਹਿੰਦੇ DO ਕੀ ਹੁੰਦਾ? DO ਦਾ ਜਦ ਮੱਝਾਂ ਨੂੰ ਪਾਣੀ ਪਿਲਾਈ ਤਾਂ ਉਹ DO ਕਹਿੰਦੇ ਹੁੰਦੇ ਆ ਮੰਨ ਲਓ ਇੰਨਾ ਕਰਦੇ ਹੁੰਦੇ CM ਕੋ ਜ਼ਿਆਦਾ ਜਾਣਾ ਜਾ ਕੇ ਜਾਂ ਜਾਂਦੇ ਸੀ ਇਹਨਾਂ ਨੂੰ ਵਧੀਆ ਤਰੀਕੇ ਨਾਲ ਦੇਖਿਆ ਨਹੀਂ ਜਾਂਦਾ। ਅਤੇ ਹੋ ਸਕਦਾ ਮੇਰੇ ਵਾਲਾ ਟਾਈਮ ਵੀ ਇੱਦਾਂ ਦਾ ਹੋਵੇ ਵੀ ਇਹਨਾਂ ਨੂੰ ਪੁੱਛਿਆ ਨਹੀਂ ਕਿਸੇ ਨੇ। ਪਰ ਪ੍ਰਗਟ ਸਿੰਘ ਸਭ ਕੁਝ ਜਾਣਦਾ ਸੀ। ਜਿਹੜਾ ਪ੍ਰਗਟ ਹੈ ਉਹ ਮਤਲਬ ਜਿੱਦਾਂ ਕਹਿ ਲਓ ਉਹ ਹੋ ਸਕਦਾ ਉਹਨੇ ਜ਼ਿਆਦਤੀ ਕੀਤੀ ਮੇਰੇ ਨਾਲ, ਇਹ ਪਤਾ ਨਹੀਂ ਕਿਉਂ ਕੀਤੀ ਹੈ, ਜਾਂ ਤਾਂ ਉਹ ਵੀ ਡਰਦਾ ਹੋਊਗਾ ਕਿ ਮੈਂ ਕੀ ਕਹਾਂ ਜਾ ਕੇ। ਉਹ ਕਹਿੰਦਾ ਜੀ ਮੈਨੂੰ ਹੁਕਮ ਹੋਇਆ ਸੀ ਮੈਂ ਕਰਤਾ, ਬਾਕੀ ਤੁਸੀਂ ਅਪਰੋਚ ਕਰ ਲਓ। ਪਰ ਮੈਂ ਅਪਰੋਚ ਕਰਨੀ ਜਾਇਜ਼ ਨਹੀਂ ਸਮਝੀ, ਜਿੰਨਾ ਕਿ ਮੇਰਾ ਫਰਜ਼ ਬਣਦਾ ਸੀ ਤਾਂ ਉਹ ਮੈਂ ਅਦਾ ਕਰਤਾ। ਚਿੱਠੀਆਂ ਲਿਖਤੀਆਂ ਸਾਰੀਆਂ ਨੂੰ, ਤਾਂ ਉਹਦਾ ਮੈਨੂੰ ਇੱਕ ਜਵਾਬ ਆਇਆ ਸੀ, ਫਿਰ ਮੈਂ ਫੋਲੋ ਵੀ ਨਹੀਂ ਕੀਤਾ। ਹੁਣ ਜੇ ਦੇਖਣਾ ਹੋਵੇ ਸਹੀ, ਉਹ ਜਿਹੜਾ ਸੰਧੂ ਆ ਜਿਹਨੂੰ ਨਹੀਂ ਨਾਮ ਦਿੱਤਾ, ਉਹ ਬਾਕਸਿੰਗ ਲਈ ਜੇ ਕਰ ਵੀ ਰਿਹਾ ਤਾਂ ਕੁਛ ਨਹੀਂ ਕਰ ਰਿਹਾ, ਜੇ ਕਰ ਵੀ ਰਿਹਾ ਤਾਂ ਕੁਛ ਵੀ ਨਹੀਂ ਕਰ ਰਿਹਾ, ਕਿਉਂਕਿ ਉਹਨੂੰ ਆਪਣੀ ਕੋਈ ਅਕੈਡਮੀ ਸਥਾਪਿਤ ਨਹੀਂ ਕੀਤੀ। ਮੈਂ ਉਹਨੂੰ ਅਮੀਰ ਆਦਮੀ ਬਣਿਆ ਇਨਾਮ ਲੈਣ ਤੋਂ ਬਗੈਰ ਵੀ, ਕਿਉਂਕਿ ਮੇਰੀ ਰੂਹ ਅਮੀਰ ਸੀ ਉਹਨਾਂ ਨਾਲੋਂ। ਤਾਂ ਮੈਂ ਆਪਣੀ ਜਗ੍ਹਾ ਕਨਾਲ ਦੀ ਜਗ੍ਹਾ ਜੇ ਇਸ ਵੇਲੇ ਨੂੰ ਦੇਖਣਾ ਹੋਵੇ ਤਾਂ ਘੱਟੋ ਘੱਟ ਤਕਰੀਬਨ 40-50 ਲੱਖ ਦੀ ਜਗ੍ਹਾ ਆ। ਅਤੇ ਉੱਤੇ ਪੈਸਾ ਵੀ ਮੈਂ ਤਕਰੀਬਨ ਆਪਣੇ ਕੋਲ ਲਾਇਆ, ਤਕਰੀਬਨ ਜੇ ਕਿ ਮੇਰੇ ਮਿੱਤਰ ਦੋਸਤ ਨੇ ਦੇ ਤਾਂ ਆਪਣੀ ਮਰਜ਼ੀ ਨਾਲ ਠੀਕ ਹੈ, ਨਹੀਂ ਤਾਂ ਮੈਂ ਹੀ ਆਪਣਾ ਲਾਇਆ ਸਾਰਾ। ਤਾਂ ਉਹ ਵੀ ਇਸ ਕਰਕੇ ਰਿਹਾ ਕਿਉਂਕਿ ਸਾਡੇ ਫਗਵਾੜੇ ਦੇ ਹਾਲਾਤ ਇੱਦਾਂ ਦੇ ਸੀ ਉਸ ਵੇਲੇ। ਜਿਸ ਵੇਲੇ ਮੇਰੀ ਰਿਟਾਇਰਮੈਂਟ ਹੋ ਗਈ ਉਸ ਵੇਲੇ ਮੈਂ ਕੈਂਪ 'ਚ ਸੀ। ਇੱਥੇ ਸਾਡੇ ਰਵਿੰਦਰ ਸੀ, ਇੱਕ ਹਰਜੀਤ ਸੀ ਮੁੰਡਾ, ਇਹ ਕੋਚਿੰਗ ਕਰਦੇ ਹੁੰਦੇ ਸੀ। ਵੀ ਜਿੱਥੇ ਅਸੀਂ ਕੋਚਿੰਗ ਕਰਦੇ ਉਹਨੇ ਕਹਿ ਦਿੱਤਾ ਵੀ ਹੁਣ ਇਹ ਹਾਲ ਸਾਨੂੰ ਚਾਹੀਦਾ ਸੀ। ਪ੍ਰਾਈਵੇਟ ਸਕੂਲਾਂ ਕਾਲਜਾਂ 'ਚ ਸੀਗੇ, ਗੌਰਮੈਂਟ ਤਾਂ ਕੋਈ ਹੈ ਨਾ ਸੀ ਜਗ੍ਹਾ। ਫਿਰ ਜਿੱਦਾਂ ਕਹਿ ਲਓ ਇੱਦਾਂ ਦੇ ਹਾਲਾਤ ਹੋ ਗਏ ਵੀ ਸਾਡੇ ਕੋਲ ਜਗ੍ਹਾ ਨਾ ਰਹੀ ਕੋਈ। ਫਿਰ ਮੇਰੇ ਮਨ 'ਚ ਆਇਆ ਵੀ ਇੰਨਾ ਚਿਰ ਕੰਮ ਕੀਤਾ, ਇਹ ਤੋਂ ਕੁਛ ਅਸੀਂ ਜ਼ਿੰਦਗੀ ਵੀ ਇਹ ਸਾਡੀ ਸੁਧਾਰੀ ਹੈ ਕੁਸ਼ਤੀ ਨੇ, ਅਤੇ ਪੈਸਾ ਵੀ ਅਸੀਂ ਕਮਾਇਆ, ਵੀ ਕਿਉਂ ਨਹੀਂ ਮੈਂ ਇੱਥੇ ਖੋਲ੍ਹ ਲੈਂਦਾ ਅਕੈਡਮੀ। ਫਿਰ ਮੈਂ 2013-14 ਦੇ ਵਿੱਚ ਪਲਾਨ ਕਰਕੇ ਇਹ ਬਣਾ ਲਿਆ ਹਾਲ। ਅਤੇ ਹਾਲ ਬਣਨ ਦੇ ਨਾਲ ਤਕਰੀਬਨ ਜਿੱਦਾਂ ਕਹਿ ਲਓ ਸ਼ੁਰੂ ਤੋਂ ਬੱਚੇ ਛੋਟੇ ਬੱਚੇ ਅਸੀਂ ਭਰਤੀ ਕੀਤੇ, ਜਿਨ੍ਹਾਂ ਵਿੱਚ ਇਸ ਵੇਲੇ ਵਿਸ਼ਾਲ ਆ ਪਹਿਲਾ ਟ੍ਰੇਨੀ, ਅਤੇ ਇੱਕ ਜਿਹਦਾ ਫਾਦਰ ਆਇਆ ਸੀ ਉਹ ਸੀ ਰਮਨ। ਦੋਏ ਮੁੰਡੇ ਇਸ ਵੇਲੇ ਸਾਡੇ ਕੋਲ ਨੈਸ਼ਨਲ ਫੇਮ ਦੇ ਆ, ਅਤੇ ਬਾਕੀ ਮੁੰਡੇ ਵੀ ਸਾਡੇ ਕੋਲ ਚੰਗੇ ਆਏ। ਪਰ ਸਾਡੇ ਜਿੱਦਾਂ ਕਹਿ ਲਓ ਨਾ ਨਿਸ਼ਾਨਾ ਨਹੀਂ ਹੈਗਾ। ਜਿੱਦਾਂ ਹਰਿਆਣੇ ਦੇ ਭਲਵਾਨ ਦਾ ਨਿਸ਼ਾਨਾ ਹੈ ਵੀ ਅਸੀਂ ਓਲੰਪਿਕ ਚੈਂਪੀਅਨ ਬਣਨਾ, ਅਸੀਂ ਨੈਸ਼ਨਲ ਚੈਂਪੀਅਨ ਬਣਨਾ। ਸਾਡੇ ਜ਼ਿਆਦਾ ਜਿਹੜੀ ਦੌੜ ਰਹਿੰਦੀ ਹੈ ਬਾਹਰ ਨੂੰ ਚੱਲੀਏ, ਕੋਈ ਬਾਹਰ ਹੋਵੇ ਚਾਹੇ ਦੁਬਈ ਹੋਵੇ। ਹੁਣ ਕਈ ਸਾਡੇ ਮੁੰਡੇ ਇੱਦਾਂ ਦੇ ਆਪਣੀ ਬਰਾਦਰੀ ਦੇ ਮੁੰਡੇ ਸੀ, ਚੰਗੇ ਹੋਣ ਵਾਲੇ ਵਧੀਆ ਹੋਏ ਉਹ ਸੀ, ਉਹ ਛੱਡ ਕੇ ਵਿੱਚ ਹੀ ਇਹ ਦੋ ਮੁੰਡੇ ਉਹ ਟਿਕੇ ਹੋ ਆ। ਉਹ ਤੋਂ ਬਾਅਦ ਹੋਰ ਵੀ ਆਏ ਮੁੰਡੇ ਚੰਗੇ, ਜਿਹੜੇ ਚੰਗੇ ਹੋ ਰਹੇ ਆ। ਪਰ ਇਹੀ ਸਾਡੇ ਕੋਲ ਜਿੱਦਾਂ ਕਹਿ ਲਓ ਅਸੀਂ ਸੋਚੀ ਆਇਆ, ਜਿੱਦਾਂ ਹੁਣ ਜਿਹੜੇ ਗਰੀਬ ਮੁੰਡੇ ਆ ਜਦ ਛਿੰਝ ਕੋਲ ਜਾਂਦੇ ਆ ਤਾਂ ਇਹ ਛਿੰਝ ਕੋਲ ਦੇ ਵੀ ਜਿੱਦਾਂ ਕਹਿ ਲਓ 10,000 1200 1400 ਲੈ ਲੈਂਦੇ ਆ। ਜਿਹੜਾ ਪ੍ਰਿਤਪਾਲ ਸੀ, ਪ੍ਰਿਤਪਾਲ ਵੀ ਆਪਣੇ ਕੋਲ ਕਰਦਾ ਹੁੰਦਾ ਸੀ। ਪ੍ਰਿਤਪਾਲ ਇੱਥੇ ਤਕਰੀਬਨ 9 ਸਾਲ ਜਾਂ 10 ਸਾਲ ਜਿਸ ਵੇਲੇ ਉਹਦੀ ਬੈਸਟ ਪਰਫੋਰਮੈਂਸ ਹੋ ਗਈ, ਕਿਉਂਕਿ ਮੇਰਾ ਟੀਚਾ ਜਿਹੜਾ ਸੀ ਉਹਨੂੰ ਓਲੰਪਿਕ ਤੱਕ ਲਿਜਾਣ ਦਾ ਸੀ। ਲੇਕਿਨ ਉਹਦੇ ਘਰਦਿਆਂ ਦਾ ਸੀਗਾ ਜ਼ਿਆਦਾ ਵੀ ਆ ਛਿੰਝਾਂ ਲੜ ਕੇ ਪੈਸਾ ਕਮਾਉਣਾ। ਪੈਸਾ ਤਾਂ ਉਹਨੂੰ ਕਮਾ ਲਿਆ ਬਥੇਰਾ, ਅਤੇ ਪੈਸਾ ਤਾਂ ਤਕਰੀਬਨ ਜਿੱਦਾਂ ਕਹਿ ਲਓ ਹੁਣ ਵੀ ਉਹਨੂੰ ਲੱਖ ਡੇਢ ਲੱਖ ਕੁਸ਼ਤੀ ਦਾ ਮਿਲ ਜਾਂਦਾ ਇਸ ਵੇਲੇ। ਚੰਗਾ ਪੰਜਾਬ ਦੇ ਵਿੱਚ ਤਕਰੀਬਨ ਜਿੰਨੇ ਚੰਗੇ ਮਾਲੇ ਆ, ਇਹਦਾ ਨਾਂ ਚੰਗਿਆਂ 'ਚ ਆ। ਚੰਗੇ ਵੀ ਇੱਕ ਦੋ 'ਚ, ਜਿਹੜੇ ਇੱਕ ਦੋ ਚੰਗੇ ਆ ਉਹਨਾਂ 'ਚ ਇਹ ਵੀ ਇੱਕ ਹੈਗਾ। ਤਾਂ ਹੁਣ ਜੇ ਗੱਲ ਕਰੀ ਦੀ ਕਿਤੇ ਤੇ ਫਗਵਾੜੇ ਦਾ ਪ੍ਰਿਤਪਾਲ, ਉਹ ਜਿੱਦਾਂ ਕਹਿ ਲਓ ਵਧੀਆ ਭਲਵਾਨ ਹੋਇਆ ਆ, ਉਹ ਵੀ ਇਸ ਖਾੜੇ ਦੀ ਉਪਜਿਆ। ਜਿਸ ਵੀ ਉਹਨੂੰ ਜੱਸੇ ਪੱਟੀ ਨੂੰ ਪਹਿਲੀ ਵਾਰੀ ਹਰਾਇਆ ਤਾਂ ਇੱਥੇ ਕਰਦਾ ਹੁੰਦੇ, ਮੈਟ 'ਤੇ ਕਰਦਾ ਹੁੰਦੇ। ਮੈਟ 'ਤੇ ਕਰਦੇ ਨੂੰ ਉਹਨੂੰ ਫਾਇਦਾ ਬਹੁਤ ਹੋਇਆ, ਕਿਉਂਕਿ ਇੱਕ ਤਾਂ ਉਹਦੀ ਸਪੀਡ ਜਿਹੜੀ ਉਹ ਵਧੀਆ ਰਹੀ ਆ।
ਤਾਂ ਹੁਣ ਵੀ ਜਿਹੜੇ ਚੰਗੇ ਹਮਲੇ ਕਰਦਾ ਉਹੀ ਉਹਦਾ ਬੜਾ ਕਾਰਨ ਆ ਕੁਸ਼ਤੀਆਂ ਜਿੱਤਣ ਦਾ। ਚਲੋ ਇਹ ਵੀ ਸਾਨੂੰ ਖੁਸ਼ੀ ਹੈ ਵੀ ਸਾਡਾ ਮੁੰਡਾ ਸੀ ਤਾਂ ਇਸ ਲੈਵਲ 'ਤੇ ਚਲਾ ਗਿਆ ਜੇ, ਪਰ ਅਸੀਂ ਉਹਨੂੰ ਲਿਜਾਣਾ ਚਾਹੁੰਦੇ ਸੀ ਓਲੰਪਿਕ ਲੈਵਲ ਤੱਕ। ਪਰ ਉਹ ਹੁਣ ਘਰ ਦੇ ਜਿਹੜੇ ਆ ਜਿੱਦਾਂ ਕਹਿ ਲਓ ਇਸ ਹਿਸਾਬ 'ਚ ਪੈ ਗਏ ਵੀ ਚਲੋ ਜਿਹੜਾ ਪੈਸਾ ਕਮਾ ਹੁੰਦਾ ਉਹੀ ਵਧੀਆ ਆ। ਅਸੀਂ ਫੇਰ ਵੀ ਜਿੱਦਾਂ ਕਹਿ ਲਓ ਸੋਚਦੇ ਹਾਂ ਵੀ ਜਿਹੜੇ ਸਾਡੇ ਹੈਗੇ ਆ ਮੁੰਡੇ, ਪਰ ਜਿਹੜੀ ਗੱਲ ਉਹੀ ਮੈਂ ਤੁਹਾਨੂੰ ਫੇਰ ਕਹਿੰਦਾ ਮੁੜ ਕੇ, ਹੁਣ ਮੁੰਡੇ ਜਿਹੜੇ ਆ ਅਸੀਂ ਇਹਨਾਂ ਨੂੰ ਰੋਕ ਵੀ ਨਹੀਂ ਸਮਝਿਆ ਜਾਣ ਕੋਈ 4 ਪੈਸੇ ਮਿਲਦੇ ਆ। ਗਰੀਬ ਤਾਂ ਗਰੀਬਾਂ ਦੇ ਤਾਂ ਹੈਗੇ ਆ, ਜੇ ਕੋਈ ਚੰਗੇ ਕਰਦਾ ਆ ਉਹ ਕਰਦਾ ਘੱਟ ਆ, ਠੀਕ ਹੈ ਨਾ। ਇਹ ਬੜਾ ਕਾਰਨ ਆ ਵੀ ਅਸੀਂ ਆਪਣੇ ਇਸ ਅਖਾੜੇ ਨੂੰ ਹੋਰ ਉੱਤੇ ਲਿਜਾ ਨਹੀਂ ਸਕੇ। ਨਹੀਂ ਜਿੱਥੇ ਇਹ ਛਿੰਝਾਂ ਘੱਟ ਆ ਉੱਥੇ ਸਾਡੇ ਪੰਜਾਬੀ ਮੁੰਡੇ ਉਹ ਬਹੁਤ ਵਧੀਆ ਹੋਏ ਆ। ਜਿੱਦਾਂ ਹੁਣ ਇਸ ਵੇਲੇ ਕਾਮਨਵੈਲਥ ਗੇਮਸ ਹੋ ਰਹੀਆਂ ਬਰਮਿੰਘਮ, ਉੱਥੇ ਇੰਗਲੈਂਡ ਦੀ ਟੀਮ 'ਚ ਸਾਡੇ ਮੁੰਡਾ ਆ ਇੱਕ, ਉਹ ਇੱਥੋਂ ਹੀ ਕਰਕੇ ਗਿਆ, ਇੱਥੇ ਲੜਦਾ ਰਿਹਾ ਚੰਗਾ ਚਿਰ। ਉਹ ਤੋਂ ਪਹਿਲਾਂ ਵੀ 2 ਮੁੰਡੇ ਉਸੇ ਘਰ ਦੇ ਸੀ। ਇੱਕ ਸੀਗਾ ਮੁੰਡਾ ਕਬੱਡੀ ਵੀ ਖੇਡਣ ਲੱਗ ਪਿਆ ਸੀ, ਕੂਨਰ ਬਰਦਰ ਆ, ਉਹ ਇੱਥੇ ਵੀ ਮੁੰਡੇ 2 ਕਰਦੇ ਰਹੇ ਜੋ ਅਤੇ ਚੰਗੇ ਹੋ ਗਏ ਸੀ। ਹੁਣ ਵੀ ਉਹਨਾਂ ਦਾ ਮੁੰਡਾ ਇੱਕ ਉੱਥੋਂ ਇੰਗਲੈਂਡ ਦੀ ਟੀਮ ਵੱਲੋਂ ਕਾਮਨਵੈਲਥ ਗੇਮਸ ਘੁਲ ਰਹੇ ਆ, ਅਤੇ 2 ਮੁੰਡੇ ਸਾਡੇ ਕੈਨੇਡਾ 'ਚੋਂ ਆ ਰਹੇ ਆ ਕਿਉਂਕਿ ਉਹ ਮਿੱਟੀ ਨਹੀਂ ਲੜਦੇ। ਇੱਥੇ ਸਾਡੇ ਜਿਹੜੀ ਮਿੱਟੀ ਆ ਇਹ ਸਾਨੂੰ ਖਰਾਬ ਕਰਦੀ ਜਾਂਦੀ ਕਿਉਂਕਿ ਮਿੱਟੀ ਦੇ ਵਿੱਚ ਪੈਸਾ ਬਹੁਤ ਆ। ਹੁਣ ਗੌਰਮੈਂਟ ਦੀਆਂ ਇੰਸਟਰਕਸ਼ਨਸ ਹੈ ਨਹੀਂ ਕੋਈ ਵੀ ਕਿਸੇ ਨੂੰ, ਕਿਉਂ ਗੌਰਮੈਂਟ ਕਹਿੰਦੀ ਜੋ ਬੰਦੇ ਕਰਦੇ ਕਰੀ ਜਾਣਦੇ ਹੋ, ਕਿਉਂਕਿ ਉਹਨਾਂ ਨੂੰ ਲੋਕਾਂ ਨਾਲ ਆ, ਆਪਣੇ ਦੇਸ਼ ਦੀ ਪ੍ਰਗਤੀ ਨਾਲ ਹੈ ਨਹੀਂ ਵੀ ਦੇਸ਼ ਤਰੱਕੀ ਕਿੱਦਾਂ ਕਰੂਗਾ। ਅਜੇ ਸਾਡੇ ਨਾਲ ਹਰਿਆਣਾ ਜਿਹੜਾ ਆ, ਹਰਿਆਣਾ 100 ਗੁਣਾ ਚੰਗਾ ਹੋ ਗਿਆ ਕਿਉਂਕਿ ਹਰਿਆਣੇ ਦੇ ਜਿਹੜੇ ਆਫੀਸਰ ਸੀ, ਉਹਨਾਂ ਦੇ ਮਿਨਿਸਟਰ ਸੀ, ਉਹਨੀ ਮਤਲਬ ਇੱਕ ਸਪੋਰਟਸ ਪਾਲਿਸੀ ਬਣਾਈ ਸਾਰਿਆਂ ਬੰਦਿਆਂ ਲਈ ਵਧੀਆ, ਸਾਰੀਆਂ ਗੇਮਾਂ ਲਈ ਵਧੀਆ। ਇਸ ਵੇਲੇ ਤਕਰੀਬਨ ਹਰਿਆਣਾ ਨੰਬਰ 1 ਹੋਇਆ ਸਾਰੀਆਂ ਗੇਮਾਂ ਦੇ ਵਿੱਚ। ਪੰਜਾਬ ਜਿਹੜਾ ਕਦੇ ਸਰਤਾਜ ਹੁੰਦਾ ਸਾਰੀਆਂ ਖੇਡਾਂ ਦਾ, ਜਿੱਦਾਂ ਆਪਾਂ ਕਹਿ ਲਈਏ ਪਹਿਲਾਂ ਹਰੀ ਰਾਮ ਦੀ ਹੁਣ ਪਿੱਛੇ ਜਿਹੇ ਡੈਥ ਹੋਈ ਆ, ਇਹ ਵੀ ਬਾਜੀਗਰਾਂ ਦਾ ਮੁੰਡਾ ਹੁੰਦਾ ਸੀ। ਤਾਂ ਇਹ 1978 ਦੇ ਵਿੱਚ 2 ਮੈਡਲ ਦੇ ਇਕੱਲੇ ਦੇ ਸੀ, ਇੱਕ ਗੋਲਡ, ਉਹ ਵੀ 2 ਗੋਲਡ। ਫਿਰ ਓਲੰਪਿਕ 'ਚ ਵੀ ਗਿਆ ਹੈ। ਓਲੰਪਿਕ ਤੋਂ ਬਾਅਦ ਜਿੱਦਾਂ ਕਹਿ ਲਓ ਕਾਫੀ ਓਲੰਪਿਕ ਤੋਂ ਬਾਅਦ ਚਲੋ CRP 'ਚ ਭਰਤੀ ਹੋ ਗਿਆ, ਕਮਾਂਡਰ ਰਿਟਾਇਰ ਹੋਇਆ, ਹੁਣ ਪਿੱਛੇ ਜੇ ਥੋੜ੍ਹੇ ਦਿਨ ਹੋਏ ਡੈਥ ਹੋ ਗਈ। ਕਿਉਂਕਿ ਸਾਡੇ ਇਹ ਰਸਤਾ ਤਾਂ ਬਹੁਤ ਵਧੀਆ ਸੀ ਸਪੋਰਟਸ ਦਾ, ਸਪੈਸ਼ਲੀ ਜਿੱਦਾਂ ਐਜੂਕੇਸ਼ਨ ਦੇ ਵਿੱਚ ਸਾਡੇ ਮੁੰਡੇ IAS IPS ਬਣ ਗਏ, ਇਸੇ ਤਰ੍ਹਾਂ ਸਾਡੀ ਇਸ ਕੁਸ਼ਤੀ ਦੇ ਵਿੱਚ ਵੀ ਸਾਡੇ ਮੁੰਡੇ ਜਿਹੜੇ ਆ ਚੰਗਾ ਰੁਤਬਾ ਹਾਸਲ ਕਰਨ ਵਾਲੇ ਸੀਗੇ। ਕੁਛ ਨਹੀਂ ਕੀਤਾ ਵੀ ਆ, ਕੁਛ ਨਹੀਂ ਕੀਤਾ ਵੀ, ਇੱਦਾਂ ਦੀ ਗੱਲ ਕੀਤਾ ਨਹੀਂ ਹੈਗਾ। ਹੁਣ ਇੱਕ ਸਾਡੇ ਹੁੰਦਾ ਸੀ, ਕਈ ਮੁੰਡੇ ਹੋਏ ਆ ਦਿੱਲੀ ਤੋਂ, ਮਹਾਰਾਸ਼ਟਰ ਤੋਂ, ਜਿਹੜੇ ਮਤਲਬ ਥੱਲੇ ਦੀਆਂ ਕਲਾਸਾਂ ਨਾਲ ਸੰਬੰਧ ਰੱਖਦੇ ਸੀ, ਉਹ ਓਲੰਪਿਕ 'ਤੇ ਗਏ ਆ। ਹੁਣ ਆਪਣੇ ਵੀ ਜਿੱਦਾਂ ਕਹਿ ਲਓ ਆਪਣਾ ਲੜਕਾ ਅਮਨਦੀਪ, ਉਹ ਹੁਣ ਇੰਸਪੈਕਟਰ ਆ ਪੁਲਿਸ ਦੇ ਵਿੱਚ, ਅਤੇ ਉਹ ਮਤਲਬ ਵਰਲਡ ਚੈਂਪੀਅਨਸ਼ਿਪ ਵੀ ਲੜਿਆ, ਏਸ਼ੀਅਨ ਚੈਂਪੀਅਨਸ਼ਿਪ ਵੀ ਲੜਿਆ, ਅਤੇ ਕਾਮਨਵੈਲਥ ਦੇ ਵਿੱਚੋਂ ਮੈਡਲ ਆ ਉਹਦਾ। ਮਤਲਬ ਵਧੀਆ ਪ੍ਰਾਪਤੀਆਂ ਸੀ ਉਹਦੀਆਂ, ਵਧੀਆ ਪ੍ਰਾਪਤੀਆਂ ਕਰਕੇ ਉਹਨੂੰ ਪੁਲਿਸ ਨੇ ASI ਭਰਤੀ ਕਰ ਲਿਆ ਸੀ, ਅਤੇ ਹੁਣ ਉਹ ਇੰਸਪੈਕਟਰ ਹੈ, ਹੋਰ ਥੋੜ੍ਹੇ ਚਿਰ ਬਾਅਦ DSP ਬਣ ਜਾਊਗਾ। ਕਿਉਂਕਿ ਸਾਡੇ ਮੁੰਡਿਆਂ ਦੇ ਵਿੱਚ ਇਹ ਪ੍ਰਤਿਭਾ ਹੈਗੀ ਆ, ਲੇਕਿਨ ਕਿੰਨਾ ਚਿਰ ਚੱਲਦੇ ਇਹਦੇ ਬਾਰੇ ਸਾਡੀ ਨਹੀਂ, ਕਿਉਂਕਿ ਹਰੇਕ ਆਪਣਾ ਜਿਹੜਾ ਫਿਊਚਰ ਹੈ ਸਿਕਿਉਰ ਕਰਨਾ ਚਾਹੁੰਦਾ, ਉਹ ਸਿਕਿਉਰ ਇਹਦੇ ਵਿੱਚ ਘੱਟਦੀ ਦਾ, ਕਿਉਂ ਪਤਾ ਨਹੀਂ ਕੱਲ੍ਹ ਨੂੰ ਕੁਛ ਹੋ ਸਕਦਾ। ਇਹਦੇ ਵਿੱਚ ਤਾਂ ਲਗਨ ਚਾਹੀਦੀ, ਮੈਂ ਜਾਣਾ ਹੀ ਜਾਣਾ ਹੈ, ਫਿਰ ਬੰਦਾ ਪਹੁੰਚ ਸਕਦਾ। ਸੰਧੂ ਸਾਹਿਬ, ਉਹ ਮੁੜ ਕੇ ਇੱਕ ਸਵਾਲ ਫਿਰ ਉੱਥੇ ਆਉਂਦਾ ਵੀ ਪੰਜਾਬ ਸਰਕਾਰ ਨੇ ਤੁਹਾਡੇ ਨਾਲ ਧੱਕਾ ਕੀਤਾ। ਸਹੀ ਗੱਲ ਹੈ, ਬਿਲਕੁਲ। ਕੇਂਦਰ ਸਰਕਾਰ ਨੇ ਵੀ ਧੱਕਾ ਦਿੱਤਾ, ਤੁਹਾਡੇ ਜਿਹੜੇ ਦਰੋਣਾਚਾਰੀ ਅਵਾਰਡ ਸੀ ਕਿਸੇ ਹੋਰ ਨੂੰ ਦੇ ਦਿੱਤਾ ਗਿਆ। ਉਹ ਅਸਲ ਦੇ ਵਿੱਚ ਕੇਂਦਰ ਸਰਕਾਰ ਦੀ ਕੋਈ ਪਾਲਿਸੀ ਹੈ ਨਹੀਂ, ਇਸੇ ਤਰ੍ਹਾਂ ਸਟੇਟ ਗੌਰਮੈਂਟ ਦੀ ਆ। ਕਿਉਂਕਿ ਮੈਂ ਵੀ ਮੇਰੇ ਮਨ ਦੇ ਵਿੱਚ ਆਇਆ, ਮੈਂ 2 ਵਾਰੀ ਅਪਲਾਈ ਕੀਤਾ, ਜ਼ਿਆਦਾ ਕੀਤਾ ਨਹੀਂ, ਕਿਉਂਕਿ ਇਹ ਦਰੋਣਾਚਾਰੀ ਦਾ ਅਪਲਾਈ ਨਹੀਂ ਕਰਨਾ ਚਾਹੀਦਾ, ਹੋਣਾ ਵੀ ਨਹੀਂ ਚਾਹੀਦਾ। ਕਿਉਂਕਿ ਤੁਸੀਂ ਦੇਖੋ ਬੱਚੇ ਕਿਹੜੇ ਕੋਚ ਦੀ ਪਰਫਾਰਮੈਂਸ ਆ, ਜਦ ਤੁਸੀਂ ਕੋਚ ਨੂੰ ਦੇਣਾ ਉਹਦੀ ਪਰਫਾਰਮੈਂਸ ਦੇਖ ਕੇ ਦਿਓ। ਹੁਣ ਸਾਡੇ ਫਿਰ ਮੇਰੇ ਮਨ 'ਚ ਇੱਦਾਂ ਹੋ ਗਿਆ ਵੀ ਜਿਹੜਾ ਦਰੋਣਾਚਾਰੀ ਆ ਹੈ ਵੀ ਆ, ਉਹ ਸਾਡੇ ਲਈ ਨਾ ਵਧੀਆ ਵੀ ਨਹੀਂ ਹੋਇਆ, ਕਿਉਂਕਿ ਦਰੋਣਾਚਾਰੀ ਪਹਿਲਾਂ ਦਾ ਇਨਾਮ ਹੀ ਨਹੀਂ ਗਲਤ ਰੱਖਿਆ। ਕਿਉਂਕਿ ਜਿਹੜਾ ਉਸਤਾਦ ਆਪਣੇ ਪੱਠੇ ਨੂੰ ਨਫ਼ਰਤ ਨਾਲ ਦੇਖਦਾ, ਉਹ ਜਿੱਦਾਂ ਏਕਲਵਿਆ ਸੀ ਨਾ, ਏਕਲਵਿਆ ਉਹ ਅਰਜਨ ਨੂੰ ਜਿੱਤਣ ਵਾਲਾ ਸੀਗਾ ਹੋਇਆ ਆ। ਇਹ ਜਾਂ ਕਾਰੀਗਰ ਇਹਨੇ ਦੇਖਿਆ ਵੀ ਇਹ ਤਾਂ ਬਹੁਤ ਕਾਰੀਗਰ ਹੈ, ਕਿ ਤੂੰ ਸਿੱਖਿਆ ਕਿ ਤੂੰ, ਕਹਿੰਦਾ ਜੀ ਮੇਰੇ ਜਿਹੜੇ ਗੁਰੂ ਆ ਦਰੋਣਾਚਾਰੀ ਆ, ਕਹਿੰਦਾ ਮੈਂ ਤਾਂ ਤੈਨੂੰ ਸਿਖਾ ਲਿਆ ਹੀ ਨਹੀਂ,
ਪਰ ਕਹਿੰਦਾ ਤੁਸੀਂ ਸਿਖਾਲਿਆ ਨਹੀਂ, ਮੈਂ ਤੁਹਾਡੀ ਫੋਟੋ ਲਾ ਕੇ ਤੁਸੀਂ ਮੈਨੂੰ ਸਵੀਕਾਰ ਨਾ ਸੀ ਕੀਤਾ। ਮੈਂ ਜਿੱਥੇ ਟ੍ਰੇਨਿੰਗ ਕਰਦਾ ਸੀ ਉੱਥੇ ਜਿੱਦਾਂ ਕਹਿ ਲਓ ਬਈ ਤੁਹਾਡੀ ਫੋਟੋ ਰੱਖ ਲੈਂਦਾ ਸੀ। ਮੇਰੇ ਗੁਰੂ ਇਹ ਆ। ਉਹ ਕਹਿੰਦਾ ਫਿਰ ਇੱਕ ਤਾਂ ਇਹ ਝੂਠ ਬੋਲਿਆ, ਉਹਨਾਂ ਨੂੰ ਪਹਿਲਾਂ ਸੱਚ ਕਹਿਤਾ ਵੀ ਮੈਂ ਮੰਨ ਲਓ ਤੈਨੂੰ ਸਿਖਾਲਿਆ ਨਹੀਂ, ਫਿਰ ਮਗਰੋਂ ਨਹੀਂ ਝੂਠ ਇਹ ਬੋਲਿਆ ਦਰੋਣਾਚਾਰੀਆ ਨੇ। ਉਹ ਕਹਿੰਦਾ ਜੇ ਤਾਂ ਤੂੰ ਮੈਨੂੰ ਗੁਰੂ ਮੰਨਦਾ ਫਿਰ ਗੁਰੂ ਦਕਸ਼ਨਾ ਦਿੱਤੀ ਨਹੀਂ ਮੈਨੂੰ। ਉਹ ਦੱਸੋ ਜੀ ਹੁਣੇ ਗੁਰੂ ਦਕਸ਼ਨਾ ਦੇ ਦਿੰਦਾ। ਉਹ ਕਹਿੰਦਾ ਤੂੰ ਖੱਬੇ ਹੱਥ ਦਾ ਜਿਹੜਾ ਅੰਗੂਠਾ ਉਹ ਮੈਨੂੰ ਵੱਢ ਕੇ ਦੇ ਦੇ। ਹੁਣ ਇਹਨਾਂ ਤੇਜ਼ ਚਲਾਈਦਾ ਨਾ, ਇਹਨਾਂ ਚਲਾਈਦਾ ਨਾ, ਉਹ ਆ ਵੱਢਤਾ ਕਰਮ ਜੂ ਕਹਿੰਦੇ ਆ। ਸੋ ਇਹ ਹਾਲਾਤਾਂ ਨਾਲ ਮੈਂ ਦਰੋਣਾਚਾਰੀਆ ਮਗਰ ਬਾਹਲਾ ਪਿਆ ਵੀ ਨਹੀਂ ਹੈਗਾ। ਮੈਂ ਛੱਡੋ ਇੱਦਾਂ ਦਾ ਨਾਮ ਕੀ ਲੈਣਾ। ਫਿਰ ਜਿਹਨੀ ਲਿਆ ਆ ਉਹ ਸਾਡੇ ਪੈਰੀਂ ਹੱਥ ਲਾਉਂਦੇ ਆ, ਉਹ ਸਾਡੇ ਪੈਰੀਂ ਹੱਥ ਲਾਉਂਦੇ ਆ ਜੀ ਵੀ ਮੈਂ ਕਿਹਾ ਦਰੋਣਾਚਾਰੀਆ ਨੂੰ ਕਿਉਂਕਿ ਪੈਸੇ ਹੀ ਸੀ, ਪੈਸੇ ਸਾਡੇ ਕੋਲ ਨੂੰ ਚੰਗੇ, ਅਸੀਂ ਆਪਣੀ ਅਕੈਡਮੀ ਖੋਲ੍ਹੀ ਹੋਈ ਹੈ। ਉਹ ਕਿਸੇ ਦੀਆਂ ਗੁਲਾਮੀਆਂ ਕਰਦੇ ਆ, ਅਸੀਂ ਆਪਣੇ ਘਰ ਰਾਜੇ ਬਣੇ ਹੋ। ਇਹ ਗੱਲਾਂ ਕਰਕੇ ਮੈਂ ਖੁਸ਼ ਵੀ ਰਹਿ ਲੈਂਦਾ। ਇੱਕ ਬਾਬਾ ਸਾਹਿਬ ਵੀ ਕਹਿੰਦੇ ਆ ਵੀ ਜਾਤੀ ਫੈਕਟਰ ਬਹੁਤ ਵੱਡਾ ਫੈਕਟਰ ਹੈ ਇੰਡੀਆ ਵਿੱਚ। ਕੀ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਤਾਂ ਉਹ ਤੁਹਾਡੇ ਹੱਕ 'ਤੇ ਡਾਕਾ ਮਾਰਨਾ ਇੱਕ ਜਾਤੀ ਫੈਕਟਰ ਵੀ ਹੋ ਸਕਦੀ ਹੈ। ਹੈਗਾ ਕਿਉਂਕਿ ਹੁਣ ਜਿਹੜਾ ਇਹ ਹੋਇਆ ਮੇਨਾ ਹੋਇਆ, ਉਹ ਕਹਿੰਦੇ ਸਰਦਾਰ ਸੀ। ਕਿਉਂਕਿ ਤੁਸੀਂ ਇਹ ਨਾਮ ਸਰਦਾਰਾਂ ਲਈ ਨਹੀਂ ਰੱਖਿਆ ਹੈ, ਜਿੱਦਾਂ ਪਰਫਾਰਮਰ ਲਈ ਰੱਖਿਆ ਆ। ਪਰਫਾਰਮਰ ਸਰਦਾਰ ਵੀ ਹੋ ਸਕਦਾ, ਚਮਾਰ ਵੀ ਹੋ ਸਕਦਾ, ਠੀਕ ਹੈ ਨਾ। ਜਿਹੜਾ ਪਰਫਾਰਮਰ ਤੁਸੀਂ ਪਰਫਾਰਮੈਂਸ ਦਾ ਰੱਖਿਆ ਹੈ ਨਾ, ਤੁਸੀਂ ਸਰਦਾਰ ਦਾ ਤਾਂ ਰੱਖਿਆ ਨਹੀਂ ਹੈਗਾ। ਜਿੱਦਾਂ ਮਨਮੋਹਨ ਸਿੰਘ ਨੇ ਕਿਹਾ ਨਾ, ਮਨੋਹਰ ਸਿੰਘ ਨੇ ਕਿਹਾ ਅਖੇ ਸਾਡੇ ਸਰਦਾਰ ਨੂੰ ਪੁੱਛਿਆ ਨਹੀਂ ਕਿਸੇ ਨੇ ਵੀ ਤੁਸੀਂ ਸਰਦਾਰ ਦਾ ਸਨਮਾਨ ਕਰੋ, ਪੰਜਾਬ ਗੌਰਮੈਂਟ ਸਰਦਾਰਾਂ ਦੀ ਹੈ ਵੀ ਪੰਜਾਬ ਜਿਹੜੀ ਗੌਰਮੈਂਟ ਹੈ ਸਰਦਾਰਾਂ ਦੀ ਹੈ, ਸਰਦਾਰ ਦਾ ਸਨਮਾਨ ਕਰੋ। ਬਾਦਲ ਨੂੰ ਕਿਹਾ, ਬਾਦਲ ਨੇ ਕਰਤਾ। ਤਾਂ ਮੇਰਾ ਜਿੱਦਾਂ ਕਹਿ ਲਓ ਸਾਡੇ ਚਮਾਰ ਭਾਈ ਵੀ ਜਿੱਦਾਂ ਕਹਿ ਲਓ ਜਿਹੜੇ ਇੰਨੇ ਹੈ ਨੇ ਵੀ ਅਸੀਂ ਟੁੱਟ ਕੇ ਪੈ ਜਾਈਏ ਵੀ ਸਾਡੇ ਮੁੰਡਿਆਂ ਦਾ ਕੀਤਾ ਨਹੀਂ ਹੈਗਾ। ਜਿਹੜੇ ਸਾਡੇ ਲੀਡਰ ਆ ਉਹ ਵੀ ਇੰਨੇ ਟੁੱਟ ਕੇ ਪੈਣ ਵਾਲੇ ਹੈ ਨਹੀਂ ਵੀ ਅਸੀਂ ਮਰ ਜਿੱਦਾਂ ਕਹਿ ਲਓ ਕਹੀਏ ਵੀ ਸਾਡੇ ਨੂੰ ਕਿਉਂ ਨਹੀਂ ਕੀਤਾ। ਅਤੇ ਮੈਂ ਵੀ ਮੰਗਤਾ ਨਹੀਂ ਬਣਿਆ, ਸਿੱਧੀ ਜਿਹੜੀ ਗੱਲ ਹੈ ਵੀ ਐਵੇਂ ਦਰ ਘੁੰਮੀ ਜਾਓ। ਨਹੀਂ ਤੁਸੀਂ ਜ਼ਿਕਰ ਕੀਤਾ ਵੀ ਸੋਮ ਪ੍ਰਕਾਸ਼ ਨੂੰ ਕਿਹਾ, ਸਵਾਨਾ ਰਾਮ ਨੂੰ ਕਿਹਾ, ਪਰ ਉਹ ਕਿਤੇ ਨਾ ਕਿਤੇ ਪੰਜਾਬ ਵਿੱਚ ਵੀ ਸਰਕਾਰ ਭਾਈਵਾਲ ਸੀ ਸਵਾਰਨੇ ਹੋਣਾ ਦੀ, ਸੈਂਟਰ ਵਿੱਚ ਵੀ ਉਹ ਬੈਠੇ ਆ ਸੋਮ ਪ੍ਰਕਾਸ਼ ਹੋਣੀ। ਆਹੋ ਨਹੀਂ ਇਹ ਪਹਿਲਾਂ ਦੀਆਂ ਗੱਲਾਂ ਆ। ਸੋਮ ਪ੍ਰਕਾਸ਼ ਤਾਂ ਹੁਣ ਸੈਂਟਰ 'ਚ ਗਏ ਨਾ। ਹਾਂ, ਉਸ ਵੇਲੇ ਪੰਜਾਬ 'ਚ ਵੀ ਆ ਗਿਆ ਸੀ। ਪੰਜਾਬ ਵਿੱਚ ਹਾਂ, ਪਰ ਮਤਲਬ ਤੁਸੀਂ ਕੀ ਮੰਨ ਕੇ ਚੱਲਦੇ ਵੀ ਇਹ ਉੱਥੇ ਕਠਪੁਤਲੀਆਂ ਹੈ? ਮੈਨੂੰ ਲੱਗਦਾ, ਮੈਂ ਤਾਂ ਅਜੇ ਵੀ ਕਹਿੰਦਾ ਕਠਪੁਤਲੀ ਹੈ। ਕਿਉਂ ਜਿਹੜੀਆਂ ਤੁਹਾਡਾ ਜਿੱਦਾਂ ਕਹਿ ਲਓ ਕੋਈ ਕੁਛ ਕਰੇ ਨਹੀਂ ਸਕਦੀਆਂ, ਉਹ ਫਿਰ ਕਠਪੁਤਲੀ ਹੁੰਦੀਆਂ। ਤੁਸੀਂ ਤੁਹਾਡੇ ਹੱਕ ਵੀ ਤੁਹਾਨੂੰ ਦਵਾ ਨਹੀਂ ਸਕਦੀਆਂ। ਹੁਣ ਜੇ ਮੈਂ ਹੱਕਾਂ ਨੂੰ ਤੁਰਦਾ, ਮੇਰਾ ਕੈਰੀਅਰ ਜਿਹੜਾ ਇੱਧਰ ਦਾ ਸਟਾਰਟ ਕੀਤਾ ਇਹ ਮੇਰਾ ਖਰਾਬ ਹੋ ਜਾਣਾ। ਮੈਂ ਚਾਹੁੰਦਾ ਨਹੀਂ ਖਰਾਬ ਕਰਨਾ, ਕਿਉਂਕਿ ਮੈਂ ਜੇ ਉੱਧਰਲੀ ਲਾਈਨ 'ਤੇ ਚਲੇ ਜਾਂਦਾ, ਉੱਥੇ ਹੀ ਵਰਤ ਰੱਖ ਕੇ ਬਹਿ ਜਾਂਦਾ, ਤਾਂ ਮੈਂ ਉਹ ਚੰਗਾ ਨਹੀਂ ਸਮਝਦਾ। ਜਿਹੜੀ ਤੁਹਾਡੀ ਸੌਂਦੀ ਰੈਸਲਿੰਗ ਅਕੈਡਮੀ ਆ, ਬੱਚੇ ਆਉਂਦੇ ਆ, ਲੋਕ ਬੜੇ ਚਾਵਾਂ ਨਾਲ ਮਾਵਾਂ ਆਪਣੇ ਪੁੱਤਾਂ ਨੂੰ ਭੇਜਦੀਆਂ ਵੀ ਕਿਤੇ ਗਲਤ ਦਿਸ਼ਾ ਵਿੱਚ ਨਾ ਚੱਲ ਜਾਣ, ਬੱਚੇ ਸਾਡੇ ਜਵਾਨ ਹੋਣ, ਸਰੀਰ ਪੱਖੋਂ ਲੜਨ ਵਾਲੇ, ਘੁਲਣ ਵਾਲੇ, ਅਤੇ ਸਰੀਰ ਤਕੜਾ ਹੋਊਗਾ ਤਾਂ ਬਿਮਾਰੀਆਂ ਨਾਲ ਲੜਨ ਦੀ ਵੀ ਤਾਕਤ ਹੋਊਗੀ। ਪਰ ਇਸ ਅਕੈਡਮੀ ਨੂੰ ਸਰਕਾਰਾਂ ਤੋਂ ਤੁਸੀਂ ਡਿਮਾਂਡ ਨਹੀਂ ਕੀਤੀ ਅੱਗੇ ਵਧਾਉਣ ਲਈ, ਕਿ ਜਾਂ ਤੁਸੀਂ ਡਿਵੈਲਪ ਕਰਾਉਣ ਲਈ ਉਹਨਾਂ ਨੇ ਸੋਚਿਆ ਹੀ ਨਹੀਂ? ਉਹਨੇ ਸੋਚਿਆ ਨਹੀਂ, ਅਸੀਂ ਡਿਮਾਂਡ ਕੀਤੀ ਹੈ, ਸਾਦੇ ਰਹੇ ਹਾਂ। ਧਾਰੀਵਾਲ ਆਇਆ ਇੱਥੇ, ਸੋਮ ਪ੍ਰਕਾਸ਼ ਆਇਆ ਇੱਥੇ, ਸੱਦਿਆ ਇੱਥੇ ਟੂਰਨਾਮੈਂਟ 'ਤੇ ਕਈ ਵਾਰੀ, ਇਹ ਅਕੈਡਮੀਆਂ ਦਿਖਾ ਰਹੀਆਂ ਵੀ ਆ। ਪਰ ਇੱਕ ਵਾਰੀ ਜਿੱਦਾਂ ਸੋਮ ਪ੍ਰਕਾਸ਼ ਨੇ ਲੱਖ ਰੁਪਇਆ ਅਨਾਊਂਸ ਕੀਤਾ ਸੀ, ਉਹ ਦੇ ਵੀ ਦਿੱਤਾ ਸੀ। ਤਾਂ ਉਹ ਜਿਹੜਾ ਅਸੀਂ ਚਲੋ ਇਹ 'ਤੇ ਖਰਚ ਵੀ ਕਰ ਲਿਆ ਜਿਹੜੇ ਹਿਸਾਬ ਨਾਲ ਕਰਨਾ ਸੀ ਨਾ। ਤਾਂ ਬਾਕੀ ਜਿੱਦਾਂ ਕਹਿ ਲਓ ਜੇ ਅਸੀਂ ਕਹੀਏ ਵੀ ਮੈਂ ਤਾਂ ਉਹਨਾਂ ਨੂੰ ਇਹ ਵੀ ਕਿਹਾ, ਸੋਮ ਪ੍ਰਕਾਸ਼ ਨੂੰ ਵੀ ਕਿਹਾ ਸੀ, ਇਹਨਾਂ ਨੂੰ ਵੀ ਕਿ ਸਾਨੂੰ ਕੋਚੇ ਦੇ ਦਿਓ। ਹੁਣ ਇਹ ਮੁੰਡੇ ਆਪਣੇ ਫ੍ਰੀ ਕੰਮ ਕਰਦੇ ਨੇ, ਅਮਰੀਕ ਵੀ ਫ੍ਰੀ ਕੰਮ ਕਰਦਾ, ਰਵਿੰਦਰ ਵੀ ਫ੍ਰੀ ਕੰਮ ਕਰਦਾ। ਅਮਰੀਕ ਦਾ ਵਿਚਾਰਾ ਇੱਦਾਂ ਵੀ ਜਿੱਦਾਂ ਕਹਿ ਲਓ ਉਹਦੀ ਕੋਈ ਗੌਰਮੈਂਟ ਜੋਬ ਵੀ ਨਹੀਂ, ਇਹਦੀ ਰਵਿੰਦਰ ਦੀ ਤਾਂ ਫੇਰ ਵੀ ਗੌਰਮੈਂਟ ਜੋਬ ਸੀ, ਇਹਨੂੰ ਪੈਨਸ਼ਨ ਮਿਲਦੀ ਆ। ਤੋ ਇਹ ਜਿਹੜੀਆਂ ਗੱਲਾਂ ਆ ਜਿੱਦਾਂ ਕਹਿ ਲਓ ਕਾਫੀ ਸਾਨੂੰ ਦੁੱਖ ਤਾਂ ਦਿੰਦੀਆਂ, ਪਰ ਅਸੀਂ ਕਰ ਵੀ ਨਹੀਂ ਸਕਦੇ ਕੁਝ। ਤੁਹਾਡੀ ਪੜ੍ਹਾਈ ਲਿਖਾਈ ਜਰਮਨ ਤੋਂ ਹੋਈ ਆ, ਉਹਦੇ ਬਾਰੇ? ਉਹ ਡਿਪਲੋਮਾ ਜਿਹੜਾ ਮੈਂ ਕੀਤਾ ਨਾ ਉਹ ਜਰਮਨ ਤੋਂ ਕੀਤਾ। ਉਹ ਜਿੱਦਾਂ ਤੁਹਾਨੂੰ ਦੱਸਿਆ ਮੈਂ 75 'ਚ ਗਿਆ ਸੀ ਉੱਥੇ। 75 ਦੇ ਵਿੱਚ ਜਿਹੜਾ ਕੋਰਸ ਸੀ ਰੈਸਲਿੰਗ ਦਾ, ਰੈਸਲਿੰਗ ਦੇ ਨਾਲ ਹੋਰ ਜਿਹੜੇ ਅਲਾਈਡ ਸਬਜੈਕਟ ਆ, ਸਪੋਰਟਸ ਸਾਇੰਸਿਸ ਸੀ, ਉਹ ਮਤਲਬ ਜਿੱਦਾਂ ਕਹਿ ਲਓ ਡਿਵੈਲਪਮੈਂਟ ਸਾਡੇ ਹਿੰਦੁਸਤਾਨ ਨਾਲੋਂ ਬਹੁਤ ਜ਼ਿਆਦਾ ਸੀ ਡਿਵੈਲਪਮੈਂਟ ਉਹਦੀ। ਕਿਉਂਕਿ ਇੱਥੇ ਅਸੀਂ ਸਪੋਰਟਸ ਬਾਇਓਲੋਜੀ, ਸਪੋਰਟਸ ਸਾਈਕੋਲੋਜੀ, ਇਹ ਸਾਰੇ ਜਿਹੜੇ ਸਪੋਰਟਸ ਦੀਆਂ ਐਲੀਟ ਸਾਇੰਸਿਸ ਹੀ ਹੈ ਨਾ, ਉਹ ਵੀ ਸਾਨੂੰ ਪੜ੍ਹਾਈਆਂ ਜਾਂਦੀਆਂ ਸੀ। ਅਤੇ ਜਿਹੜੀ ਟੈਕਨੀਕ ਸੀ ਇਹ ਵੀ ਕਾਫੀ ਐਡਵਾਂਸ ਸੀ। ਉੱਥੇ ਵੀ ਮੈਂ ਆਪਣੇ ਕੋਰਸ ਦੇ ਵਿੱਚੋਂ ਉਹ ਇੰਟਰਨੈਸ਼ਨਲ ਕੋਚਾਂ ਦਾ ਹੁੰਦਾ ਸੀ, ਉਹ ਤਕਰੀਬਨ ਉਹ ਸਾਰੀ ਦੁਨੀਆ ਦੇ ਵਿੱਚੋਂ ਤੇ ਕੋਰਸ ਕਰਨ ਆਉਂਦੇ ਸੀ। ਉੱਥੇ ਵੀ ਮੇਰਾ ਜਿਹੜਾ ਰੈਂਕ ਸੀ ਪਹਿਲੇ ਨੰਬਰ 'ਤੇ ਆਇਆ ਸੀ ਮੈਂ। ਉਹ ਜਿਹੜਾ ਸਾਡਾ ਟੀਚਰ ਸੀ ਨਾ, ਹੈੱਡ ਕੋਚ ਸੀ, ਉਹ ਬੜਾ ਖੁਸ਼ ਹੁੰਦਾ ਸੀ, ਪਿਆਰਿਆ
ਯੂ ਆਰ ਡੂਇੰਗ ਵੈਰੀ ਵੈਲ, ਕਿਉਂਕਿ ਅਸੀਂ ਇੱਥੋਂ ਵੀ ਕਰਕੇ ਗਏ, ਬਾਕੀ ਦੇਸ਼ਾਂ ਦੇ ਵਿੱਚ ਸ਼ਾਇਦ ਉਹ ਕੋਰਸ ਹੁੰਦੇ ਨਾ ਸੀ, ਸਾਡੇ ਮੁਲਕ 'ਚ ਹੁੰਦਾ ਸੀ। ਇਸ ਕਰਕੇ ਅਸੀਂ ਬਾਕੀ ਮੁਲਕਾਂ ਨਾਲੋਂ ਕਾਫੀ ਸਿਆਣੇ ਸੀ ਇਸ ਫੀਲਡ ਦੇ ਵਿੱਚ। ਇੱਥੋਂ ਅਸੀਂ ਕਾਫੀ ਸਿੱਖ ਚੁੱਕੇ ਸੀ ਪਹਿਲਾਂ, ਉਹ ਇਸ ਕਰਕੇ ਸਾਨੂੰ ਉਹ ਜ਼ਿਆਦਾ ਔਖਾ ਨਹੀਂ ਲੱਗਾ। ਬੈਡਮਿੰਟਨ ਦੇ ਮੁਕਾਬਲੇ ਰੈਸਲਿੰਗ ਜਾਂ ਬਾਕੀ ਖੇਡਾਂ ਦੇ ਮੁਕਾਬਲੇ ਰੈਸਲਿੰਗ ਦਾ ਭਵਿੱਖ ਕੀ ਹੈ? ਨਹੀਂ, ਰੈਸਲਿੰਗ ਦਾ ਭਵਿੱਖ ਤਾਂ ਦੇਖੋ, ਜੇ ਆਪਾਂ ਸਹੀ ਕਹੀਏ ਨਾ, ਇਸ ਵੇਲੇ ਜਿਹੜੀ ਹੁਣ ਜਿੱਦਾਂ ਮੈਂ ਤੁਹਾਨੂੰ ਦੱਸਦੇ ਹਾਂ 2008 ਤੋਂ ਲੈ ਕੇ ਹਰੇਕ ਓਲੰਪਿਕ ਦੇ ਵਿੱਚ ਰੈਸਲਿੰਗ ਦਾ ਮੈਡਲ ਆਉਂਦਾ ਰਿਹਾ। ਇਹਦਾ ਮਤਲਬ ਇਹਦਾ ਫਿਊਚਰ ਹੈਗਾ ਤਾਂ ਆਉਂਦਾ ਨਾ। ਤੁਸੀਂ ਆਪਣੇ ਸ਼ਾਗਿਰਦਾਂ ਦੇ ਨਾਂ ਗਿਣਾਤੇ, ਪਰ ਕੋਚਿੰਗ ਤੁਸੀਂ ਕੁੜੀਆਂ ਨੂੰ ਵੀ ਦਿੱਤੀ ਹੈ। ਕੁੜੀਆਂ ਵਿੱਚ ਕਿਹੜੀਆਂ ਫੇਮਸ ਹਸਤੀਆਂ ਰਹੀਆਂ? ਕੁੜੀਆਂ ਦੇ ਵਿੱਚ ਵੀ ਜਿਹੜੀ ਸਾਕਸ਼ੀ ਮਲਿਕ ਦਾ 2016 'ਚ ਮੈਡਲ ਆਇਆ, ਉਹ ਵੀ ਮੇਰੇ ਕੋਲ ਸਟੂਡੈਂਟ ਰਹੀ ਹੈ, ਇੱਥੇ ਫੋਟੋ ਲੱਗੀ ਉਹਦੀ ਵੀ। ਅਤੇ ਬਾਕੀ ਜਿਹੜੀ ਫਿਲਮ ਦੰਗਲ ਸੀ ਨਾ, ਉਹ ਸੀਗੀਆਂ ਕੁੜੀਆਂ ਦੋ ਇੱਥੇ ਹੈਗੀਆਂ, ਫੋਗਟ ਸਿਸਟਰ ਉਹਨਾਂ ਨੂੰ ਕਹਿੰਦੇ ਸੀ। ਅਤੇ ਉਹਨਾਂ ਦਾ ਜਿਹੜਾ ਫਾਦਰ ਸੀ ਉਹ ਵੀ ਪਹਿਲਵਾਨ ਸੀ, ਹਰਿਆਣੇ ਤੋਂ। ਇਹ ਭਵਾਨੀ ਜ਼ਿਲ੍ਹੇ 'ਚ ਪੈਂਦਾ ਸੀ ਇਹਨਾਂ ਦਾ ਪਿੰਡ। ਤਾਂ ਉਹਨੂੰ ਆਪਣੀਆਂ ਕੁੜੀਆਂ ਨੂੰ ਨਾ ਮਿੱਟੀ ਦੇ ਜ਼ੋਰ ਕਰਾਉਣੇ, ਮਿੱਟੀ 'ਚ ਹੀ, ਅਤੇ ਮਿੱਟੀ 'ਚ ਜਿਹੜੇ ਦੰਗਲ ਹੁੰਦੇ ਇਹ ਲੜਾਉਣੇ। ਫਿਰ ਉਹ ਕੁੜੀਆਂ ਚੰਗੀਆਂ ਹੋਈਆਂ ਕੈਂਪਾਂ 'ਚ ਉਹਨਾਂ ਦਾ ਕਾਫੀ ਸੁਧਾਰ ਹੋ ਗਿਆ। ਉਹ ਕਾਮਨਵੈਲਥ ਖੇਡਾਂ ਦੇ ਵਿੱਚ ਉਹਨਾਂ ਦੇ ਮੈਡਲ ਵੀ ਆਏ, ਇਨਾਮ ਵੀ ਚੰਗੇ ਹਾਸਲ ਕੀਤੇ ਉਹਨੇ। ਫਿਰ ਉਹ ਜਿੱਦਾਂ ਕਹਿ ਲਓ ਜਿਹੜਾ ਅਮੀਰ ਖਾਨ ਸੀ ਨਾ, ਉਹਨ ਪੇ ਨੂੰ ਮੁੱਖ ਰੱਖ ਕੇ, ਵੀ ਪੇ ਇੱਦਾਂ ਦੇ ਵੀ ਹੁੰਦੇ ਜਿਹੜੇ ਆਪਣੀ ਕੁੜੀਆਂ ਨੂੰ ਕਈ ਤਾਂ ਬਾਹਰ ਨਹੀਂ ਕੱਢਦੇ ਨਾ, ਵੀ ਉਸ ਪੇ ਨੇ ਆਪਣੀ ਕੁੜੀਆਂ ਨੂੰ ਤਿਆਰ ਕਰਕੇ ਮੁੰਡਿਆਂ ਨਾਲ ਕੁਸ਼ਤੀਆਂ ਵੀ ਕਰਾਈਆਂ। ਉਹਦੇ ਫਿਲਮ ਬਣਾਉਣ ਦਾ ਜ਼ਿਆਦਾ ਜਿਹੜਾ ਸ਼ੀਰਸ਼ਕ ਸੀ ਨਾ, ਉਹ ਇਹੀ ਸੀ ਵੀ ਪੇ ਇੱਦਾਂ ਦੇ ਵੀ ਹੁੰਦੇ ਆ ਜਿਹੜੇ ਆਪਣੀਆਂ ਕੁੜੀਆਂ ਨੂੰ ਕਿਸੇ ਲੈਵਲ ਤੱਕ ਲਿਜਾਣਾ ਚਾਹੁੰਦੇ ਆ, ਉਹ ਲੈਵਲ ਤੱਕ ਲੈ ਵੀ ਗਏ। ਅੱਜ ਕੱਲ੍ਹ ਸਿੱਧੂ ਮੂਸੇਵਾਲੇ ਕਤਲकांड ਨੂੰ ਲੈ ਕੇ ਆਪਾਂ ਕਰ ਸਕਦੇ ਹਾਂ, ਗੈਂਗਵਾਰ ਦਾ ਸ਼ਿਕਾਰ ਹੋ ਗਿਆ। ਲੇਕਿਨ ਭਲਵਾਨੀ ਵਿੱਚ ਜਾਂ ਪਹਿਲਵਾਨੀ ਵਿੱਚ ਤਾਂ ਰੈਸਲਿੰਗ ਵਿੱਚ ਤਾਂ ਪਹਿਲਾਂ ਹੀ ਚੱਲਦੀ ਹੈ ਗੈਂਗਵਾਰ। ਇਹ ਕਿਉਂ? ਦਿੱਲੀ ਹਰਿਆਣੇ ਤੋਂ ਖਬਰਾਂ ਅਕਸਰ ਮਾੜੀਆਂ ਹੁੰਦੀਆਂ। ਦੇਖੋ, ਗੈਂਗਵਾਰ ਜਿਹੜੀ ਆ ਇਹ ਹੁਣ ਜੇ ਆਪਾਂ ਸਹੀ ਦੇਖੀਏ, ਕਹਿੰਦੇ ਜਿੱਦਾਂ ਆਮ, ਤੁਸੀਂ ਵੀ ਪਰਮਜੀਤ ਵੀ ਇਸ ਗੱਲ ਦੇ ਹੱਕ 'ਚ ਹੋਊਗਾ ਜਿਹੜੀ ਗੱਲ ਮੈਂ ਕਹਿਣ ਲੱਗਾ, ਵੀ ਗੈਂਗਸਟਰ ਜਿਹੜੇ ਆ ਇਹ ਜੰਮਦੇ ਨਹੀਂ ਹੈਗੇ, ਇਹਨਾਂ ਨੂੰ ਹਾਲਾਤ ਬਣਾਉਂਦੇ ਗੈਂਗਸਟਰ। ਹੁਣ ਸਾਡੇ ਸੁਸ਼ੀਲ ਕੁਮਾਰ, ਉਹ ਮਤਲਬ ਇੰਨਾ ਜੈਂਟਲ ਸੀ, ਤਾਂ ਕੀ ਪਤਾ ਉਹਦਾ ਵੀ ਕਿੱਦਾਂ ਦੀ ਗੱਲ ਹੋਈ ਆ, ਕਿੱਦਾਂ ਦੀ, ਜਿਹੜਾ ਅਸੀਂ ਪਤਾ ਨਹੀਂ ਸਾਨੂੰ। ਉਹਨੂੰ ਮੈਂ ਕਮਰੇ 'ਚੋਂ ਬਾਹਰ ਕੱਢਾ, ਮੈਂ ਬਾਹਰ ਫਿਰਿਆ ਤੁਰਿਆ ਕਰ। ਉਹਦਾ ਕੀ ਕੰਮ ਸੀ? ਖਾੜੇ 'ਚ ਮਿਹਨਤ ਲਾਉਣੀ ਅਤੇ ਮਿਹਨਤ ਲਾ ਕੇ ਸੌਂ ਜਾਣਾ, ਤਾਂ ਜਾਂ ਮਾੜਾ ਮੋਟਾ ਰਾਗੜੀਆਂ ਸੁਣੀ ਜਾਣੀ ਜਿਹੜੀਆਂ ਹਰਿਆਣੇ ਵਾਲੇ ਸੁਣਦੇ ਹੁੰਦੇ ਆ। ਮਤਲਬ ਬਹੁਤ ਜ਼ਿਆਦਾ ਸ਼ਰੀਫ ਸੀ, ਬਹੁਤ ਜ਼ਿਆਦਾ। ਦੁਨੀਆਦਾਰੀ ਤੋਂ ਘੱਟ ਮੁੰਡਿਆਂ ਦਾ ਉੱਦਾਂ ਤਾਂ ਬੋਲਚਾਲ ਚੰਗੀ ਹੁੰਦੀ, ਮੁੰਡਿਆਂ ਨਾਲ ਵਧੀਆ ਹੁੰਦੀ, ਇੱਦਾਂ ਦੀ ਗੱਲ ਨਹੀਂ। ਪਰ ਉਹਦਾ ਇੱਧਰਲੇ ਪਾਸੇ ਕਦੇ ਹੈ ਹੀ ਨਾ, ਸੁਣਿਆ ਵੀ ਨਾ ਸੀ ਕਦੇ। ਜਿਸ ਵੇਲੇ ਅਸੀਂ ਓਲੰਪਿਕ 'ਚ ਗਏ ਵੀ ਹਾਂ, ਤਾਂ ਇੱਕ ਮੇਰਾ ਉਸਤਾਦ ਸੀ ਬੀਬੀ ਭਗਵਤ, ਜਿਹੜੇ ਮੇਰੇ ਤੋਂ ਪਹਿਲਾਂ ਚੀਫ ਕੋਚ ਰਹੇ। ਉਹ ਮੈਨੂੰ ਕਹਿੰਦੇ, ਪਿਆਰਾ ਦੇਖੋ, ਜੇ ਮੈਡਲ ਆਉਣਾ ਵੀ ਹੋਇਆ ਨਾ ਇੰਡੀਆ ਦਾ, ਉਹਦਾ ਆਉਣਾ ਜਿਹੜਾ ਆਪਣੇ ਤੋਂ 2 ਵੇਟ ਕੈਟਾਗਰੀਆਂ ਉਹ 'ਤੇ ਬੰਦਿਆਂ ਨੂੰ ਹਰਾਉਂਦਾ ਹੋਵੇ। ਇਹ ਸੁਸ਼ੀਲ ਸੀਗਾ ਉੱਦਾਂ ਦਾ, ਅਤੇ ਮੈਂ ਸੁਸ਼ੀਲ ਹੈ ਜੀ। ਵੀ ਕਹਿੰਦੇ ਇਤਿਹਾਸ ਰੱਖੀ ਜਾ ਸੀ, ਕਿਉਂਕਿ ਉਸ ਵੇਲੇ ਦਾ ਜਿਹੜਾ ਹਿਸਾਬ ਤਾਂ ਵਧੀਆ ਸੀ। ਅਤੇ ਉਹੀ ਗੱਲ ਬਣੀ ਜਿਹੜੀ ਇਹ ਸੋਚਦੇ ਸੀ, ਵੀ ਜਿਹੜਾ ਇਸ ਮੁੰਡੇ ਨੂੰ ਹਰਾ ਸੋ ਚੰਗਾ ਹੋਣਾ ਤਾਂ ਹਰਾਇਆ, ਅਦਰਵਾਈਜ਼ ਕੋਈ ਏਡੀ ਗੱਲ ਨਾ ਸੀ। ਫਿਰ ਮਤਲਬ ਜਿੱਦਾਂ ਕਿ ਜਿਸ ਵੇਲੇ ਦਾ ਮੈਡਲ ਆ ਗਿਆ, ਅਸੀਂ ਖੁਸ਼ ਵੀ ਹੋ ਗਏ। ਅਤੇ ਹਿੰਦੁਸਤਾਨ ਦੇ ਵਿੱਚ ਬੜੀ ਖੁਸ਼ੀ, 55 ਸਾਲਾਂ ਬਾਅਦ ਇਹ ਸੁਸ਼ੀਲ ਮੈਡਲ ਜਿੱਤ ਗਿਆ। ਇਹ ਬੜੀ ਖੁਸ਼ੀ ਦੀ ਗੱਲ ਸੀ। ਅਤੇ ਉਹ ਤੋਂ ਬਾਅਦ ਜਿੱਦਾਂ ਕਿ ਸਾਡੇ ਲਈ ਹੋਰ ਖੁਸ਼ੀ ਦੀ ਗੱਲ ਹੋ ਗਈ ਵੀ ਹਰੇਕ ਸਾਲ ਰੈਸਲਿੰਗ ਦਾ ਮੈਡਲ ਜ਼ਰੂਰ ਆਉਂਦਾ ਰਿਹਾ। 12 ਦੇ ਵਿੱਚ 2 ਮੈਡਲ ਆ ਗਏ, ਯੋਗੇਸ਼ਵਰ ਦੱਤ ਦਾ ਅਤੇ ਸੁਸ਼ੀਲ ਦਾ। 16 ਦੇ ਵਿੱਚ ਸਾਕਸ਼ੀ ਮਲਿਕ ਕੁੜੀ ਦਾ ਆ ਗਿਆ, ਅਤੇ ਹੁਣ 20 ਦੇ ਵਿੱਚ ਜਿਹੜੀ ਆ ਹੋਈ ਤਾਂ 21 'ਚ ਹੈ, ਇਹਦੇ ਵਿੱਚ ਵੀ ਸਾਡੇ 2 ਮੈਡਲ ਆ ਗਏ। ਇੱਕ ਮੁੰਡੇ ਰਵੀ ਦਾ ਆਇਆ, ਇੱਕ ਬਜਰੰਗ ਦਾ ਆ ਗਿਆ। ਕਿਉਂਕਿ ਰੈਸਲਿੰਗ ਦੀ ਪਰਫੋਰਮੈਂਸ ਤਾਂ ਗਾਹਾਂ ਟਿਕੀ ਨਹੀਂ, ਵਧੀ ਆ। ਇਹਦੀ ਸਾਨੂੰ ਖੁਸ਼ੀ ਆ। ਖਿਡਾਰੀਆਂ ਵਿੱਚ ਸਟੀਰਾਇਡ ਜਿਹੜੇ ਯੂਜ਼ ਕਰਦੇ ਆ, ਉਹਨੂੰ ਤੁਸੀਂ ਕਿੰਨਾ ਕੁ ਮੰਨਦੇ ਵੀ ਕੀ ਵਾਕਿਆ ਸੱਚਾਈ ਆ? ਦੇਖੋ, ਸਟੀਰੋਇਡ ਵਰਤਦੇ ਆ। ਇੱਕ ਤਾਂ ਜਿੱਦਾਂ ਕਹਿ ਲਓ ਜਿਹੜੇ ਸਟੀਰੋਇਡ ਆਏ ਆ ਨਾ, ਜਾਂ ਸਟੀਰੋਇਡ ਕਹਿ ਲਓ, ਜਾਂ ਆਪਾਂ ਸਾਡੇ ਤਾਂ ਇੱਦਾਂ ਕਹਿੰਦੇ ਹੁੰਦੇ ਸੀ ਇਹਨੂੰ ਸਪਲੀਮੈਂਟ, ਫੂਡ ਸਪਲੀਮੈਂਟ, ਜਿਹੜਾ ਅਸਲੀ ਨਾਮ ਸੀ ਫੂਡ ਸਪਲੀਮੈਂਟ। ਸ਼ੁਰੂ ਹੋਇਆ ਫੂਡ ਸਪਲੀਮੈਂਟ ਤੋਂ, ਵੀ ਜਿਹੜੀਆਂ ਕੁਛ ਜਿੱਦਾਂ ਕੰਟੈਂਟਸ ਆ ਫੂਡ ਦੇ, ਜਿਹੜੇ ਸਾਨੂੰ ਰੋਟੀ 'ਚੋਂ, ਦਾਲ 'ਚੋਂ, ਜਾਂ ਜਿਹੜਾ ਖਾਂਦੇ ਪੀਂਦੇ ਦੁੱਧ 'ਚੋਂ ਨਹੀਂ ਮਿਲ ਸਕਦੇ,
ਉਹਨਾਂ ਦੇ ਆਧਾਰ 'ਤੇ ਫੂਡ ਸਪਲੀਮੈਂਟ ਤਿਆਰ ਕੀਤੇ ਸਪੋਰਟ ਸਾਇੰਸ ਦੇ ਨੇ। ਉਹ ਜਿਹੜੇ ਫੂਡ ਸਪਲੀਮੈਂਟ ਤਿਆਰ ਕੀਤੇ ਉਹਨਾਂ ਦੀ ਜਿੱਦਾਂ ਕਿ ਲਓ ਜਿਹੜਾ ਸਾਡਾ ਬਿਜ਼ਨਸ ਚੱਲਦਾ ਉਹ ਬਿਜ਼ਨਸ ਨੂੰ ਵਧਾਉਣ ਦੇ ਲਈ ਫਿਰ ਜਿੱਦਾਂ ਕਿ ਲਓ ਬੜੇ ਕਾਰੇ ਕਰਦੇ ਕਾਰੇ ਹੁੰਦੇ ਹਰੇਕ ਬਿਜ਼ਨਸ ਲਈ। ਉਹ ਜਿਹੜੇ ਫੂਡ ਸਪਲੀਮੈਂਟ ਸੀ ਉਹਨਾਂ ਦੀ ਬੜੀ ਜਿੱਦਾਂ ਕਿ ਲਓ ਰੌਲਾ ਪੈਣ ਲੱਗ ਪਿਆ। ਉਹ ਮੁੰਡੇ ਲੈਣ ਵੀ ਲੱਗੇ। ਮੋਸਟਲੀ ਜਿਹੜੇ ਸਾਡੇ ਭਲਵਾਨ ਸੀ ਇਹ ਲੈਂਦੇ ਹੁੰਦੇ ਸੀ ਪ੍ਰੋਟੀਨ ਜਾਂ ਕੋਈ ਮਿਨਰਲਸ ਹੁੰਦੇ ਸੀ ਜਿਹੜੇ ਸਰੀਰ ਨੂੰ ਜ਼ਰੂਰਤ ਹੁੰਦੀ ਸੀ ਉਹੀ ਜ਼ਿਆਦਾ ਲੈਂਦੇ ਸੀ। ਫਿਰ ਸਟੀਰੋਇਡ ਜਿਹੜੇ ਆ ਸਾਡੇ ਭਲਵਾਨਾਂ ਦੇ ਵਿੱਚ ਆਏ ਹੈਗੇ ਆ ਲੇਕਿਨ ਘੱਟ ਆਏ ਆ। ਜਿਹੜੀਆਂ ਈਵੈਂਟਸ ਐਂਡਿਊਰੈਂਸ ਵਾਲੀਆਂ ਹੁੰਦੀਆਂ ਨਾ ਅਤੇ ਸਪੀਡ ਵਾਲੀਆਂ ਹੁੰਦੀਆਂ, ਸਪੀਡ ਵਾਲਿਆਂ ਲਈ ਜਿਹੜੇ ਸਟੀਰੋਇਡ ਇਹ ਜ਼ਿਆਦਾ ਕੰਮ ਕਰਦੇ ਆ। ਜਿਹੜੇ ਐਂਡਿਊਰੈਂਸ ਵਾਲੀਆਂ ਆ ਇਹਨਾਂ ਦੇ ਵਿੱਚ ਉਹ ਜ਼ਿਆਦਾ ਕੰਮ ਨਹੀਂ ਕਰਦੇ। ਸਾਡੀ ਜਿਹੜੀ ਰੈਸਲਿੰਗ ਐਕਟੀਵਿਟੀ ਸੀ ਇਹ ਸਟਰੈਂਥ ਐਂਡਿਊਰੈਂਸ ਵਾਲੀ ਸੀ। ਇਹਦੇ ਵਿੱਚ ਬਹੁਤ ਘੱਟ ਯੂਜ਼ ਹੁੰਦੇ ਸੀ ਪਰ ਫਿਰ ਉਹਨੇ ਉੱਦਾਂ ਦੇ ਵੀ ਤਿਆਰ ਕਰ ਲਏ। ਜਿਹੜਾ ਬਿਜ਼ਨਸ ਆ ਬਿਜ਼ਨਸ ਦੇ ਵਿੱਚ ਉਹਨੇ ਉੱਦਾਂ ਦੇ ਵੀ ਤਿਆਰ ਕਰ ਲਏ ਜਿਹੜੇ ਐਂਡਿਊਰੈਂਸ ਵੇਲੇ ਵੀ ਕੰਮ ਆ ਜਾਂਦੇ ਆ। ਇਸ ਕਰਕੇ ਚੱਲੇ ਹੈਗੇ ਆ ਲੇਕਿਨ ਫਿਰ ਵੀ ਇਹ ਤਕਰੀਬਨ ਜਿਹੜਾ ਸਾਡੇ ਇੱਕ ਬਾਡਾ ਆ ਕਨਾਡਾ ਆ। ਬਾਡਾ ਹੈਗੀ ਵਰਲਡ ਐਂਟੀ ਡੋਪਿੰਗ ਏਜੰਸੀ, ਇੱਦਾਂ ਨਾਡਾ ਦੀ ਨੈਸ਼ਨਲ ਦੀ ਆ। ਇਹ ਹੁਣ ਨਾਡਾ ਵਾਲੇ ਜਿਹੜੇ ਆ ਇਹ ਵੀ ਇਹਨਾਂ ਦੇ ਨੈਸ਼ਨਲ ਚੈਂਪੀਅਨਸ਼ਿਪ ਲਈ ਟੈਸਟ ਲੈ ਲੈਂਦੇ ਆ ਅਤੇ ਟੈਸਟ ਜਿਹੜੇ ਆ ਫਿਰ ਉਹ ਹੀ ਦਿੰਦੇ ਆ ਜਿਹਨਾਂ ਨੂੰ ਪਤਾ ਹੁੰਦਾ ਵੀ ਸਾਡੇ ਉੱਥੇ ਟੈਸਟ ਹੋਣੇ ਆ। ਜੇ ਅਸੀਂ ਪਹਿਲਾਂ 4 ਨੰਬਰਾਂ 'ਚ ਆਏ ਜਾਂ ਕਿਤੇ ਇੱਕ ਟੈਸਟ ਉਹ ਕਿਤੇ ਵੀ ਲੈ ਸਕਦੇ ਆ, ਕਿਤੇ ਵੀ ਲੈ ਸਕਦੇ, ਖਾਣਿਆਂ ਜਾ ਕੇ ਇੱਥੇ ਆ ਕੇ ਵੀ ਲੈ ਸਕਦੇ ਆ। ਤਾਂ ਉਹ ਵੀ ਸ਼ੁਰੂ ਕਰਤੇ। ਉਹਨਾਂ ਤੋਂ ਬਚਣ ਦੇ ਲਈ ਤੇ ਇਹ ਮਤਲਬ ਥੋੜ੍ਹਾ ਜਿਹਾ ਹੋ ਗਿਆ। ਹੁਣ ਜਿਹੜੀ ਛਿੰਝਾਂ ਆ ਜਾਂ ਕਬੱਡੀ ਸੀ ਇਹਨਾਂ ਦੇ ਵਿੱਚ ਟੈਸਟ ਨਾ ਸੀ ਹੁੰਦੇ। ਹੁਣ ਛਿੰਝਾਂ ਦੇ ਵੀ ਜਿਹੜੇ ਸਾਡੇ ਛਿੰਝਾਂ ਘੁਲਦੇ ਆ ਇਹਨਾਂ 'ਚ ਟੈਸਟ ਹੈ ਨਹੀਂ। ਇਹ ਖਾ ਵੀ ਲੈਣ ਤਾਂ ਇਹਨਾਂ ਨੂੰ ਕੋਈ ਖਤਰਾ ਨਹੀਂ ਹੁੰਦਾ। ਹੁਣ ਸਾਡੇ ਜਿਹੜੇ ਮੈਟ 'ਤੇ ਆ ਇਹਨਾਂ ਨੂੰ ਇਹ ਖਤਰਾ ਹੁੰਦਾ ਵੀ ਜੇ ਅਸੀਂ ਖਾਧਾ ਤਾਂ ਫੜ ਹੋ ਗਏ ਤਾਂ ਸਾਨੂੰ 64 ਸਾਲ ਲਈ ਵੀ ਕੱਢ ਸਕਦੇ, 8 ਸਾਲ ਲਈ ਵੀ ਕੱਢ ਸਕਦੇ, ਪੂਰੀ ਉਮਰ ਲਈ ਵੀ ਕੱਢ ਸਕਦੇ। ਇਸ ਕਰਕੇ ਜਿਹੜੇ ਮੈਟ ਵਾਲੇ ਆ ਇਹਨਾਂ ਦਾ ਜਿਹੜਾ ਪ੍ਰਯੋਗ ਆ ਮਤਲਬ ਜਿੱਦਾਂ ਕਹਿ ਲਓ ਮਿਨੀਮਮ ਕਰਦੇ ਮੈਂ ਕਹਿੰਦਾ ਵੀ ਕਰਦੇ ਜ਼ਰੂਰ ਹੋਊਗੇ ਕਿਉਂ ਸਾਡੇ ਵੀ ਉੱਥੇ ਟੈਸਟ ਹੁੰਦੇ ਆ। ਜਿਹੜਾ ਫੂਡ ਖਾਂਦੇ ਉਹਦੇ ਵੀ ਟੈਸਟ ਹੁੰਦੇ। ਫੂਡ ਸਪਲੀਮੈਂਟ ਅਸੀਂ ਆਪ ਜਾ ਕੇ ਚੈੱਕ ਕਰਦੇ ਹਾਂ ਫੂਡ ਸਪਲੀਮੈਂਟ ਕਿਹੜੀਆਂ ਚੀਜ਼ਾਂ ਇਹਦੇ ਕੋਲ ਹੈਗੀਆਂ। ਅਸੀਂ ਆਪ ਇਹਨਾਂ ਦੇ ਕਮਰਿਆਂ ਜਾ ਕੇ ਚੈੱਕ ਕਰਦੇ ਹੁੰਦੇ ਸੀ ਬਿਨਾਂ ਤੋਂ ਬਚਾਉਣ ਦੇ ਲਈ। ਦੰਗਲ ਫਿਲਮ ਵੇਲੇ ਮੀਡੀਆ ਤੁਹਾਨੂੰ ਵੀ ਫੋਕਸ ਕਰਦਾ ਰਿਹਾ ਅਤੇ ਕਾਫੀ ਫੋਨ ਵੀ ਆਉਂਦੇ ਰਹੇ ਅਤੇ ਜਾਂ ਦੰਗਲ ਫਿਲਮ ਦੀ ਜਿਹੜੀ ਉਹਨਾਂ ਦਾ ਜਿਹੜੀ ਟੀਮ ਸੀ ਕੀ ਉਹਨਾਂ ਵੱਲੋਂ ਤੁਹਾਡੇ ਨਾਲ ਕੋਈ ਰਾਬਤਾ ਕਾਇਮ ਕੀਤਾ ਗਿਆ? ਹਾਂ ਕੀਤਾ ਗਿਆ। ਇਹਨਾਂ ਵੱਲੋਂ ਜਿੱਦਾਂ ਗੱਲ ਈਵਨ ਇਹਦਾ ਫੋਨ ਆਇਆ ਸੀ ਕੀ ਇਹਦਾ ਨਾਮ ਅਮੀਰ ਖਾਨ ਦਾ। ਹਾਂ ਉਹ ਕਹਿੰਦਾ ਵੀ ਦੇਖੋ ਗੱਲ ਇੱਦਾਂ ਸੀ ਇਹ ਜਿਹੜਾ ਸਾਡਾ ਬਾਇਓਪਿਕ ਕਹਿੰਦੇ ਇਹਨੂੰ ਫਿਲਮ ਬਾਇਓਪਿਕ ਉਹ ਬਾਇਓਪਿਕ ਦੇ ਵਿੱਚ ਸਾਨੂੰ ਕਈ ਵਾਰੀ ਇਹ ਗੱਲਾਂ ਐਡ ਕਰਨੀਆਂ ਪੈਂਦੀਆਂ। ਹੁਣ ਸਾਰੀਆਂ ਝੂਠੀਆਂ ਸੀਆਂ ਗੱਲਾਂ ਜਿਹੜੀਆਂ ਉਹਨੇ ਕੋਚ ਤੋਂ ਕਰਾਈਆਂ ਸੀ ਉੱਥੇ। ਅੱਛਾ। ਜਿਹੜਾ ਮਤਲਬ ਫਿਲਮ ਦੇ ਵਿੱਚ ਕੋਚ ਸੀ ਤਾਂ ਉਹਦੇ ਵਿੱਚ ਇੱਦਾਂ ਵੀ ਕਿਹਾ ਵੀ ਜਿਹੜਾ ਕੋਚ ਸੀਗਾ ਉਹ ਜਿੱਦਾਂ ਟ੍ਰੇਨਡ ਕਰਾਉਣੀ ਚਾਹੁੰਦਾ ਸੀ ਉਹ ਮਤਲਬ ਆਪਣੇ ਐਡਵਾਂਸ ਟ੍ਰੇਨਿੰਗ ਟੈਕਨੀਕ ਕਰਾਉਂਦਾ ਸੀ। ਉਹਦਾ ਪੇ ਕਹਿੰਦਾ ਵੀ ਇਹਨਾਂ ਦਾ ਫਾਇਦਾ ਨਹੀਂ ਕੋਈ ਵੀ, ਜਦ ਕਿ ਇੱਦਾਂ ਦੀ ਗੱਲਬਾਤ ਹੋਈ ਨਾ ਸੀ। ਪੇ ਬਹੁਤ ਭਲਾ ਮਾਨ ਸੀ, ਮੇਰੇ ਕੋਲ ਆ ਕੇ ਬਹਿ ਜਾਣਾ ਗੱਲਾਂ ਬਾਤਾਂ ਕਰਨੀਆਂ ਤਾਂ ਕਦੇ ਸਾਡੇ ਕੰਮ 'ਚ ਇੰਟਰਫੀਰੈਂਸ ਨਹੀਂ ਕੀਤਾ। ਫਿਰ ਇੱਕ ਹੋਰ ਗੱਲ ਸੀ ਵੀ ਜਿਸ ਵੇਲੇ ਕੁਸ਼ਤੀ ਹੋਣ ਲੱਗੀ ਤੇ ਇਹਨੂੰ ਕੋਚ ਨੇ ਅੰਦਰ ਬੰਦ ਕਰਤਾ, ਉਹ ਵੀ ਝੂਠ ਸੀ। ਉਹ ਫਿਰ ਮੈਂ ਕਿਹਾ ਇਹ ਝੂਠੀਆਂ ਕਈ ਬੰਦੇ ਮੈਨੂੰ ਕਹਿੰਦੇ ਵੀ ਤੂੰ ਕੇਸ ਕਰ ਉੱਤੇ ਅਮੀਰ ਖਾਨ ਦੇ ਤੈਨੂੰ 10-15 ਕਰੋੜ ਦਊਗੇ ਉਹ। ਮੈਂ ਕਿਹਾ ਨਹੀਂ, ਮੈਂ ਅਮੀਰ ਖਾਨ ਨੂੰ ਲਾਈਕ ਕਰਦਾ ਸੀ, ਫਿਲਮਾਂ ਬਹੁਤ ਵਧੀਆ ਬਣਾਈਆਂ ਉਹਨੂੰ, ਮੈਂ ਉਹਨੂੰ ਲਾਈਕ ਕਰਦਾ ਸੀ। ਮੈਂ ਉਹ ਤਾਂ ਗੱਲਬਾਤ ਅਤੇ ਮੇਰੇ ਤੋਂ ਉਹ ਕਹਿ ਵੀ ਕਿ ਵੀ ਸੰਧੀ ਆਈ ਐਮ ਵੈਰੀ ਸੌਰੀ ਫॉर ਦੈਟ ਵੀ ਮੈਂ ਤੁਹਾਡੇ ਮਨ ਨੂੰ ਦੁਖੀ ਕੀਤਾ। ਨਹੀਂ ਤੁਹਾਨੂੰ ਮਤਲਬ ਕਿ ਉਹ ਮਤਲਬ ਤੁਹਾਨੂੰ ਵਿੱਚ ਕਿਰਦਾਰ ਦੇ ਤੌਰ 'ਤੇ ਕੋਚ ਦਾ ਜਿਹੜਾ ਕਿਰਦਾਰ ਸੀ ਉਹਨਾਂ ਵਧੀਆ ਨਹੀਂ ਦਿਖਾਇਆ। ਕੋਚ ਦਾ ਕਿਰਦਾਰ ਉਹ ਕਹਿੰਦੇ ਜੀ ਇੱਕ ਤਾਂ ਮੰਨ ਲਓ ਨਹੀਂ ਇਹੀ ਕਿਹਾ ਉਹਦਾ ਤੁਹਾਡਾ ਨਾਂ ਤਾਂ ਹੈ ਨਾ ਸੀ PR ਸੰਧੀ ਤੁਹਾਡਾ ਨਾਂ ਤਾਂ ਉਹ PR ਕੋਈ ਹੋਰ ਲਿਖਿਆ ਸੀ ਨਾਲ। ਅੱਛਾ। ਮਰਾਠੇ ਦਾ ਮਤਲਬ ਮਿਲਦਾ ਜੁਲਦਾ ਸੀ। ਮਾਮਲ ਮਿਲਦਾ ਜੁਲਦਾ ਸੀ। PR ਦਾ ਕਹਾਂ ਹੋਰ ਨਾਂ ਸੀ, ਕਹਿੰਦੇ ਤੁਹਾਡਾ ਨਾਂ ਤਾਂ ਹੈ ਨਾ। ਹਾਂ ਫਿਰ ਉਹ ਅਮੀਰ ਖਾਨ ਨੇ ਸੌਰੀ ਫੀਲ ਕੀਤੀ। ਆਹ ਵਧੀਆ ਬੰਦਾ, ਮਿਲੇ ਵੀ ਅਸੀਂ। ਅੱਛਾ। ਮਿਲੇ ਆ ਕਿੱਥੇ? ਬੰਬੇ? ਨਹੀਂ ਲੁਧਿਆਣੇ। ਲੁਧਿਆਣੇ। ਉਹ ਕਹਿੰਦਾ ਸੀ ਇੱਥੇ ਪਿਆਉਂਗਾ ਮੈਂ ਕਿਹਾ ਕੋਈ ਗੱਲ ਨਹੀਂ, ਜੇ ਟਾਈਮ ਲੱਗਾ ਦੇਖ ਲਿਓ, ਨਹੀਂ ਕੋਈ ਗੱਲ ਨਹੀਂ, ਕਿਉਂ ਗੱਲਾਂ ਬਾਤਾਂ ਹੋਈਆਂ। ਅਤੇ ਇੱਕ ਮੈਨੂੰ ਦੱਸੋ ਵੀ ਅਕਸਰ ਅਸੀਂ ਛੋਟੇ ਹੁੰਦੇ ਸੁਣਦੇ ਸੀ ਵੀ ਜਾਂ ਵੀ ਦਾਰਾ ਸਿੰਘ ਦਾ ਜਿਹੜਾ ਗੁਰੂ ਆ ਉਹ ਹਰਬੰਸ ਸਿੰਘ ਰੈਪਰ ਡੱਬਾ, ਉਹ ਅਸਲ ਦੇ ਵਿੱਚ ਜਿੱਦਾਂ ਕਿ ਲੋ ਦਾਰਾ ਸਿੰਘ ਨੇ ਦੀ ਇੱਜ਼ਤ ਬਹੁਤ ਕਰਦਾ ਸੀ। 1957 ਦੇ ਵਿੱਚ ਮਦਰਾਸ ਰੁਸਤਮ ਹਿੰਦ ਟਾਈਟਲ ਦੀਆਂ ਕੁਸ਼ਤੀਆਂ ਹੋਈਆਂ ਸੀ ਇਸ ਸਟਾਈਲ ਦੀਆਂ। ਉਹ ਜਿਹੜਾ ਇਹਨਾਂ ਦਾ ਸਟਾਈਲ ਸੀ ਭਲਵਾਨ ਹੁੰਦਾ ਨਾ, ਕੈਚ ਐਜ਼ ਕੈਚ ਕਹਿੰਦੇ ਨੂੰ ਕਹਿੰਦੇ ਸੀ।
ਫ੍ਰੀ ਸਟਾਈਲ ਕੈਚ ਐਜ਼ ਕੈਚ ਕੈਨ, ਉਹਨੂੰ ਫ੍ਰੀ ਸਟਾਈਲ ਪ੍ਰੋਫੈਸ਼ਨਲ ਵੀ ਕਹਿੰਦੇ ਸੀ ਅਤੇ ਅੰਗਰੇਜ਼ੀ ਦੇ ਵਿੱਚ ਕੈਚ ਐਜ਼ ਕੈਚ ਕੈਨ ਵੀ ਕਹਿੰਦੇ ਸੀ। ਉੱਥੇ 1957 ਦੇ ਵਿੱਚ ਫਾਈਨਲ ਕੁਸ਼ਤੀ ਇਹਨਾਂ ਦੀ ਆਈ ਆਪਣੇ ਹਰਬੰਸੂ ਨੇ ਆਪਣਾ ਟਾਈਟਲ ਜਿਹੜਾ ਫਾਈਨਲ ਕੁਸ਼ਤੀ ਨੂੰ ਛੱਡਤੀ ਸੀ ਵੀ ਇਹ ਅਗਲਾ ਰੁਸਤਮੇਂਦ ਹੋਊਗਾ। ਤਾਂ ਉਹ ਫਿਰ ਦਾਰਾ ਸਿੰਘ ਦੀ ਇੱਜ਼ਤ ਬਹੁਤ ਕਰ, ਦਾਰਾ ਸਿੰਘ ਨੇ ਤਾਂ ਸਿੱਖਿਆ ਹੀ ਬਹੁਤ ਚੀਜ਼ਾਂ। ਇਹਦੀਆਂ ਕਈ ਟੈਕਨੀਕ ਜਿਹੜੀਆਂ ਆ ਉਹ ਦਾਰਾ ਸਿੰਘ, ਇਹਦਾ ਡੈਥ ਲੋਕ ਬਹੁਤ ਤਕੜਾ ਹੁੰਦਾ ਸੀ ਹਰਬੰਸੂ ਸਾਡੇ ਦਾ, ਉਹ ਇਹ ਤੋਂ ਸਿੱਖਿਆ। ਹੋਰ ਵੀ ਮਤਲਬ ਜਦ ਕਿ ਦਾਰਾ ਸਿੰਘ ਜਿਹੜੇ ਜੇ ਆਪਾਂ ਸਹੀ ਕਹੀਏ ਜਿਹੜੀ ਫ੍ਰੀ ਸਟਾਈਲ ਸੀ ਨਾ, ਫ੍ਰੀ ਸਟਾਈਲ ਅਮਰੀਕਨ ਫ੍ਰੀ ਸਟਾਈਲ ਨੂੰ ਕਹਿੰਦੇ ਸੀ, ਇਹਦੇ ਵਿੱਚ ਇਹਨੂੰ ਉਸਤਾਦ ਮੰਨਦਾ। ਅਤੇ ਇੱਕ ਅਸਲ ਦੇ ਵਿੱਚ ਤਾਂ ਪਹਿਲਾ ਉਸਤਾਦ ਸੀ ਉਹ ਸੀ ਹਰਨਾਮ ਸਿੰਘ, ਕਿਉਂਕਿ ਇਹ ਸੀ ਮਲੇਸ਼ੀਆ 'ਚ ਰਹਿੰਦਾ ਦਾਰਾ ਸਿੰਘ। ਉਹ ਮਲੇਸ਼ੀਆ ਦੇ ਵਿੱਚ ਉਹ ਭਲਵਾਨੀ ਸ਼ੁਰੂ ਕੀਤੀ ਸੀ, ਇੱਥੋਂ ਧਰਮੂ ਚੱਕ ਤੋਂ ਚਲਾ ਗਿਆ ਸੀ। ਧਰਮੂ ਚੱਕ ਥੋੜ੍ਹੀ ਬਹੁਤੀ ਆਹੀ ਭਲਵਾਨੀ ਦਾ ਜਿੱਦਾਂ ਆਪਣੇ ਦੰਗਲਾਂ ਤੋਂ ਮਿੱਟੀ ਲੜਦੀ ਹੈ ਨਾ। ਫਿਰ ਮਲੇਸ਼ੀਆ ਜਾ ਕੇ ਇਹ ਚੰਗਾ ਤਕੜਾ ਹੋ ਗਿਆ। ਉੱਥੇ ਫਿਰ ਜਿੱਥੇ ਇਹਨਾਂ ਰਾਤਬਾ ਇਹਨਾਂ ਰਾਬਤਾ ਹੋ ਗਿਆ ਭਲਵਾਨਾਂ ਨਾਲ, ਫਿਰ ਭਲਵਾਨ ਹੋਈ ਦੰਗਲ ਲੜਾਉਂਦੇ ਰਹੇ। ਨਹੀਂ, ਭਲਵਾਨ ਹੋਣਾ ਦਾ ਨਾਂ ਤਾਂ ਇੰਨਾ ਹੁੰਦਾ ਸੀ ਨਾ, ਬਹੁਤ ਜ਼ਿਆਦਾ। ਇੱਕ ਵਾਰੀ ਕਿਤੇ ਕਸ਼ਮੀਰਾ ਸਿੰਘ ਨੂੰ ਇੱਕ ਬਾਹਰਲਾ ਪ੍ਰੋਫੈਸ਼ਨਲ ਰੈਸਲਰ ਮਿਲਿਆ, ਉਹ ਕਹਿੰਦਾ ਵੀ ਜੇ ਮੈਂ ਆਪਣੇ ਗਾਹਾਂ ਨਿਆਣਿਆਂ ਨੂੰ ਜਾਂ ਮੈਂ ਕਰਨੀ ਚਾਹਾਂ ਵੀ ਕਾਮਯਾਬ ਹੋ ਸਕਦੇ ਹਾਂ, ਕਹਿੰਦਾ ਵੀ ਜੇ ਤੁਹਾਡੀ ਭਲਵਾਨੀ ਹਰਬੰਸੂ ਵਰਗੀ ਹੋਵੇ, ਕਿਉਂ ਹਰਬੰਸੂ ਵਿੱਚ ਜੋਸ਼ ਬੜਾ ਹੁੰਦਾ ਸੀ। ਇਹ ਦਾਰਾ ਸਿੰਘ ਸੁਨੱਖਾ ਬਹੁਤ ਸੀ ਅਤੇ ਹੌਲੀ ਹੌਲੀ ਕਲਾਕਾਰ ਬਣ ਗਿਆ, ਐਕਟਿੰਗ ਕਰਨੀ ਆ ਗਈ। ਅਦਰਵਾਈਜ਼ ਜਿਹੜੀ ਭਲਵਾਨ ਦੀ ਕੁਸ਼ਤੀ ਸੀ ਨਾ, ਉਹ ਲੋਕ ਪਸੰਦ ਬਹੁਤ ਕਰਦੇ ਹੁੰਦੇ ਸੀ। ਮੈਨੂੰ ਯਾਦ ਹੈ ਇੱਕ ਵਾਰੀ ਇਹਨੂੰ ਮਿਲਿਆ ਸੀ ਭਲਵਾਨ ਨੂੰ, ਇੱਕ ਐਡਾ ਸਾਰਾ ਜਿੱਦਾਂ ਕੋ ਬਣਾਇਆ ਨਾ, ਐਡਾ ਇੱਕ ਪੱਤਰ ਸੀ ਜਿਹਨੂੰ ਆਪਾਂ ਸਨਮਾਨ ਪੱਤਰ ਕਹਿੰਦੇ ਹਾਂ। ਉੱਥੇ ਐਚ ਨਾਲ ਲਿਖਿਆ ਇੱਕ ਲਫ਼ਜ਼, ਇੱਕ ਏ ਨਾਲ ਲਿਖਿਆ ਆ ਨਾਲ ਪੂਰਾ ਲਾਈਨ ਪਾਈ ਹੋਈ ਸੀ, ਬੀ ਨਾਲ ਇਕੱਲੇ ਅੱਖਰ ਦਾ। ਫਿਰ ਇਹਨੂੰ ਉੱਥੋਂ ਮਦਰਾਸ ਤੋਂ ਇੱਕ ਸੋਨੇ ਦਾ ਸਟੈਚੂ ਮਿਲਿਆ ਸੀ, ਇਹਦਾ ਬਣਾਇਆ। ਇਹਦਾ ਸਟੈਚੂ ਉੱਥੇ ਬੰਗਲੌਰ ਵਾਲਿਆਂ ਨੇ ਇਹਨੂੰ ਸੋਨੇ ਦਾ ਸਟੈਚੂ ਬਣਾ ਕੇ ਦਿੱਤਾ ਸੀ ਇਨਾਮ 'ਚ, ਕਿਉਂਕਿ ਉਸ ਵੇਲੇ ਜਿੱਦਾਂ ਕਹਿ ਲਓ ਇਹਨੂੰ ਪੈਸਾ ਦਾ ਬਹੁਤ ਜਿੱਦਾਂ ਕਹਿ ਲਓ ਇਨਕਮ ਆਇਆ। ਲੇਕਿਨ ਇਹਦੇ ਵਿੱਚ ਉਹੀ ਉਦਾਰਵਾਦੀ ਨੀਤੀ ਇਹਦੀ ਸੀ ਬਹੁਤ। ਜਿਹੜੇ ਇਹਨਾਂ ਮੁੰਡੇ ਹੁੰਦੇ ਉਹਨਾਂ ਨੂੰ ਖਿਲਾਉਂਦਾ ਪਾਉਂਦਾ ਆਪਣੇ ਕੋਲੋਂ ਸੀ, ਅਤੇ ਜਿਹੜੇ ਪੈਸੇ ਬਚ ਗਏ ਉਹ ਚਲੋ ਘਰ ਲੈ ਆਣੇ। ਮਤਲਬ ਉਦਾਰਵਾਦੀ ਬਹੁਤ ਸੀ। ਇੱਕ ਉਦਾਰਵਾਦੀ, ਇੱਕ ਉਹਦੀ ਸਿਫਤ ਹੋਰ ਵੀ ਸੀ। ਜਿਸ ਵੇਲੇ ਪਿੰਡਾਂ ਦੇ ਵਿੱਚ ਸਾਡੇ ਨਾਲ ਬਹੁਤ ਜਿੱਦਾਂ ਕਹਿ ਲਓ ਬੇਇਨਸਾਫੀਆਂ ਹੁੰਦੀਆਂ, ਕੋਈ ਰਸੋਈ 'ਤੇ ਨਹੀਂ ਚੜ੍ਹਨ ਦੇ, ਖੂਹ 'ਤੇ ਨਹੀਂ ਚੜ੍ਹਨ ਦੇ, ਰਸੋਈ 'ਚ ਬਣਨਾ ਨਹੀਂ, ਸਾਡੇ ਭਾਂਡੇ ਹੀ ਵੱਖ ਰੱਖੇ ਹੁੰਦੇ ਸੀ। ਇਹ ਪਹਿਲਾ ਸ਼ਖਸ ਹੈ ਜਿਹਨੇ ਸਾਡੇ ਬੰਦਿਆਂ ਨੂੰ ਖੂਹ 'ਤੇ ਵੀ ਚਾੜ੍ਹਿਆ, ਤਾਂ ਆਪਣੇ ਘਰ ਵਾਲੇ ਨੂੰ ਕਹਿੰਦੇ ਪ੍ਰੀਤਮ ਕੋਰੇ ਇਹਨਾਂ ਦੇ ਭਾਂਡੇ ਵੱਖ ਨਹੀਂ, ਧੋ 20 ਵਾਰੀ ਲੈ ਭਾਵਾਂ, ਇਹਨਾਂ ਦੇ ਭਾਂਡੇ ਵੱਖ ਨਹੀਂ ਹੋਣੇ ਚਾਹੀਦੇ। ਇਸ ਗੱਲੋਂ ਉਹਦਾ ਸਾਡੇ ਪਿੰਡ 'ਤੇ ਅਸਰ ਬੜਾ ਸੀ ਇਹਨਾਂ ਗੱਲਾਂ ਦਾ। ਤੁਸੀਂ ਅਕਸਰ ਕਈ ਵਾਰ ਕਹਿੰਦੇ ਵੀ ਜਿੱਦਾਂ ਪ੍ਰਿਤਪਾਲ ਦੇ ਜੱਸਾ ਪੱਟੀ, ਕਈ ਵਾਰ ਇਹਦੇ ਵਿੱਚ ਕੋਈ ਇੱਦਾਂ ਦੂਸਰੇ ਖਿਡਾਰੀ ਲੱਗਦਾ ਵੀ ਉਹ ਹੁਣ ਜਿੱਤ ਜਾਊਗਾ, ਜਾਂ ਜਿਹੜੇ ਥੱਲੇ ਹਾਰਨ ਵਾਲਾ ਖਿਡਾਰੀ ਕਿਤੇ ਨਾ ਕਿਤੇ ਕੋਈ ਉਹਨੂੰ ਡਾਇਵਰਟ ਕਰਨ ਦੀ ਕੋਸ਼ਿਸ਼ ਕਰਦਾ ਸ਼ਬਦਾਂ ਨਾਲ ਜਾਂ ਕੋਈ ਬਹਾਨਾ। ਕਈ ਕਰਦੇ ਇੱਦਾਂ ਕਹਿ ਵੀ ਦਿੰਦੇ ਆ, ਕੋਈ ਗੱਲ ਮਾਰੇ ਹੀ ਮਾਰੇ ਕੀ ਆ ਇੱਦਾਂ ਕਰਦੇ, ਪਰ ਇਹ ਮਤਲਬ ਕਹਿੰਦੇ ਇੱਦਾਂ ਵਿੱਚ ਮਾਰੇ ਹੀ ਆ, ਕੋਈ ਨਹੀਂ ਹੈ ਨਾ ਕੀ ਹੈ। ਪਰ ਹੁਣ ਵੈਸੇ ਇਸ ਵੇਲੇ ਤਕਰੀਬਨ ਪੰਜਾਬ ਦੇ ਵਿੱਚ ਨਹੀਂ, ਹਿੰਦੁਸਤਾਨ ਦੇ ਵਿੱਚ ਜਿਹੜੀ ਮਿੱਟੀ ਦੀ ਕੁਸ਼ਤੀ ਆ ਉਹ 'ਚ ਆਪਣਾ ਨਾਂ ਬਣਾਇਆ। ਬੀਂਗੇ ਦਲਿਤ ਪਹਿਲਵਾਨ ਕਹਿ ਲਓ ਜਾਂ ਚਮਾਰ ਪਹਿਲਵਾਨ ਕਹਿ ਲਓ, ਇਸ ਵੇਲੇ ਨਾਂ ਉਹਦਾ ਪੂਰਾ। ਕਿਹਨੂੰ ਹੈ? ਪ੍ਰਿਤਪਾਲ ਦਾ, ਹਾਂ, ਨਾਂ ਪੂਰਾ। ਅੱਛਾ। ਕਿਉਂਕਿ ਹੁਣ ਪੰਜਾਬ ਦੇ ਜਿੰਨੇ ਭਲਵਾਨ ਆ ਸਾਰੇ ਢਾਈ ਵੀ ਆ, ਢੇਆ ਵੀ ਆ, ਪਰ ਇਸ ਵੇਲੇ ਜੇ ਆਪਾਂ ਗਿਣੀਏ ਪਹਿਲੇ 1-2 ਜਾਂਦਾ ਇਹ 1999 2000 ਦੇ ਲਗਭਗ ਅਸੀਂ ਦੇਖਦੇ ਰਹੇ ਹਾਂ ਵੀ ਮੰਨਣ ਹਨ ਦੀਆਂ ਕੁਸ਼ਤੀਆਂ ਜਾਂ ਰੈਪਿਡ ਡੱਬੇ 'ਚ ਜਾਂ ਰਾਜਾ ਸਾਹਿਬ ਦੀ ਧਰਤੀ ਮਜ਼ਾਰਾ ਨੌਬਾਦ, ਬੜੇ ਤੜਤੜੇ ਦੰਗਲ ਹੁੰਦੇ ਸੀ ਸਾਲ 'ਚ ਇੱਕ ਵਾਰੀ। ਰੁਸਤਮੇ ਜਮਾਂ ਹਿੰਦ ਜਾਂ ਭਾਰਤ ਕੇਸਰੀ, ਪੰਜਾਬ ਕੇਸਰੀ, ਬੜੇ ਤਗੜੇ। ਪਰ ਉਹ ਕਿਤੇ ਨਾ ਕਿਤੇ ਲੱਗਦਾ ਵੀ ਕੁਛ ਉਹਨਾਂ ਦਾ ਰੂਪ ਬਦਲ ਗਿਆ ਜਾਂ ਘਟ ਗਿਆ ਜਾਂ ਉਹਦਾ ਇੱਦਾਂ ਹੁੰਦਾ ਸੀ, ਕਿਉਂਕਿ ਅਸੀਂ ਜ਼ਿਆਦਾ ਸ਼ੁਰੂ ਕਰਾਏ ਸੀ, ਇਹ ਮੇਰੇ ਕੋਲ ਜ਼ਿਆਦਾ ਆਉਂਦੇ ਹੁੰਦੇ ਸੀ। ਉਸ ਵੇਲੇ ਪਹਿਲਾ ਜਿਹੜਾ ਦੰਗਲ ਸਟਾਰਟ ਹੋਇਆ 1983 ਦੇ ਵਿੱਚ, ਆ ਮੰਨਣ ਹੰਨੇ ਵਾਲਾ ਜਿਹੜਾ ਦੰਗਲ ਹੈ ਨਾ, ਇਹ ਅਸੀਂ ਮਿੱਟੀ ਤੋਂ ਸਟਾਰਟ ਕੀਤਾ। ਤਾਂ ਉਹਨੇ ਪੈਸੇ ਸਾਡੇ ਮੁੰਡੇ ਨੇ ਚੰਗੇ ਦੇ ਦਿੱਤੇ। ਮੈਂ ਆ ਕੇ ਭਲਵਾਨ ਕਸ਼ਮੀਰਾ ਸਿੰਘ ਨਾਲ ਗੱਲ ਕੀਤੀ, ਉਹ ਕਹਿੰਦਾ ਕੋਈ ਨਹੀਂ, ਇਹਨੂੰ ਆਪਾਂ ਵਧੀਆ ਹੋਰ ਤਰੀਕੇ ਨਾਲ ਕਰਦੇ ਹਾਂ। ਫਿਰ ਅਸੀਂ 84 ਦੇ ਵਿੱਚ ਅੱਧੀਆਂ ਕੁਸ਼ਤੀਆਂ ਮੈਟ 'ਤੇ ਕਰਾਈਆਂ, ਅੱਧੀਆਂ ਗੱਦੇ 'ਤੇ ਕਰਾਈਆਂ, ਇੱਦਾਂ 85 ਦੇ ਵਿੱਚ। ਫਿਰ 86 ਦੇ ਵਿੱਚ ਅਸੀਂ ਰੁਸਤਮੇ ਪੰਜਾਬ ਕਰਾਇਆ ਮੈਟ 'ਤੇ। ਉਹ ਸਲਵਿੰਦਰ ਪੱਟੀ ਜਿਹੜਾ ਜੱਸੇ ਦਾ ਡੈਡੀ ਆ, ਉਹ ਆਇਆ ਸੀ ਰੁਸਤਮੇ ਪੰਜਾਬ। ਅਤੇ 87 ਦੇ ਵਿੱਚ ਉਹ ਭਾਰਤ ਕੇਸਰੀ ਸ਼ੁਰੂ ਕਰਾ ਲਿਆ।
ਫਿਰ ਉਹਨਾਂ ਦਿਨਾਂ ਦੇ ਵਿੱਚ ਇੱਕ ਰੁਸਤਮੇ ਹਿੰਦ ਦੰਗਲ ਹੁੰਦਾ ਸੀ ਹੁਸ਼ਿਆਰਪੁਰ। ਫਿਰ ਅਸੀਂ ਜਿਹੜਾ ਵੀ ਨਵਾਂ ਦੰਗਲ ਆਉਂਦਾ ਸੀ ਉਹਨੂੰ ਇੱਕ ਨਾਂ ਦੇ ਦੇਈਦਾ ਸੀ। ਜਿਹਦਾ ਹਕੀਮਪੁਰ ਸੀ, ਇੱਥੇ ਮੰਨਣਾ ਹਨੇ ਵਾਲਾ ਭਾਰਤ ਕੇਸਰੀ ਸੀ, ਇਹਨੂੰ ਹਕੀਮਪੁਰ ਵਾਲੇ ਨੂੰ ਅਸੀਂ ਦੇ ਦਿੱਤਾ ਮਹਾਭਾਰਤ ਕੇਸਰੀ ਦਾ ਨਾਂ। ਇੱਕ ਦਿਆਲਪੁਰ ਹੁੰਦਾ ਸੀ, ਉਹਨੂੰ ਦੇ ਦਿੱਤਾ ਸੀ ਹਿੰਦ ਕੇਸਰੀ ਦਾ ਨਾਂ। ਇੱਕ ਜਲੰਧਰ ਹੁੰਦਾ ਸੀ, ਜਲੰਧਰ ਦੇ ਨਾਂ ਉਹਨੂੰ ਦੇ ਦਿੱਤਾ ਭਾਰਤ ਮੱਲ ਸਮਰਾਟ ਦਾ ਨਾਂ। ਇਸ ਤਰੀਕੇ ਨਾਲ ਅਸੀਂ ਆਪਣੇ ਪੰਜਾਬ ਦੇ ਵਿੱਚ ਇਹ ਟਾਈਟਲ ਵੱਖ-ਵੱਖ ਵੰਡਤੇ ਸੀ। ਇਹ ਬਹੁਤ ਕਾਮਯਾਬੀ ਨਾਲ ਚੱਲਦੇ ਰਹੇ। ਫਿਰ ਹੌਲੀ ਹੌਲੀ ਇਹ ਟੂਰਨਾਮੈਂਟ ਖਤਮ ਹੋ ਗਿਆ ਅਤੇ ਹੁਣ ਜੇ ਟੂਰਨਾਮੈਂਟ ਚੱਲਦੇ ਆ, ਇੱਕ ਤਾਂ ਆਹੀ ਆਪਣਾ ਚੱਲਦਾ ਮੰਨਣ ਹੰਨੇ ਵਾਲੇ, ਇਹ ਚੱਲਦਾ ਹੁਣ ਵੀ ਚੱਲ ਰਿਹਾ। ਅਤੇ ਦੂਜਾ ਜਿਹੜਾ ਆ ਆਪਣੇ ਹਰਜੀਤ ਨੇ ਪਿੰਡ ਵਾਲੇ ਨੇ ਇਹਨੂੰ ਸ਼ੁਰੂ ਕੀਤਾ। ਇਹ ਹੈਗਾ ਮਾਲਪੁਰ ਦੇ ਲਾਗੇ ਦੋ ਗੁੱਤਾਂ ਵਾਲਾ ਬਾਬਾ ਆ, ਉੱਥੇ ਸ਼ੁਰੂ ਕੀਤਾ। ਉਹ ਵੀ 8ਵਾਂ ਸਾਲ ਹੋ ਗਿਆ। ਉਹ ਵੀ ਬਹੁਤ ਸੋਹਣੇ ਤਰੀਕੇ ਨਾਲ ਚੱਲ ਰਿਹਾ। ਇਹ ਹੁਣ 2 ਟੂਰਨਾਮੈਂਟ ਜਿਹੜੇ ਵਧੀਆ ਤਰੀਕੇ ਨਾਲ ਚੱਲ ਰਹੇ ਆ। ਬਾਕੀ ਸਾਡੇ ਜਿਹੜੇ ਆ ਮੈਚ ਦੇ ਦੰਗਲ ਆ, ਜਿੱਦਾਂ ਕਹਿ ਲਓ ਇਹ ਵੱਖ-ਵੱਖ ਜਗ੍ਹਾ 'ਤੇ ਛੋਟੇ ਹੁੰਦੇ, ਲੇਕਿਨ ਬੜੇ ਦੰਗਲ ਦੋ ਹੀ ਰਹਿ ਗਏ ਪੰਜਾਬ 'ਚ। ਬਾਕੀ ਹਕੀਮਪੁਰੀ ਵਾਲਿਆਂ ਦਾ ਖਤਮ ਹੋ ਗਿਆ, ਉਹ ਹਾਲਾਤ ਇੱਦਾਂ ਦੇ ਹੋ ਗਏ। ਦਿਆਲਪੁਰ ਵਾਲਾ ਦੋ ਵੀ ਹਾਲਾਤ ਇੱਦਾਂ ਦੇ ਹੋ ਗਏ, ਖਤਮ ਹੋ ਗਿਆ। ਰੁਸਤਮੇਂਦ ਜਿਹੜਾ ਹੁਸ਼ਿਆਰਪੁਰ ਸੀ, ਉਹ ਚਲੋ ਹੁਣ ਇਹਨੇ ਹਰਜੀਤ ਨੇ ਸਾਂਭ ਲਿਆ, ਇਹ ਵਧੀਆ। ਔਰ ਹੁਣ ਵੀ ਜਿਹੜੇ 2 ਦੰਗਲ ਹੈ, 2 ਹੀ ਹੁਸ਼ਿਆਰਪੁਰ ਦੀ ਧਰਤੀ 'ਤੇ ਹੋ ਰਹੇ ਆ, ਹੋਏ ਆਪਣੀ ਮਨ ਨਿਗਰਾਨੀ ਹੇਠ ਹੋ ਰਹੇ ਆ। ਇਹ 2 ਹੀ ਦੰਗਲ ਜਿਹੜੇ ਵਧੀਆ ਪੰਜਾਬ ਦੇ ਹੈਗੇ ਆ। ਹਾਂ, ਤੁਹਾਡੀ ਕਮੈਂਟਰੀ ਵਿੱਚ ਮੈਂ ਦੇਖਿਆ ਵੀ ਤਰਕਵਾਦੀ ਅਲਫਾਜ਼ਾਂ ਦੀ ਜ਼ਿਆਦਾ ਵਰਤੋਂ ਹੁੰਦੀ ਹੈ ਕਿ ਮਾਰਕਸਵਾਦ ਦਾ ਪ੍ਰਭਾਵ ਕਹਿ ਸਕਦੇ ਹਾਂ। ਇਹ ਬਿਲਕੁਲ ਸਹੀ ਗੱਲ ਹੈ, ਬਿਲਕੁਲ। ਕਿਉਂਕਿ ਸਾਡੇ ਭਲਵਾਨ ਹੋਣੀ ਸਾਨੂੰ ਇਹੀ ਪਹਿਲਾਂ ਕਹਿੰਦੇ ਹੁੰਦੇ ਸੀ, ਕਿਉਂਕਿ ਉਹਨੇ ਸਾਰਾ ਲਿਟਰੇਚਰ ਉਸ ਵੇਲੇ ਪੜ੍ਹਿਆ ਹੁੰਦਾ। ਜਿੱਦਾਂ ਕਹਿ ਲਓ ਵੀ ਮਨੁੱਖ ਬਣਿਆ ਕਿੱਦਾਂ ਹੈ, ਜਿਹੜੀ ਮਨੁੱਖ ਦੀ ਹਿਸਟਰੀ ਆ, ਉਹ ਕੀ ਸੀ ਡਾਰਵਨ ਦੀ ਥਿਊਰੀ। ਉਹ ਡਾਰਵਨ ਦੀ ਥਿਊਰੀ ਸਾਨੂੰ ਉਸੇ ਵੇਲੇ ਦੱਸਦੇ ਹੁੰਦੇ ਸੀ। ਉਹ ਜਦ ਅਸੀਂ ਪੜ੍ਹਦੇ ਹੁੰਦੇ ਸੀ 8ਵੀਂ 10ਵੀਂ, ਉਹ ਕਹਿੰਦੀ ਨਿਆਣੇ ਦੇ ਸਮਝ ਚਾਹੇ ਆਉਂਦੀ ਸੀ ਜਾਂ ਨਹੀਂ ਆਉਂਦੀ ਸੀ, ਪਰ ਉਹ ਸਾਨੂੰ ਡਾਰਵਨ ਉਸੇ ਵੇਲੇ ਪੜ੍ਹਾਉਂਦੇ ਹੁੰਦੇ ਸੀ। ਫਿਰ ਨਹਿਰੂ ਦੇ ਜਿਹੜੇ ਤਰਕ ਦੇ ਆਧਾਰ 'ਤੇ ਕਿਤਾਬਾਂ ਸੀ, ਉਹ ਵੀ ਸਾਨੂੰ ਦੱਸਦੇ ਹੁੰਦੇ ਸੀ। ਫਿਰ ਤਕਰੀਬਨ ਜਿੰਨੇ ਵੀ ਉਹਨਾਂ ਦੇ ਸਕੋਲਰ ਸੀ ਪੜ੍ਹਨ ਵਾਲੇ, ਉਹ ਦੁਨੀਆ ਦੇ ਕਿਤੋਂ ਵੀ ਕੋਈ ਚੰਗੀ ਕਿਤਾਬ ਹੁੰਦੀ ਸੀ, ਇੱਕ ਤਾਂ ਚੌਧਰੀ ਖਟਕੜਾਂ ਤੋਂ, ਉਹ ਵੀ ਬਹੁਤ ਸ਼ੌਕੀਨ ਸੀ ਪੜ੍ਹਨ ਦਾ। ਉਹ ਤਾਂ ਭਲਵਾਨ ਦੀ ਜੋੜੀ ਹੁੰਦੀ ਸੀ ਕਿਤਾਬਾਂ ਦੀ। ਮਤਲਬ ਜਿੱਦਾਂ ਕਹਿ ਲਓ ਕਿਤੇ ਭਲਵਾਨ ਨੇ ਕਿਸੇ ਤੋਂ ਮਿਲ, ਕਿਤੇ ਹੁਣ ਮੰਗਾ ਲੈਣੀ ਹੈ। ਜਿਹੜੇ ਮਤਲਬ ਜਿੱਦਾਂ ਕਹਿ ਲਓ ਤਰਕ ਦੇ ਆਧਾਰ 'ਤੇ ਜਿਹਨਾਂ ਦੀਆਂ ਪੁਸਤਕਾਂ ਬਣਦੀਆਂ ਸੀ ਜਾਂ ਜਿਹਨਾਂ ਦੀ ਥਿਊਰੀ ਤਰਕ ਦੇ ਆਧਾਰ 'ਤੇ ਚੱਲਦੀ ਸੀ, ਉਹੀ ਕਿਤਾਬਾਂ ਪੜ੍ਹਦੇ ਸੀ, ਉਹ ਫਿਰ ਸਾਨੂੰ ਦੱਸਦੇ ਹੁੰਦੇ ਸੀ। ਉਲਟੀ ਟੰਗ ਕਹਿੰਦੇ ਸੱਜਾ ਖੜਾ ਇਹ ਮਾਰ ਸਕਦਾ। ਹਾਂਜੀ ਮਾਰਦਾ ਓਏ ਹਾਂ ਪਹਿਲਾਂ ਲੱਗੇ ਹਾਂ ਸੱਜਾ ਪਹਿਲਾਂ ਉੱਪਰੋਂ ਬੜਾ ਸੱਜੀ ਉੱਪਰੋਂ ਸੱਜਾ ਉੱਪਰੋਂ ਪਹਿਲਾਂ ਕੱਪੜੇ ਪਹਿਲੇ ਬਾਹ ਹਾਂ ਚੰਗਾ ਬੰਦਾ ਕਰੋ ਬਾਹ ਚੰਗੀ ਬੰਦਾ ਕਰੋ ਬਾਹ ਨਹੀਂ ਖਿੱਚਦੀ। ਇਹਦੀ ਬਾਂਹ ਜਿਹੜੀ ਇਹ ਥੱਲੇ ਆਉਂਦੀ ਹੈ, ਉਹਦੀ ਤੇਰੀ ਥੱਲੇ ਨਹੀਂ ਆਉਂਦੀ। ਜਦ ਚੱਕਦਾ ਨਾ ਕੱਛ ਦੇ ਥੱਲੇ, ਉਹਦਾ ਹੱਥ ਆਉਂਦਾ, ਤੇਰਾ ਹੱਥ ਉੱਤੇ ਨਹੀਂ ਜਾਂਦਾ। ਚੰਗੀ ਤਰ੍ਹਾਂ ਕਰਾਂਗੇ ਪਾਉਣਾ ਗੱਬੇ ਇਹ ਮੁੰਡਾ ਨੈਸ਼ਨਲ ਦਾ ਮੈਚ ਟੈਸਟ ਹੈਗਾ। ਚਲੋ ਮਾਰੋ ਇੱਕ ਦੋ ਵਾਰ ਉਹ ਮਾਰਦਾ, ਇੱਕ ਦੋ ਵਾਰ ਉਹ ਮਾਰਦਾ, ਥੋੜਾ ਜਿਹਾ ਮਾਰਦਾ। ਇੱਕ ਦੋ ਵਾਰ ਤੂੰ ਟੈਕਨੀਕ ਕਰਨਾ ਕੋਈ ਉਹ ਤਾਂ ਨਹੀਂ ਚਾਹੀਦਾ ਠੀਕ ਹੈ ਸਰ ਦਿਖਾਓ ਕਾ ਕਰੀਏ ਸਾਰੇ ਲਿਫਟਿੰਗ ਸਹੀ ਹੈ ਤੁਹਾਡੀ। ਆਹ ਦੋ ਟੈਕਨੀਕ ਹੈ ਸਹੀ ਵਾਲੇ ਦੀ ਵਧੀਆ ਨਾ ਸੀਟਰ ਇੱਕ ਵਾਰੀ ਕਿਤੇ ਸਾਡੇ ਨਾਲ ਅਮਰੀਕ ਮੇਲੀ ਤੋਂ ਪਹਿਲਵਾਨ ਨੇ, ਜੁਝਾਰੂ ਨੇ ਤੇ ਸੋਂਦੀ ਰੈਸਲਿੰਗ ਅਕੈਡਮੀ ਫਗਵਾੜਾ ਨਾਲ ਉਹ ਕਾਫੀ ਸਮੇਂ ਤੋਂ
ਜੁੜੇ ਹੋਏ ਨੇ ਤੇ ਅਸੀਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਵੀ ਉਹ ਇਸ ਅਕੈਡਮੀ ਨਾਲ ਸੌਂਦੀ ਅਕੈਡਮੀ ਨਾਲ ਜੁੜ ਕੇ ਕਿਹੋ ਜਿਹਾ ਮਹਿਸੂਸ ਕਰ ਰਹੇ ਹੈ। ਪਹਿਲਾਂ ਤਾਂ ਭਾਜੀ ਤੁਹਾਡਾ ਇੱਥੇ ਟਾਈਮ ਕੱਢ ਕੇ ਆਉਣ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਕੀਮਤੀ ਸਮੇਂ 'ਚੋਂ ਟਾਈਮ ਕੱਢਿਆ, ਉਹਦਾ ਦਿਲੋਂ ਅਸੀਂ ਧੰਨਵਾਦੀ ਹਾਂ। ਇੱਥੇ ਜੁੜ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਹੈ। ਪਹਿਲਾਂ ਮੈਂ ਮਿੱਟੀ 'ਚ ਕਰਾਉਂਦਾ ਸੀ, ਉੱਥੇ ਮੇਰੀ ਸੰਤੁਸ਼ਟੀ ਹੈ ਨਹੀਂ ਸੀ ਵੀ ਮੈਂ ਮਿੱਟੀ 'ਚ ਨਹੀਂ ਚਾਹੁੰਦਾ ਸੀ, ਅਤੇ ਮੈਂ 6 ਸਾਲ ਤੋਂ ਫਿਰ ਮੈਟ 'ਤੇ ਜੁੜਿਆ। ਇੱਥੇ ਚਲੋ ਸੰਤੁਸ਼ਟੀ ਆ, ਵਧੀਆ ਕਰ ਰਹੇ ਆ, ਵਧੀਆ ਰਿਜ਼ਲਟ ਵੀ ਆ ਰਹੇ ਆ। ਅਤੇ ਮੇਰੀ ਜਿੱਦਾਂ ਮੈਂ ਕੀਤੀ ਮੈਟ 'ਤੇ ਸੀ ਤਾਂ ਇੱਥੇ ਜੁੜ ਕੇ ਕੋਚਾਂ ਨੂੰ ਬਹੁਤ ਵਧੀਆ ਕੀਤੀ ਮੈਟ 'ਤੇ ਸੀ ਤਾਂ ਇੱਥੇ ਜੁੜ ਕੇ ਕੋਚਾਂ ਨੂੰ ਬਹੁਤ ਵਧੀਆ ਜਿੱਦਾਂ ਮਹਿਸੂਸ ਹੋਇਆ, ਅਤੇ ਵਧੀਆ ਰਿਜ਼ਲਟ ਆਉਣ ਦਾ, ਵਧੀਆ ਬੱਚੇ ਆ ਸਾਡੇ ਕੋਲ ਅਤੇ ਵਧੀਆ ਕਰਦੇ ਆ, ਵਧੀਆ ਟਾਈਮ ਬਹੁਤ ਵਧੀਆ, ਜਿੱਦਾਂ ਰਿਜ਼ਲਟ ਵੀ ਵਧੀਆ। ਸਾਨੂੰ ਜਿਹੜੀ ਚੀਜ਼ ਲਈ ਅਸੀਂ ਸਾਡਾ ਮੋਟਿਵ ਸੀ ਉਹ 'ਚ ਅਸੀਂ ਕਾਮਯਾਬ ਹੋਣ ਦਾ। ਅਤੇ ਬਾਕੀ ਕੋਚ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਚੀਜ਼ਾਂ ਦੱਸ ਦਿੰਦੇ ਆ, ਜਿੱਦਾਂ ਹੁਣ ਕਈ ਗੱਲਾਂ 'ਚ ਅਸੀਂ ਨਹੀਂ ਨਿਪੁੰਨ ਹੈਗੇ, ਉਹਨਾਂ ਤੋਂ ਗਾਈਡ ਲੈ ਕੇ ਤਾਂ ਉਹ ਆਪਾਂ ਕੰਮ ਕਰ ਰਹੇ ਹਾਂ ਅਤੇ ਵਧੀਆ ਤਰੀਕੇ ਨਾਲ ਕੰਮ ਹੋ ਰਿਹਾ। ਹਾਂਜੀ, ਇਹ ਸਨ ਕੋਚ ਅਮਰੀਕ ਮੇਲੀ ਜਿਹੜੇ ਸੌਂਦੇ ਦੀ ਰੈਸਲਿੰਗ ਅਕੈਡਮੀ ਨਾਲ ਬਹੁਤ ਕਾਫੀ ਸਮੇਂ ਤੋਂ ਜੁੜੇ ਹੋਏ ਹਨ ਅਤੇ ਜਿਹੜੇ ਪਹਿਲਾਂ ਮਿੱਟੀ ਦੀਆਂ ਘੋਲਾਂ ਦੇ ਨਾਲ ਜੁੜੇ ਹੋਏ ਸੀ, ਪਰ ਉਹਨਾਂ ਨੂੰ ਸੰਤੁਸ਼ਟੀ ਇਹਦੇ ਵਿੱਚ ਵਧਿਆ। ਅਤੇ ਮੈਂ ਪੰਮੀ ਲਾਲੂ ਮਜਰਾ ਅਤੇ ਤੁਸੀਂ ਦੇਖ ਰਹੇ ਹੋ ਡੇਲੀ ਲੋਕ ਆਵਾਜ਼ ਅਤੇ ਸੌਂਦੀ ਰੈਸਲਿੰਗ ਅਕੈਡਮੀ ਫਗਵਾੜਾ ਤੋਂ। ਸੱਜਾ ਉੱਪਰ ਪਹਿਲਾਂ ਤੇ ਪਹਿਲੇ ਬਾਹਰ ਚੰਗਾ ਬੰਨਿਆ ਕਰੋ ਬਾਹਰ ਚੰਗਾ ਬੰਨਿਆ ਕਰੋ, ਬਾਹਰ ਨਹੀਂ ਖਿੱਚਦੀ। ਇਹਦੀ ਬਾਂਹ ਜਿਹੜੀ ਇਹਦੀ ਥੱਲੇ ਆਉਂਦੀ ਹੈ, ਉਹਦੀ ਤੇਰੀ ਥੱਲੇ ਨਹੀਂ ਆਉਂਦੀ। ਜਦ ਤੱਕ ਚੱਕਦਾ ਨਾ ਕੱਛ ਦੇ ਥੱਲੇ ਉਹਦਾ ਹੱਥ ਆਉਂਦਾ, ਤੇਰਾ ਹੱਥ ਉੱਤੇ ਨਹੀਂ ਜਾਂਦਾ। ਚੰਗੀ ਤਰ੍ਹਾਂ ਕਰਾਂਗੇ ਪੜਨਾ ਹਾਂ ਹਾਂ ਹਾਂ, ਹੁਣ ਠੀਕ ਹੈ। ਯੈਸ, ਕੋਈ ਨਹੀਂ। ਕੋਈ ਫਰਕ ਨਹੀਂ।